ਕੇਸਰ ਕਿਤੇ ਬਰਾਤ ਤੇ ਚੱਲੇ ਆ। ਸਤਿ ਸ਼੍ਰੀ ਅਕਾਲ ਜੀ। ਮੈਂ ਥੋੜਾ ਜਾ ਕੇ ਆਉਂਦੇ ਸੀ ਲੁਧਿਆਣੇ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਚੜ੍ਹਦੀ ਕਲਾ ਚ। ਹੋਰ ਠੀਕ ਠਾਕ ਜੀ? ਅੱਜ ਟੌਰ ਕੱਢੀ ਹੈ, ਕੋਈ ਵਿਆਹ ਤਾਂ ਨਹੀਂ? ਨਾ ਜੀ ਨਾ, ਵੈਸੇ ਹੀ ਜਾ ਰਿਹਾ ਸੀ ਜੀ। ਅੱਛਾ, ਕੰਮ ਸੀ ਕੋਈ। ਹਾਂਜੀ, ਵੀਲਦਾਰੀ ਦਾ। ਹੋਰ ਠੀਕ ਠਾਕ ਜੀ? ਠੀਕ ਠਾਕ। ਗੱਡੀ ਡਰਾਈਵ ਕਰ ਰਿਹਾ, ਹੋਰ ਕੋਈ ਤੁਸੀਂ ਕਰ ਰਹੇ ਹੋ? ਹਾਂਜੀ, ਨਾ ਮੈਂ ਸਾਈਡ ਤੇ ਬੈਠਾ ਜੀ। ਹਾਂਜੀ ਹਾਂਜੀ, ਆਪਣੇ ਦੋਸਤ ਹੈ ਇੱਕ ਲਖਵਿੰਦਰ ਸਿੰਘ ਜੀ, ਐਡਵੋਕੇਟ, ਉਹ ਹੈਗੇ ਨਾਲ। ਅੱਛਾ ਅੱਛਾ ਅੱਛਾ। ਭੁਪਿੰਦਰ ਨੇ ਹਾਂ, ਮੈਂ ਉਹਨੂੰ ਕਹਿ ਦਿੱਤਾ ਜੀ ਕਰੂਗਾ ਮੀਟਿੰਗ ਅਟੈਂਡ। ਹਾਂਜੀ ਹਾਂਜੀ, ਕਹਿੰਦਾ ਸੀ ਮੈਂ ਜਾਣਾ, ਮੈਂ ਬਾਅਦ ਚ ਚਲਾਈਏ ਜੀ। ਅੱਛਾ, ਅੱਛਾ, ਮੀਟਿੰਗ ਲੰਬੀ ਹੋ ਜਾਂਦੀ ਆਪਣੀ ਥੋੜੀ ਜਿਹੀ, ਇੱਕ ਸੰਡੇ ਨੂੰ ਫਿਰ। ਨਹੀਂ, ਥੋੜੀ ਕਰਾਂਗੇ, ਸਵਾ ਘੰਟਾ 1.5 ਘੰਟਾ ਬਸ। ਹਾਂ ਜਾਵੇ। ਉਧਰ ਸਾਰੇ ਡਿਸਟ੍ਰਿਕਟਾਂ ਨੂੰ ਕਨਵੇ ਹੋ ਗਿਆ ਸੀ, ਬਠਿੰਡਾ ਮੁਕਤਸਰ? ਹਾਂਜੀ ਹਾਂਜੀ ਹਾਂਜੀ, ਬਠਿੰਡੇ ਦੇ ਮੁਕਤਸਰ ਵਾਲਿਆਂ ਦਾ ਘੱਟ ਰਿਸਪਾਂਸ ਹੈ ਥੋੜਾ ਜਿਹਾ ਜੀ। ਕੋਈ ਨਾ, ਮਿਲਣਗੇ ਜਦੋਂ ਆਪਾਂ ਚੱਕਰ ਮਾਰਾਂਗੇ ਨਾ ਉਹਨਾਂ ਕੋਲੇ। ਹਾਂ, ਅਸਲ ਜਦੋਂ ਪ੍ਰੈਕਟੀਕਲੀ ਥੋੜਾ ਜਿਹਾ ਹੋਊ ਨਾ ਜੀ। ਡਾਕਟਰ ਸਾਹਿਬ, ਡਾਕਟਰ ਮਲਹੋਤਰਾ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਹੋਰ ਕੀ ਹਾਲ ਹੈ? ਵੈਰੀ ਗੁੱਡ ਮਾਰਨਿੰਗ। ਅੱਜ ਤੁਸੀਂ ਸ਼ੁਰੂ ਕਰਿਓ, ਥੋੜੀ ਦੇਰ ਬਾਅਦ ਆਪਾਂ 9 ਵਜੇ ਸ਼ੁਰੂ ਕਰਦੇ ਹਾਂ। ਤੁਸੀਂ ਜਦੋਂ ਵੀ ਕਹੋਗੇ, ਕੋਈ ਗੱਲ ਨਹੀਂ, ਨੋ ਪ੍ਰੋਬਲਮ। ਥੈਂਕ ਯੂ ਡਾਕਟਰ ਸਾਹਿਬ। ਠੀਕ ਹੈ, ਪਲੀਜ਼। ਭੁਪਿੰਦਰ ਜੀ, ਕੀ ਹਾਲ ਹੈ? ਭੁਪਿੰਦਰ, ਤੁਹਾਡੀ ਆਵਾਜ਼ ਨਹੀਂ ਆ ਰਹੀ, ਅਨਮਿਊਟ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਠੀਕ ਹੋ? ਵਧੀਆ ਬਾਈ ਜੀ। ਠੀਕ ਠਾਕ, ਬਿਲਕੁਲ ਸਾਰੇ ਠੀਕ। ਭੁਪਿੰਦਰ ਆਗੇਵਾਲ ਜੀ, ਗੁੱਡ ਮਾਰਨਿੰਗ। ਹਾਂਜੀ, ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ। ਕੀ ਹਾਲ ਹੈ ਜੀ? ਬਿਲਕੁਲ ਠੀਕ, ਚੜ੍ਹਦੀ ਕਲਾ। ਪੱਪੂ, ਗੁੱਡ ਮਾਰਨਿੰਗ। ਭੁਪਿੰਦਰ ਜੀ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੀ। ਭੁਪਿੰਦਰ ਸ਼ਰਮਾ ਜੀ, ਗੁੱਡ ਮਾਰਨਿੰਗ। ਬਾਪੂ ਜੀ, ਗੁੱਡ ਮਾਰਨਿੰਗ। ਹਾਂਜੀ, ਪਾਸਵਰਡ ਹੈਗਾ ਜੀ ਤੁਹਾਡੇ, ਆਪਣੇ ਸਾਰੇ ਗਰੁੱਪ ਤੇ ਵੀ ਭੇਜਿਆ ਹੋਇਆ, ਤੁਹਾਨੂੰ ਵੀ ਭੇਜਿਆ ਹੋਇਆ ਪਰਸਨਲੀ। ਮੈਂ ਹੁਣ ਦੁਬਾਰਾ ਭੇਜਦਾ। ਹਾਂਜੀ, ਮੈਂ ਭੇਜਦਾ ਹੁਣੇ।
हेलो डॉक्टर साहब। निशान जी मेरी आवाज आ रही है? बिल्कुल आ रही सर, बिल्कुल आ रही सर। स्टार्ट करो जी 9 o'clock। बस मैं एक सेकंड डॉक्टर साहब ਨੂੰ ਪੁੱਛ ਲਾਂ ਵੀ ਉਹਨਾਂ ਕੋਲੇ ਜੋਲ ਸਾਹਿਬ ਨੂੰ ਪਹੁੰਚ ਗਿਆ ਪਾਸਵਰਡ। ਨਹੀਂ ਬਾਪੂ ਜੀ ਛੋਟਾ ਭੇਜਿਆ ਮੈਂ ਹੁਣ ਆਪਣੇ ਨੰਬਰ ਤੋਂ ਪਰਸਨਲ। ਹੁਣੇ 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 ਨਹੀਂ ਉਹਦੇ ਚ ਜ਼ੂਮ ਲਿੰਕ ਲਿਖਿਆ ਹੁੰਦਾ ਜੀ, ਉਹਨੂੰ ਤੁਸੀਂ ਸਾਰਿਆਂ ਨੂੰ ਕਲਿੱਕ ਕਰੋ ਖੁੱਲ ਜਾਏਗਾ। पासवर्ड नहीं मांगता बापू जी, ज्वाइन विद वीडियो करो। निशान जी सर पासवर्ड नहीं मांग रहा हो, खाली क्लिक करना। सॉर्ट आउट करियो, ਉਹਨਾਂ ਦਾ ਨੰਬਰ ਹੈਗਾ ਤੁਹਾਡੇ ਕੋਲ? नहीं सर खाली क्लिक ही करना है, कुछ है नहीं ਉਹਦੇ ਚ। ਫਿਰ ਵੀ ਉਹਨਾਂ ਦਾ ਨੰਬਰ ਹੈਗਾ ਜੋਲ ਸਾਹਿਬ ਦਾ, ਤੁਸੀਂ ਕਰ ਲਿਓ ਸਾਈਡ ਤੇ ਹੋ ਕੇ। ਮੈਂ ਸ਼ੁਰੂ ਕਰਦਾ ਮੀਟਿੰਗ। ਕੋਈ ਨਹੀਂ। 98151। ਹਾਂ ਸਰ ਮੇਰੇ ਕੋਲ ਹੈਗਾ। ओके डॉक्टर विजय मल्होत्रा जी। डॉक्टर विजय मल्होत्रा जी वो डिस्कनेक्ट हो गया सर। अच्छा। भूपिंदर शर्मा जी आगे बलवीर। आगे पाल जी। डॉक्टर साहब आगे, डॉक्टर साहब डॉक्टर विजय मल्होत्रा जी। जब बच्चे की थकावट हो रही होती तो बाहर रेड लाइट जला रही है। मम्मी वो सेंसर है। डॉक्टर विजय मेरी आवाज सुन रहे हो? पूरा दिन वो जलते ही नहीं है। अनम्यूट करो डॉक्टर साहब, अनम्यूट करो। करता ठीक है। हाँ जी डॉक्टर साहब। हाँ वो बहुत बिजी रखता है अपने आप को, और वो आप पिछों आवाज़ां जिथों भी आ रही ने वो प्लीज शांत करो। डॉक्टर साहब मेरी आवाज़ां नहीं जी ਤੁਹਾਨੂੰ नहीं कह रहा, बाकी किधरों आ रही हैं। ओके ओके अच्छा डॉक्टर साहब मैं शुरू ਕਰਨ ਲੱਗਿਆ ਜੀ ਉਹੀ ਸੈਂਟੈਂਸ ਮੈਂ ਦੁਹਰਾਉਣਾ ਵੀ ਮਹਾਰਿਸ਼ੀਆਂ ਦੇ ਵਾਰਿਸ ਅਣਖੀ ਪੰਜਾਬੀਓ, ਇੱਕ ਵਿੱਤ ਭਵਿੱਖ ਲਈ ਆਪਣੇ ਪੁਰਖਿਆਂ ਦੀ, ਮਹਾਨ ਪੁਰਖਿਆਂ ਦੀ ਖਾਤਰ, ਆਪਣੇ ਆਉਣ ਵਾਲੇ ਬੱਚਿਆਂ ਦੀ ਖਾਤਰ, ਪਾਸਟ ਅਤੇ ਪੋਸਟੈਰਿਟੀ ਦੀ ਖਾਤਰ ਆਓ ਇੱਕ ਨਵੇਂ ਬੁਲੰਦ ਨਰੋਏ ਪੰਜਾਬ ਦਾ ਆਗਾਜ਼ ਕਰਨ ਲਈ ਚਿੰਤਨ ਮੰਥਨ ਕਰੀਏ। ਤੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਡਾਕਟਰ ਵਿਜੇ ਮਲਹੋਤਰਾ ਜੀ, ਜੋ ਬਹੁਤ ਪੁੰਨ ਦਾ ਕੰਮ ਕਰਦੇ ਨੇ ਤੇ ਮਲਹੋਤਰਾ ਲੈਬਸ ਦੇ ਓਨਰ ਨੇ, ਉਹਨਾਂ ਦਾ ਬਹੁਤ ਵੱਡਾ ਅਦਾਰਾ ਹੈ ਇੱਥੇ ਚੰਡੀਗੜ੍ਹ 'ਚ, ਉਹ ਤੁਹਾਨੂੰ ਸੰਬੋਧਨ ਕਰਨਗੇ। ਡਾਕਟਰ ਵਿਜੇ ਮਲਹੋਤਰਾ ਜੀ 10 ਮਿੰਟ ਦੇ ਦਿਓਗੇ? 5-7-10 ਮਿੰਟ ਬੋਲਣ ਵਾਸਤੇ? ਹਾਂਜੀ ਹੈਗੇ 7-8 ਮਿੰਟ। ਹਾਂਜੀ ਮੈਂ ਨਾ ਸਵੇਰੇ ਉੱਠਿਆ ਸੀਗਾ ਤੇ ਹਾਂਜੀ ਮੈਂ ਥੋੜੇ ਜਿਹੇ ਪੁਆਇੰਟ ਨੋਟ ਕੀਤੇ ਨੇ। ਬਹੁਤ ਅੱਛਾ ਡਾਕਟਰ ਸਾਹਿਬ, ਬੋਲ ਬੱਚੀ ਪਲੀਜ਼। ਵੈਲ ਸਾਰਿਆਂ ਨੂੰ ਮੇਰੀ ਗੁੱਡ ਮਾਰਨਿੰਗ। ਮੇਰਾ ਨਾਮ ਮਲਹੋਤਰਾ ਹੈ, ਦੱਸ ਦਿੱਤਾ ਇਹਨਾਂ ਨੇ। ਮੈਂ ਡਾਕਟਰ ਹਾਂ ਬਾਈ ਪ੍ਰੋਫੈਸ਼ਨ ਔਰ ਸਾਈਕੋਲੋਜਿਸਟ ਹੈਗਾ। ਇੱਕ ਮੈਡੀਕਲ ਡਾਇਗਨੋਸਟਿਕ ਰਨ ਕਰਦਾ ਚੰਡੀਗੜ੍ਹ ਦੇ ਵਿੱਚ। ਮੇਰੀ ਬਰੀਫ ਜੀ ਇੰਟਰੋਡਕਸ਼ਨ ਹੈ ਤੇ ਸ਼੍ਰੀ ਪੀਕੇ ਭਾਰਦਵਾਜ ਸਾਹਮਣੇ ਬੈਠੇ ਨੇ, ਬਹੁਤ ਦਿਨਾਂ ਇਹਨਾਂ ਨੂੰ ਜਾਣਦਾ। ਮਤਲਬ ਹੀ ਇਜ਼ ਜੈਮ ਆਫ ਏ ਪਰਸਨ। ਔਰ ਮੈਂ ਆਪਣੇ ਪੁਰਾਣੇ ਵਰਡ ਜਿਹੜੇ ਯਾਦ ਦੁਬਾਰਾ ਦੁਹਰਾਨਾ, ਆਈ ਮਸਟ ਸੇ ਦੈਟ ਇਹ ਹੈ ਔਰ ਰਹੇਗੀ ਪੰਜਾਬ ਦੀ ਗੁੱਡ ਲੱਕ ਦੈਟ ਇੰਨੇ ਜ਼ਿਆਦਾ ਵੋਲੰਟੀਅਰ along with Shri P.K. Bhardwaj have come forward to do good to the state. Ultimately ਇਹ ਚੀਜ਼ ਮੈਂ ਚਾਹਨਾ ਕਿ ਸਟੇਟ ਤੋਂ ਹਟ ਕੇ ਦੇਸ਼ ਤੱਕ ਜਾਵੇ, ਦੁਨੀਆ ਤੱਕ ਜਾਵੇ, ਬੜਾ ਅੱਛਾ ਹੋਏਗਾ। God bless all of us and everybody in fact. ਅੱਜ ਦਾ ਟੌਪਿਕ ਐਜੂਕੇਸ਼ਨ ਹੈਗਾ। Today's topic is education and I will just share a few of my personal observations in this regard. ਮੇਰੀ ਕੋਈ ਫਾਰਮਲ ਰੀਡਿੰਗ ਨਹੀਂ ਹੈਗੀ ਇਸ ਤੇ, ਪਰ ਜਿੰਨੇ ਦਿਨਾਂ ਤੋਂ ਮੈਂ ਦੇਖ ਰਿਹਾ ਹੈਗਾ, ਬੜੇ ਸਾਲ ਪਹਿਲੇ ਸ਼ਹਿਰਾਂ ਦੇ ਵਿੱਚ ਅਸੀਂ ਜਾਂਦੇ ਹੁੰਦੇ ਸੀਗੇ ਤੇ ਇੱਕ
ਉੱਥੇ ਨਾ ਪਬਲਿਕ ਲਾਇਬ੍ਰੇਰੀਜ਼ ਵੀ ਯੂਜ਼ਡ ਟੂ ਹੈਵ ਸੀ ਪਬਲਿਕ ਲਾਇਬ੍ਰੇਰੀਜ਼ ਮੋਸਟਲੀ ਰੈਕਟੈਂਗੂਲਰ ਸ਼ੇਪ ਦੇ ਸਿੰਗਲ ਰੂਮ ਹੁੰਦੇ ਸੀਗੇ ਜਿਹਦੇ ਬਾਹਰ ਲਿਖਿਆ ਹੁੰਦਾ ਸੀ ਪੁਸਤਕਾਲੇ ਐਵਮ ਵਾਚਨਾਲੇ। ਹੁਣ ਅੱਜ ਕੱਲ ਮੈਂ ਪੰਜਾਬ ਵਿੱਚ ਤੁਸੀਂ ਇਹ ਸਟਾਰਟ ਕੀਤਾ ਪਰ ਮੈਨੂੰ ਅੱਜ ਕੱਲ ਏਦਾਂ ਦੀ ਚੀਜ਼ਾਂ ਨਹੀਂ ਦਿਖਦੀਆਂ ਹੁਣ ਉਹਨਾਂ ਸ਼ਹਿਰਾਂ ਦੇ ਵਿੱਚ ਔਰ ਇਟ ਇਜ਼ ਅ ਗੁੱਡ ਸਟੈਪ ਟੇਕਨ ਬਾय ਬੁਲੰਦ ਪੰਜਾਬ ਫਾਊਂਡੇਸ਼ਨ ਟੂ ਕ੍ਰੀਏਟ ਐਂਡ ਰਨ ਸੱਚ ਪਲੇਸਿਸ। Another observation ਮੇਰੀ ਰਹੀ ਹੈਗੀ ਹੈ ਇਸ ਬਾਰੇ ਕਿ ਜਿਹੜੇ ਵੀ ਉਹ ਮਤਲਬ ਲਾਇਬ੍ਰੇਰੀਜ਼ ਹੁੰਦੇ ਸੀਗੇ ਉਹਨਾਂ ਦੇ ਵਾਚਨਾਲੇ ਮੀਨਸ ਨਿਊਜ਼ਪੇਪਰ ਰੀਡਿੰਗ ਔਰ ਮੈਗਜ਼ੀਨ ਰੀਡਿੰਗ ਸੈਕਸ਼ਨ। ਉੱਥੇ ਯੰਗਰ ਜਨਰੇਸ਼ਨ ਕਦੇ ਨਹੀਂ ਦਿਖਦੀ ਸੀ, ਆਮ ਤੌਰ ਤੇ 올ਡਰ ਜਨਰੇਸ਼ਨ ਜਿਹੜੀ ਹੁੰਦੀ ਸੀ ਉਹੀ ਬੈਠਦੀ ਸੀਗੀ। ਹੁਣ ਇਹ ਇੱਥੇ ਤੱਕ being a little critical now ਅੱਗੇ ਆਨਾ ਮੈਂ ਇੱਕ ਲੈਬੋਰੇਟਰੀ ਚਲਾਨਾ। ਆਈ ਐਮ ਰਨਿੰਗ ਅ ਲੈਬੋਰੇਟਰੀ which has employees which are technically educated। ਉਹਨਾਂ ਨੂੰ +2 ਤੋਂ ਬਾਅਦ ਕਈਆਂ ਨੇ 10ਵੀਂ ਤੋਂ ਬਾਅਦ ਡਿਪਲੋਮਾ ਕੀਤਾ ਹੁੰਦਾ ਹੈ ਔਰ ਕਾਫੀ ਸਾਰੇ ਨੇ BSc ਟੈਕਨੋਲੋਜੀ ਵੀ ਕੀਤੀ ਹੁੰਦੀ ਹੈ। ਉਹ ਜਦੋਂ ਆਉਂਦੇ ਨੇ of those people also ਕਿ ਇੰਟਰਵਿਊ ਦਿਓ ਜੀ ਹੁਣ ਤੁਸੀਂ ਬਿਲੀਵ ਮੀ ਉਹਨਾਂ ਨੂੰ ਬੇਸਿਕ ਨੌਲੇਜ ਵੀ ਨਹੀਂ ਹੁੰਦੀ ਕਿ ਮੈਡੀਕਲ ਲੈਬੋਰੇਟਰੀ ਸਾਇੰਸ ਕੀ ਹੈਗੀ ਹੈ। ਏਮ ਕੀ ਹੁੰਦਾ ਹੈ ਕਿ ਆਪਣਾ ਬਸ ਜੌਬ ਲੈ ਲਓ ਪਾਲਾਂਗੇ ਔਰ ਇਨ ਦਾ ਡਿਊ ਕੋਰਸ ਥੋੜਾ ਸਿੱਖੀ ਜਾਵਾਂਗੇ ਬਸ ਉਹ ਜਿਹੜਾ ਔਰ ਸਿੱਖਣਾ ਵੀ ਕਿੱਥੋਂ ਹੈ they will learn from their senior colleagues what senior colleagues will tell them ਕਿ ਆ ਕਰੋ ਉਹ ਕਰ ਦੇਣਗੇ। they will do that and they will not refer to books at all ਕਿ ਕਿਵੇਂ knowledge gain ਕਰੀ their skills in this regard not at all through books they will just verbally ਥੋੜਾ ਬਹੁਤ ਸਿੱਖ ਲਿਆ ਬਸ ਕੰਮ ਕਰੀ ਜੋ ਪੈਸੇ ਕਮਾਏ। ਇਹ ਏਮ ਹੈਗਾ ਉਹਨਾਂ ਦਾ ਅੱਜ ਕੱਲ ਦੀ ਯੰਗਰ ਜਨਰੇਸ਼ਨ ਦਾ। ਕਾਫੀ ਵਾਰੀ ਮੈਂ ਉਹਨਾਂ ਤੋਂ ਕਾਮਨ ਵਰਡਸ ਦੇ ਨਾ ਮੀਨਿੰਗ ਪੁੱਛਦਾ ਵੀ ਹਿੰਦੀ ਦੇ ਮੀਨਿੰਗ ਦੱਸੋ, ਇਹ ਵਾਲੇ ਵਰਡ ਦੱਸੋ ਹਿੰਦੀ ਦਾ ਕੋਈ ਇੰਗਲਿਸ਼ ਦਾ। ਮੋਸਟ ਆਫ ਦੀ ਲੋਕਾਂ ਨੂੰ ਮੀਨਿੰਗ ਨਹੀਂ ਪਤਾ ਹੁੰਦੇ। ਯੈਸ ਇਹ ਕਲੀਅਰਲੀ ਸ਼ੋ ਕਰਦਾ ਹੈ ਕਿ ਸਾਡੀ ਲੈਵਲ ਆਫ ਐਜੂਕੇਸ਼ਨ ਕੀ ਹੈਗਾ ਸਾਡੇ ਇੱਥੇ ਸਾਡੇ ਇੰਡੀਆ ਦੇ ਵਿੱਚ ਸਾਡੇ ਮਤਲਬ ਚਲੋ ਅਸੀਂ ਪੰਜਾਬ 'ਚ ਹੈਗੇ ਆ ਪੰਜਾਬ ਪਰ ਮੈਨੂੰ ਲੱਗਦਾ ਕਿਧਰੋਂ ਵੀ ਕੇਰਲ ਵਗੈਰਾ ਦੇ ਬੰਦੇ ਹੁੰਦੇ ਨੇ ਨਾ ਦੇ ਹੈਵ ਬੈਟਰ ਐਜੂਕੇਸ਼ਨ ਸਟੈਂਡਰਡ। ਯੈਸ ਹੁਣ ਇੱਕ ਗੱਲ ਦੱਸਦਾ ਇੱਕ ਹੋਰ ਜਿਹੜੇ ਹਾਇਰ ਐਜੂਕੇਸ਼ਨ ਜਿਹੜੇ ਮਤਲਬ ਪ੍ਰੋਫੈਸ਼ਨਲ ਐਜੂਕੇਸ਼ਨ ਹਾਇਰ ਐਜੂਕੇਸ਼ਨ ਜਿਹੜੇ ਇੰਸਟੀਟਿਊਸ਼ਨ ਦਿੰਦੇ ਨੇ ਨਾ ਉਹਨਾਂ ਚੋਂ ਬਹੁਤ ਸਾਰੇ ਮੈਨੀ ਆਫ them are private they generally give degrees and they do not give education। most important ਗੱਲ ਹੈ ਡਿਗਰੀਜ਼ ਤਾਂ ਦੇ ਦਿੰਦੇ ਨੇ ਫਟਾਫਟ ਉਹ ਲੇਕਿਨ ਐਜੂਕੇਸ਼ਨ ਨਹੀਂ ਹੁੰਦੀ ਉਹਨਾਂ ਲੋਕਾਂ ਨੂੰ ਮੋਸਟ। ਅੱਛਾ ਇਸ ਤੋਂ ਬਾਅਦ ਇੱਕ ਹੋਰ ਦੇਖੋ ਤੁਸੀਂ ਗਵਰਨਮੈਂਟ ਸਕੂਲਸ ਨੇ ਸਾਡੇ ਬੜੇ ਸਾਰੇ ਔਰ ਜਿਹੜੇ ਰਿਮੋਟ ਏਰੀਆਜ਼ ਦੇ ਮਿਨੀਮਲ ਐਜੂਕੇਸ਼ਨ ਪ੍ਰੋਵਾਈਡ ਕਰਦੇ ਨੇ। ਹੁਣ ਕੀ ਸਟੇਟ ਹੈਗਾ ਮੈਨੂੰ ਪਤਾ ਲੱਗਿਆ ਕਿ ਪੰਜਾਬ ਦਾ ਐਜੂਕੇਸ਼ਨ ਸਟੈਂਡਰਡ ਹੁਣ ਰੀਸੈਂਟਲੀ ਪਿਛਲੇ 3-4-5 ਸਾਲ ਤੋਂ ਵਧਿਆ ਹੈਗਾ। this is a good thing but ਮੈਨੂੰ ਜੋ ਮੈਂ ਦੇਖਣ ਚ ਆਇਆ ਬੜੀ ਜਗ੍ਹਾ ਤੇ ਜਿਹੜੇ ਰਿਮੋਟ ਏਰੀਆਜ਼ ਦੇ ਸਕੂਲ ਨੇ ਕੋਈ ਐਜੂਕੇਸ਼ਨ ਸਟੈਂਡਰਡ ਉੱਥੇ ਨਹੀਂ ਹੈਗਾ। ਹਾਲਾਂਕਿ ਸੈਲਰੀਜ਼ ਆਫ ਗਵਰਨਮੈਂਟ ਟੀਚਰਸ ਆਰ ਮਚ ਮੋਰ ਦੈਨ ਦੀ ਸੈਲਰੀਜ਼ ਆਫ ਪ੍ਰਾਈਵੇਟ ਸਕੂਲਸ। Education standards and other extracurricular activities the level of costly private schools is much more than government schools। yes ਅਸੀਂ aim ਕਰਨਾ ਹੈਗਾ ਕਿ ਕਿਵੇਂ ਅਸੀਂ government schools ਦੇ level of education or extracurricular activities games activities ਨੂੰ ਕਿਵੇਂ ਅਸੀਂ improve ਕਰੀਏ and ultimately bring the level of government schools at par with those good private schools। ਇਹ ਸਾਡਾ aim ਹੋਣਾ ਚਾਹੀਦਾ। ਇੱਕ ਹੋਰ ਪੁਆਇੰਟ ਮੈਂ ਦੱਸਦਾ ਤੁਹਾਨੂੰ ਮੇਰੀ ਵਾਈਫ ਫਿਜ਼ਿਕਸ ਦੀ ਟੀਚਰ ਹੈ ਐਂਡ ਸ਼ੀ ਟੀਚ ਇਨ ਅ ਵੈਰੀ ਗੁੱਡ ਪ੍ਰਾਈਵੇਟ 11ਵੀਂ 12ਵੀਂ ਨੂੰ ਪੜ੍ਹਾਉਂਦੇ ਨੇ। ਅੱਜ ਕੱਲ ਆਨਲਾਈਨ ਕਲਾਸਿਸ ਚਲਦੀਆਂ ਨੇ ਔਰ ਬੜੀ ਵਾਰੀ ਜਿਸ ਕਮਰੇ 'ਚ ਪੜ੍ਹਾ ਰਹੀ ਹੁੰਦੀ ਹੈ ਆਈ ਐਮ ਆਲਸੋ ਸਿਟਿੰਗ देयर ਐਂਡ ਸ਼ੀ ਇਜ਼ ਅ ਵੈਰੀ ਗੁੱਡ ਟੀਚਰ ਦੈਟ ਸ਼ੀ ਨੋਜ਼ ਫਾਰਮੂਲਾਜ਼ ਡੈਰੀਵੇਸ਼ਨਸ ਨਿਊਮੈਰੀਕਲਸ ਟਿਪਸ ਤੇ ਨੇ ਉਹਨਾਂ ਦੇ ਔਰ ਪੜ੍ਹਾ ਵੀ ਦਿੰਦੇ ਨੇ ਸਾਰਾ। ਲੇਕਿਨ ਇੱਕ ਚੀਜ਼ one thing I have observed ਕਿ whenever she teaches she knows these formulas she teaches these formulas very well but there is no knowledge being imparted as to practical applications of those plus derivations etc। practical applied knowledge ਬਿਲਕੁਲ ਨਹੀਂ ਦਿੱਤੀ ਜਾਂਦੀ। she also does not give any applied knowledge but ਹੱਟਾ ਲਵਾਈ ਜੋ ਪੈਨਾ ਕਰੀ ਜੋ। now ਅਸੀਂ ਕਰ ਕੀ ਸਕਦੇ ਹੈਗੇ ਆ ਇਸ ਬਾਰੇ what we can do about all this ਜੋ ਮੈਂ ਤੁਹਾਨੂੰ ਪੁਆਇੰਟ ਆਊਟ ਕੀਤਾ ਮੇਰੇ ਆਬਜ਼ਰਵੇਸ਼ਨ ਸੀਗਾ ਕੋਈ ਫਾਰਮਲ ਰੀਡਿੰਗ ਨਹੀਂ ਸੀਗੀ ਦੁਬਾਰਾ ਕਹਿ ਰਿਹਾ। political will be required in this always political because system ਸਾਡਾ ਇਸ ਤਰ੍ਹਾਂ ਦਾ ਹੈ ਕਿ political will required ਹੋ ਜਾਂਦੀ ਹੈ। so ਇਸ ਕਰਕੇ education standard of government and private costly schools at par
ਪਏਗਾ ਇਹਨਾਂ ਦਾ ਗੈਪ ਤਾਂ ਕਮ ਸੇ ਕਮ ਘਟੇਗਾ ਕਿ ਮਿਨੀਮਮ ਗੈਪ ਹੋਵੇ ਗਵਰਨਮੈਂਟ ਸਕੂਲ ਔਰ ਪ੍ਰਾਈਵੇਟ ਸਕੂਲਸ ਦੇ ਵਿੱਚ यूनिफॉर्म करनी पेगी। यूनिफॉर्म करनी पेगी। एम इज यूनिफॉर्म, एम इज इक्वल। कर की सकते हैं गवर्नमेंट बॉडीज ना रैंडम टेस्टिंग कर यानी कदे किसी क्लास दे टीचर मतलब किसी भी क्लास तो ले लो, प्राइवेट स्कूल दे बच्चे ले लो, देन टेक स्टूडेंट्स फ्रॉम गवर्नमेंट स्कूल्स आल्सो, उन्हां दी रैंडम टेस्टिंग करो, वर्बल टेस्टिंग करो, ओरल टेस्टिंग करो, वाइवा करो, रिटन टेस्ट करो, उन्हां दे रैंडम बिल्कुल चुन लो, रैंडमली चुन के and if the standard of any of the schools, any of the students comes below par, फिर वो टीचर्स दी एक्सप्लेनेशन होनी चाहिए है। एक्सप्लेनेशन तो बाद उन्हां टीचर्स नु किवें गाइड करना हैगा so that they can improve। और इस चीज दे विच स्ट्रिक्टनेस दी जरूरत है। स्ट्रिक्टनेस इज वेरी इंपॉर्टेंट फ्रॉम अबव गवर्नमेंट वालों। और गवर्नमेंट को इस वेले बड़ा थिंक टैंक अवेलेबल हुंदा है, लॉट ऑफ थिंक टैंक इज अवेलेबल विद द गवर्नमेंट टू ताकि स्टैंडर्ड ऑफ गवर्नमेंट स्कूल्स मूव कर सकते हैं। गवर्नमेंट कैन यूज दैट थिंक टैंक। बड़े आईएएस ऑफिसर ने, बड़े सारे लोग ने which have done lot of studies and they can do lot of things, है ना। ਹੁਣ ਇੱਕ ਦੂਜੀ ਗੱਲ ਹੈਗੀ ਹੈ ਐਗਜ਼ਾਮੀਨੇਸ਼ਨ ਸਿਸਟਮ ਆਫ ਪੋਸਟ ਮੈਟ੍ਰਿਕ ਐਂਡ ਪੋਸਟ +2 ਪ੍ਰੋਫੈਸ਼ਨਲ ਕੋਰਸਸ। ਇੱਥੇ ਐਗਜ਼ਾਮੀਨੇਸ਼ਨ ਸਿਸਟਮ ਦੀ ਇਵੈਲੂਏਸ਼ਨ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਸਟ੍ਰਿਕਟਨੈਸ ਚਾਹੀਦੀ ਹੈ ਤਾਂ ਕਿ ਐਨੀ ਸਟੂਡੈਂਟ ਔਰ ਪਰਸਨ ਹੂ ਕਮਸ ਆਊਟ ਆਫ ਥੀਸ institutions to work for should have बिल्कुल proper theoretical and practical background knowledge होनी चाहिए है। They should not be not knowing anything। ऐसा नहीं होना चाहिए कि उन्होंने कुछ नहीं आता। ਹੁਣ ਆਖਿਰ ਤੁਹਾਨੂੰ ਇੱਕ ਗੱਲ ਦੱਸਦਾ, ਹਾਲ ਤੋਂ ਤੁਸੀਂ ਧਿਆਨ ਰੱਖ ਲਿਆ ਹੋਵੇਗਾ ਇਸ ਗੱਲ ਦਾ ਕਿ ਪੁਸਤਕਾਲੇ ਔਰ ਵਾਚਨਾਲੇ ਜਿਹੜੇ ਤੁਸੀਂ ਖੋਲੋਗੇ, ਲਾਇਬ੍ਰੇਰੀਜ਼ ਐਂਡ ਰੀਡਿੰਗ ਪਲੇਸਿਸ ਵਿਚ ਯੂ ਵਿਲ ਓਪਨ, ਉਹਦੇ ਵਿੱਚ ਸਾਰੀ ਤਰ੍ਹਾਂ ਦੀ ਬੁੱਕਸ ਹੋਣੀਆਂ ਚਾਹੀਦੀਆਂ ਨੇ। देयर शुड बी सब्जेक्ट बुक्स, देयर शुड बी स्टोरी बुक्स, देयर शुड बी नॉवेल्स, एसेज, बायोग्राफीज, न्यूज़पेपर्स, मैगजीन्स एटसेट्रा, एवरीथिंग। और एक छोटी जी गल होर दसांगा, आई थिंक एडवरटाइजमेंट ਦਾ ਜ਼ਮਾਨਾ ਹੈਗਾ ਔਰ ਪੁਸਤਕਾਲੇ ਔਰ ਵਾਚਨਾਲੇ ਦੇ ਬਾਹਰ ਤੁਸੀਂ ਇਹ ਲਿਖੋਗੇ ਕਿ ਤੁਹਾਡੇ ਇਸ ਪੁਸਤਕਾਲੇ ਵਿੱਚ ਕਿਹੜੀ ਤਰ੍ਹਾਂ ਦੀ ਕਿਤਾਬ ਬਾਹਰੋਂ ਹੀ ਪੜ੍ਹ ਕੇ ਸਭ ਨੂੰ ਪਤਾ ਲੱਗ ਜਾਏ ਕਿ ਕਿਹੜੀਆਂ ਕਿਤਾਬਾਂ ਹੈਗੀਆਂ ਨੇ ਇੱਥੇ, ਸੋ ਦੈਟ ਦੇ ਕੈਨ, ਹੈ ਨਾ। ਔਰ ਇੱਕ ਗੱਲ ਹੋਰ ਹੈਗੀ ਹੈ ਗਵਰਨਮੈਂਟ ਔਰ ਐਨਸੀਈਆਰਟੀ ਲੈਵਲ ਤੇ, ਜਿਹੜੀ ਐਨਸੀਈਆਰਟੀ ਦੀ ਗਵਰਨਮੈਂਟ ਮਤਲਬ ਸ਼ੁੱਡ ਇਨਸ਼ੋਰ ਕਿ ਸਕੂਲਾਂ ਦੇ ਵਿੱਚ ਪ੍ਰੈਕਟੀਕਲੀ ਓਰੀਐਂਟਡ ਸਟੱਡੀ ਹੋਵੇ ਫਰਮ ਦ ਕਲਾਸ ਜੂਨੀਅਰ ਕਲਾसेस ਆਲਸੋ, ਫਰਮ ਦ ਸਕੂਲ ਇਨੀਸ਼ੀਅਲ ਕਲਾसेस ਆਲਸੋ। ਔਰ मतलब lot of practical activities arrange होनियां चाहिए ने। teachers should arrange बहुत सारियां practical activities arrange करन तो सीखना, studies will become interesting, they will know more, है ना। ऐदा दा कुछ करनगे मतलब it will need detailed hard work, but I think it is required and it is government can do it। we can initiate government, we can force government to do it by giving repeated applications, repeated requests, or we can have discussions, public private discussions ho sakti hain is level te। बहुत अच्छा, let us do। और thank you very much for listening to me। नहीं डॉक्टर साहब 5 मिनट होर लाओ ਤੁਸੀਂ ਕੋਈ ਨਾ। ਬਹੁਤ ਅੱਛਾ। ਮੈਂ ਪਤਾ ਕਿ ਮੈਂ ਇੰਨਾ ਸਾਰਾ ਲਿਖਿਆ ਸੀਗਾ, ਤੁਸੀਂ ਬਸ ਕਰਨ ਲੋੜ ਇਹੀ ਹੈਗੀ ਹੈ ਕਿ ਲੋਕ ਮਤਲਬ ਸਾਡਾ ਐਜੂਕੇਸ਼ਨ ਸਟੈਂਡਰਡ ਦੇ ਵਿੱਚ मैं आज एक और गल दसदा, मैं अपनी वाइफ ਨੂੰ ਅੱਜ ਪੁੱਛਿਆ ਕਿ what is the meaning of watch। ਹਾਂਜੀ, ਨਹੀਂ ਪਤਾ। ਬਹੁਤ ਲੋਕਾਂ ਨੂੰ ਮੈਂ ਆਪਣੇ ਲੈਬ ਦੇ ਵਿੱਚ ਬੜੇ ਲੋਕਾਂ ਨੂੰ ਪੁੱਛਿਆ ਕਿ ਇਹਦਾ ਮੀਨਿੰਗ ਦੱਸੋ, ਫਿਰ ਸਾਰਿਆਂ ਨੂੰ ਬੁਲਾ ਕੇ ਕਈ ਵਾਰੀ ਸਮਝਾਉਣਾ ਕਿ ਆ ਮੀਨਿੰਗ ਹੈਗਾ, ਐਦਾਂ ਕਰਿਆ ਕਰੋ। ਬਟ ਆਬਜ਼ਰਵੇਸ਼ਨ ਮੇਰੀ ਤੁਸੀਂ ਘਰੇ ਬਚ ਕੇ ਰਹੋ, ਰੋਟੀ ਪਾਣੀ ਦਾ ਪ੍ਰਬੰਧ ਕਰਿਓ। ਤੇ ਪਰ ਨਾ रिक्वायर्ड यही हैगा कि लोकी फ्रॉम ग्राउंड लेवल, और हर चीज वास्ते ना दो चीज़ां हुंदियां ने जो ऑब्जर्व। एक हमेशा मतलब किसी चीज ਨੂੰ ਇੰਪਰੂਵ ਕਰਨਾ ਹੋਵੇ ਨਾ ਤਾਂ ਹਾਇਰ ਲੈਵਲ ਤੋਂ, ਮੈਂ ਪਹਿਲੇ ਵੀ ਲਿਖਿਆ ਵੀ ਸੀਗਾ ਕਿ ਗਵਰਨਮੈਂਟ ਕਿਸੇ ਤਰ੍ਹਾਂ ਮੰਨ ਲਓ ਕਰਪਸ਼ਨ ਘਟਾਣੀ, ਤੁਸੀਂ ਇਹ ਕਰਨੇ ਹੈਗੇ ਨੇ ਰੋਡ ਲਾਅ अच्छे करने ने, ਤੁਸੀਂ ਉਹਨਾਂ ਨੂੰ ਇੰਪਲੀਮੈਂਟ ਅੱਛੀ ਤਰ੍ਹਾਂ ਕਰਾਣਾ ਹੈ, ਦੈਨ करना की पेगा गवर्नमेंट लेवल ते स्ट्रिक्टनेस चाहिए होगी। गवर्नमेंट
ਹਾਇਰ ਅਥਾਰਟੀਜ਼ ਸਟ੍ਰਿਕਟਨੈਸ ਲਿਆਉਣਗੀਆਂ, ਜੂਨੀਅਰ ਆਪਣੇ ਜੂਨੀਅਰ ਬੰਦਿਆਂ ਨੂੰ ਕਹਿਣਗੀਆਂ ਕਿ ਤੁਸੀਂ ਸਟ੍ਰਿਕਟ ਹੋ ਜਾਓ, ਇਹ ਹੋ ਜਾਓ, ਔਰ ਸਟ੍ਰਿਕਟਨੈਸ ਕਰਨ ਦੇ ਤਰੀਕੇ ਲੱਭਣਗੇ, ਸੀਸੀਟੀਵੀ ਕੈਮਰਾਸ ਆਣਗੇ ਤਾਂ ਕਿ ਕਰਪਸ਼ਨ ਨਾ ਹੋਵੇ, ਬ੍ਰਾਈਬਰੀ ਨਾ ਹੋਵੇ, ਇਹ ਨਾ ਹੋਵੇ, ਉਹ ਨਾ ਹੋਵੇ। ਸਾਰਾ ਕੁਝ ਕਰਕੇ ਉੱਥੋਂ ਸਟ੍ਰਿਕਟਨੈਸ ਲਿਆਓ ਕਿ ਕੋਈ ਸੜਕ ਦੇ ਰੂਲ ਨਾ ਤੋੜੇ। ਔਰ ਦੂਸਰੀ ਗੱਲ ਹੈ, ਦੂਸਰੇ ਪਾਸੋਂ ਗਵਰਨਮੈਂਟ ਸਕੂਲਾਂ ਤੋਂ ਸ਼ੁਰੂ ਹੋ ਜਾਓ, ਪਹਿਲੀ ਕਲਾਸ ਤੋਂ, ਫਸਟ ਤੋਂ ਸਟਾਰਟ ਫਰਮ ਕਲਾਸ 1 ਐਂਡ ਬ੍ਰਿੰਗ ਇੰਟਰਸਟਿੰਗ ਲੈਕਚਰਸ। ਕਿਸੇ ਤਰ੍ਹਾਂ ਕਦੇ ਕੋਈ ਪ੍ਰੈਕਟੀਕਲ ਦਿਓ, ਕਦੇ ਕਿਸੇ ਟ੍ਰੈਫਿਕ ਪਾਰਕ ਵਿੱਚ ਲੈ ਕੇ ਜਾਓ, ਇੱਥੇ ਲੈ ਕੇ ਜਾਓ, ਉੱਥੇ ਲੈ ਕੇ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕਰੋ, ਮੇਕ ਇਟ ਇੰਟਰਸਟਿੰਗ। ਸੇਮ ਅਬਾਊਟ ਕਲੀਨਲੀਨੈਸ, ਕਿਸੇ ਨੇ ਕਲੀਨਲੀਨੈਸ ਕਰਨੀ ਹੈ, ਜੇ ਕੋਈ ਗੰਦ ਪਾਉਂਦਾ ਹੈਗਾ, ਗਵਰਨਮੈਂਟ ਸ਼ੁੱਡ ਟੇਕ ਐਕਸ਼ਨ। ਬੱਚਿਆਂ ਵੱਲੋਂ ਮਤਲਬ ਸਟੱਡੀ ਸਟਾਰਟ ਕਰੋ। ਸੋ ਦਿਸ ਇਜ਼ ਦੀ ਵੇ। ਇੱਕ ਐਜੂਕੇਸ਼ਨ ਇੰਪਰੂਵ ਕਰਨੀ ਸ਼ੁਰੂ ਕਰ ਦੋ, ਉਧਰੋਂ ਸਟ੍ਰਿਕਟਨੈਸ ਕਰ ਦੋ। ਓਵਰ ਦ ਇਅਰਸ 5 10 15 ਇਅਰਸ ਦੇ ਵਿੱਚ ਯੂ ਵਿਲ ਸੀ ਰਿਜ਼ਲਟ। ਇੱਕ ਓਵਰਨਾਈਟ ਰਿਜ਼ਲਟ ਨਹੀਂ ਮਿਲਣਗੇ ਤਾਂ ਵੀ ਤੁਹਾਨੂੰ। ਓਵਰਨਾਈਟ ਰਿਜ਼ਲਟ ਵਾਸਤੇ ਸਟ੍ਰਿਕਟਨੈਸ ਹੋ ਗਈ। ਐਜੂਕੇਸ਼ਨ ਕਰਦੇ ਕਰਦੇ ਇਟ ਵਿਲ ਬਿਕਮ ਅ ਹੈਬਿਟ ਆਫ ਦ ਪੀਪਲ। ਲੋਕਾਂ ਨੂੰ ਇਸ ਗੱਲ ਦੀ ਕਿ ਦੇ ਹੈਵ ਟੂ ਫੋਲੋ ਸੱਚ ਸਿਵਿਕ ਰੂਲਸ, ਦੇ ਹੈਵ ਟੂ ਲਿਵ ਲਾਈਕ ਦਿਸ। ਮਤਲਬ ਇਹ ਚੀਜ਼ ਇਸ ਤਰ੍ਹਾਂ ਕਰਨੀ ਹੈਗੀ ਹੈ। ਤਾਂ ਲੋਕਾਂ ਨੂੰ ਅਸੀਂ ਏਮ ਇਹ ਰੱਖਣਾ ਹੈਗਾ ਕਿ ਸਾਰਾ ਕੁਝ ਠੀਕ ਵੀ ਹੋਵੇ ਔਰ ਲੋਕਾਂ ਨੂੰ ਰਿਫਲੈਕਸ ਹੋ ਜਾਏ ਆਪਣਾ। ਬਟ ਇਟ ਇਜ਼ ਅ ਰਿਫਲੈਕਸਲੀ ਸਾਰੀਆਂ ਚੀਜ਼ਾਂ ਠੀਕ ਹੋਣੀਆਂ ਸ਼ੁਰੂ ਹੋ ਜਾਣ। ਉਹ ਐਜੂਕੇਸ਼ਨ ਦੇ ਨਾਲ ਆਉਣਗੀਆਂ, ਸਟ੍ਰਿਕਟਨੈਸ ਦੇ ਨਾਲ ਹੁਣ ਇਮੀਡੀਏਟਲੀ ਥੋੜਾ ਠੀਕ ਹੋਣਾ ਸ਼ੁਰੂ ਹੋ ਜਾਏਗਾ। ਜਿੱਦਾਂ ਹੁਣ ਚੰਡੀਗੜ੍ਹ ਹੁਣ ਕਹਿੰਦੇ ਨੇ, ਮੈਂ ਪੜ੍ਹ ਰਿਹਾ ਸੀਗਾ, ਪਾਇਆ ਸੀਗਾ ਕਿ ਚੰਡੀਗੜ੍ਹ ਪਲਾਸਟਿਕ ਇਜ਼ ਬੈਂਡ। ਹੁਣ ਕਿਸੇ ਵੀ ਕੂੜੇ ਦੇ ਢੇਰ ਦੇ ਸਾਹਮਣੇ ਜਾ ਕੇ ਖੜੇ ਹੋ ਨਾ, ਤਾਂ ਮੋਸਟ ਆਫ ਦ ਕੂੜਾ ਦੈਟ ਇਜ਼ ਸੀਨ ਇਜ਼ ਪਲਾਸਟਿਕ। ਯੈਸ, ਦੈਟ ਮੀਨਸ ਗਵਰਨਮੈਂਟ ਵੱਲੋਂ ਸਟ੍ਰਿਕਟਨੈਸ ਨਹੀਂ ਹੈਗੀ ਹੈ, ਐਜੂਕੇਸ਼ਨ ਵੀ ਨਹੀਂ ਹੈਗੀ ਹੈ। ਪੜ੍ਹਾ ਤਾਂ ਦਿੰਦੇ ਨੇ, ਚੈਪਟਰ ਤਾਂ ਹੁੰਦਾ ਹੈ ਕਿ ਨਾਨ ਡਿਗਰੇਡੇਬਲ ਬਾਇਓਮੈਡੀਕਲ ਵੇਸਟ ਕਿੱਦਾਂ ਦੀ ਹੁੰਦੀ ਹੈ, ਲੇਕਿਨ ਉਹਨੂੰ ਕਿਵੇਂ ਅਸੀਂ ਪ੍ਰੈਕਟੀਕਲੀ ਦਿਖਾਣਾ ਹੈਗਾ, ਕਿਵੇਂ ਕਰਨਾ ਹੈ। ਆਪਣੇ ਸਕੂਲ ਵਿੱਚ ਹੀ ਏਦਾਂ ਦੀ, ਜਿਸ ਸਕੂਲ ਵਿੱਚ ਪੜ੍ਹਾ ਰਹੇ ਨੇ ਵਿੱਚ ਪਲਾਸਟਿਕ ਨਹੀਂ ਯੂਜ਼ ਹੋਏਗਾ ਤਾਂ ਬੱਚੇ ਖੁਸ਼ ਹੋਣਗੇ। ਪੀਪਲ ਵਿਲ ਨੋ, ਚਿਲਡਰਨ ਵਿਲ ਨੋ ਵਾਟ ਇਜ਼ ਇਟ ਇਜ਼। ਸੋ ਮਾਈ ਥਿੰਕਿੰਗ ਕਿ ਅਸੀਂ ਦੋ ਲੈਵਲ ਤੋਂ ਸਟਾਰਟ ਕਰੋ, ਐਜੂਕੇਸ਼ਨ ਦੇ ਲੈਵਲ ਤੋਂ ਵੀ ਸਟਾਰਟ ਕਰੋ ਔਰ ਹਾਇਰ ਲੈਵਲ ਤੋਂ ਵੀ ਸਟਾਰਟ ਕਰੋ। ਇੱਕ ਪਾਸੋਂ ਸਟ੍ਰਿਕਟਨੈਸ, ਇੱਕ ਪਾਸੋਂ ਐਜੂਕੇਸ਼ਨ, ਐਂਡ ਮੇਕ ਇਟ ਇੰਟਰਸਟਿੰਗ। ਐਜੂਕੇਸ਼ਨ ਨੂੰ ਪ੍ਰੈਕਟੀਕਲ ਔਰ ਬਾਅਦ ਨਾ ਐਜੂਕੇਸ਼ਨ ਇੰਟਰਸਟਿੰਗ ਹੋ ਜਾਂਦੀ। ਬਿਲਕੁਲ। I think that's enough for me for today. So ਥੈਂਕ ਯੂ ਡਾਕਟਰ ਸਾਹਿਬ। ਜਿਹੜੀ ਸੈਲਫ ਇੰਪਲੋਏਬਿਲਟੀ ਹੈ ਬੱਚੇ ਦੀ, ਉਹ +2 ਤੱਕ ਦੇ ਲੈਵਲ ਤੇ ਹੋ ਜਾਣੀ ਚਾਹੀਦੀ ਹੈ, ਉਹ ਆਪਣਾ ਕੋਈ ਕੰਮ ਕਰ ਸਕੇ। ਹਾਂ, ਮੈਨੂੰ ਲੱਗਦਾ ਗਵਰਨਮੈਂਟ ਸ਼ਾਇਦ ਇੰਪਲੀਮੈਂਟ ਕਰ ਰਹੀ ਹੈ ਇਦਾਂ ਦੀ। ਗਵਰਨਮੈਂਟਾਂ ਬਹੁਤ ਘੱਟ ਕੁਝ ਕਰ ਰਹੀਆਂ ਨੇ, ਇਸੇ ਕਰਕੇ ਗਰੁੱਪ ਬਣਾਉਣ ਦੀ ਲੋੜ ਪਈ ਹੈ ਡਾਕਟਰ ਸਾਹਿਬ। ਉਹਨਾਂ ਤੋਂ ਹੋ ਨਹੀਂ ਪਾ ਰਿਹਾ। ਹਾਂਜੀ, ਉਹ ਆਪਣੀ ਪੋਲਿਟਿਕਸ ਚੋਂ ਨਹੀਂ ਨਿਕਲ ਪਾ ਰਹੇ। ਪੋਲਿਟਿਕਸ, ਕਾਸਟ ਪੋਲਿਟਿਕਸ, ਮਤਲਬ ਹੁੰਦਾ ਬਾਰੇ ਦੱਸਦਾ। ਪਹਿਲੇ ਕਿਸੇ ਵੇਲੇ ਕਾਸਟ ਸਿਸਟਮ ਸੀਗਾ ਤਾਂ ਹੁਣ ਇੱਕ ਚੇਂਜ ਗੱਲ ਹੋ ਗਈ ਵੀ ਪੰਡਿਤ ਅਲੱਗ ਹੁੰਦੇ ਸੀ, ਇਹ ਅਲੱਗ ਹੁੰਦੇ ਸੀ, ਮਤਲਬ ਸ਼ੂਦਰ ਅਲੱਗ ਹੁੰਦੇ ਸੀ, ਅਲੱਗ। ਤੇ ਐਜੂਕੇਸ਼ਨ ਵਾਸ ਲਿਮਿਟਡ ਟੂ ਦ ਮਤਲਬ ਦੈਟ ਕਲਾਸ, ਮਤਲਬ ਬਾਕੀ ਐਜੂਕੇਸ਼ਨ ਨਹੀਂ ਹੁੰਦੀ ਸੀ ਇਤਨੀ ਜ਼ਿਆਦਾ। ਅੱਜ ਕੱਲ ਤਾਂ ਫੈਸਿਲਿਟੀ ਹੈ, ਐਵਰੀਬਡੀ ਹੈਜ਼ ਇਕੁਅਲ ਓਪਰਚੁਨਿਟੀ ਕਿ ਐਜੂਕੇਸ਼ਨ ਕਰਨ ਵਾਸਤੇ। ਮਤਲਬ ਐਵਰੀਥਿੰਗ ਇਜ਼ ਸੇਮ ਫॉर एवरीबॉडी। ਜਿਹੜਾ ਬੰਦਾ ਲਏਗਾ ਉਹ ਅੱਗੇ ਜਾਏਗਾ। ਬਿਲਕੁਲ ਡਾਕਟਰ ਸਾਹਿਬ। ਡਾਕਟਰ ਸਾਹਿਬ ਬਹੁਤ ਅੱਛਾ ਤੁਸੀਂ ਬੋਲੇ, ਬਹੁਤ ਵਧੀਆ ਤੁਸੀਂ ਆਗਾਜ਼ ਕੀਤਾ, ਸ਼ੁਰੂਆਤ ਕੀਤੀ। ਪ੍ਰੈਕਟੀਕਲ ਰੈਲੇਵੈਂਸ ਦੀ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ, ਉਹ ਹੋਣੀ ਚਾਹੀਦੀ ਹੈ, ਗਰਾਊਂਡ ਰਿਐਲਿਟੀਜ਼ ਦੇ ਮੁਤਾਬਕ ਹੋਣੀ ਚਾਹੀਦੀ। ਯੂਨੀਫਾਰਮ ਦੀ ਗੱਲ ਕੀਤੀ, ਫਰੋਮ ਹਾਇਰ ਲੈਵਲ ਇੰਪਰੂਵਮੈਂਟ ਦੀ ਗੱਲ ਹਮੇਸ਼ਾ ਠੀਕ ਹੈ। ਪੁਸਤਕਾਲਿਆ ਤੇ ਵਾਚਨਾਲਿਆ, ਮੈਨੂੰ ਲੱਗਦਾ ਅਸੀਂ ਬਹੁਤ ਲੰਬਾ ਸਫ਼ਰ ਤੈਅ ਕਰ ਲਿਆ। ਅੱਜ ਤੁਸੀਂ ਹਾਜ਼ਰੀ ਲਵਾਈ, ਬਹੁਤ ਅੱਛਾ ਹੋਇਆ। ਤੇ ਬਿਨਾਂ ਕੋਈ ਪੈਸਾ ਖਰਚੇ, ਬਿਨਾਂ ਕੋਈ ਪੈਟੀ ਪੋਲਿਟਿਕਸ ਦੇ, ਬਿਨਾਂ ਕਿਸੇ ਕੰਟਰੋਵਰਸੀ ਦੇ, ਬਿਨਾਂ ਕਿਸੇ ਨੈਗੇਟਿਵਿਟੀ ਦੇ ਅਸੀਂ ਬਹੁਤ ਦੂਰ ਤੱਕ ਆ ਗਏ। ਤੇ ਮੈਂ ਆਪਣੇ ਆਈਫੋਨ ਤੋਂ ਹੀ, ਬਿਨਾਂ ਲੈਪਟਾਪ ਤੋਂ ਵੀ ਮੈਂ ਤੁਹਾਨੂੰ ਅਟੈਂਡ ਕਰਦਾ ਹਮੇਸ਼ਾ। ਆਈਫੋਨ ਤੋਂ ਹੀ ਮੈਂ ਸੋਚ ਰਿਹਾ ਸੀ ਵੀ ਇੱਥੇ ਤੱਕ ਅਸੀਂ ਆ ਗਏ। ਵਾਰ-ਵਾਰ ਸਰ ਕੇ ਦੇਖਦਾ ਕੌਣ ਹੈ। ਤੇ ਬਹੁਤ ਅੱਛਾ ਲੱਗਿਆ ਡਾਕਟਰ ਸਾਹਿਬ, ਮਿਹਰਬਾਨੀ। ਮਿਹਰਬਾਨੀ ਡਾਕਟਰ ਸਾਹਿਬ। ਮੈਂ ਅਗਲੇ ਸਪੀਕਰ ਸਾਡੇ ਕੋਲ ਮੈਡਮ ਹੈਗੇ ਪ੍ਰਨੀਤ ਬੱਬਰ ਜੀ। ਮੈਂ ਡਾਕਟਰ ਜੌਲ ਜੀ ਤੋਂ ਪਹਿਲਾਂ, ਬਾਪੂ ਜੌਲ ਤੋਂ ਪਹਿਲਾਂ ਉਹਨਾਂ ਨੂੰ ਕਹੂੰਗਾ ਵੀ 2 ਮਿੰਟ ਲੈਣ, ਜਿੰਨਾ ਮਰਜ਼ੀ ਸਮਾਂ ਲੈਣ। ਡਾਕਟਰ ਪ੍ਰਨੀਤ ਬੱਬਰ ਜੀ, ਲਾਇਬ੍ਰੇਰੀਅਨ। ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੁੱਡ ਮਾਰਨਿੰਗ।
Malhotra Saab, it was really, really interesting listening to you, and everything you have said is so valid. I had brought these issues up about people, employability. When you have them, they say they're educated, but actually, when it comes down to it, there's really nothing that they can offer. That's so, so true. I have taken on the responsibility of collect for the organization, for all the libraries that we are planning to put together. And I have made notes of what you have mentioned about the magazines and the newspapers along with the book. And that's a very good idea because that keeps the children going back for an everyday update. Yes. I also want to bring up here that in a conversation with Nishant, who is also on this call, Nishant had mentioned that we should have in these libraries have things like computers. There are so many books that are now ebooks. Yes. Right. And Yes. then the children have access to so much more than we can even collect in these libraries. And that I thought was a very, very good idea. I have noted that. But on the larger front, this is only regarding the library aspect, the books, the magazines, as you mentioned, newspapers. I also have spoken to the district librarian in Patiala, who reiterated the point that I had made the first meeting I attended about having a person there who will be instrumental in bringing the children or the community to the library to get them to use the library, because without the use of the library, it's a dead space. We need somebody, a very important binding factor for the community to use this community center, as Nishant mentioned, which I think is a great idea. With regards to educational reform, mentioned, I can't stress enough that, the reform is, absolutely important right now for the success of our state and our society. Right now, we have come into a very huge, very deep rot. There is, there are children who are finishing schools with very little knowledge, practical and other, to which if as a body we can work towards improving this, we will be doing the best service to society. Yes. So these are just eight that I have, G. You can pass it on to anybody else who has something to say. ਥੈਂਕ ਯੂ ਮੈਡਮ ਬੱਬਰ, ਤੁਸੀਂ ਜ਼ਿੰਮੇਵਾਰੀ ਲਈ ਹੈ ਬੁੱਕ ਬੈਂਕ ਬਣਾਉਣ ਦੀ। ਮੈਂ ਥੋੜਾ ਜਿਹਾ ਪੰਜਾਬੀ ਚ ਦੱਸ ਦਿਆਂ। ਹਾਂਜੀ ਹਾਂਜੀ ਪਲੀਜ਼। ਇਹ ਬੁੱਕ ਲਿਸਟ ਆਪਾਂ ਨੇ ਤਿਆਰ ਕਰਨੀ ਹੈ, ਵੀ ਬੁੱਕਸ ਦੀ ਲਿਸਟ ਵੀ ਕਿਹੜੀਆਂ ਇੰਪੋਰਟੈਂਟ ਬੁੱਕਸ ਲਾਜ਼ਮੀ ਹੋਣੀ ਚਾਹੀਦੀਆਂ ਨੇ ਲਾਇਬ੍ਰੇਰੀ ਚ, ਜੋ ਅਸੀਂ ਰਿਵਾਈਵ ਕਰਾਂਗੇ। ਤੇ ਉਹਦੇ ਲਈ ਜੰਗ ਬਹਾਦਰ ਗੋਇਲ ਜੀ ਨੂੰ ਵੀ ਮੈਂ ਬੇਨਤੀ ਕੀਤੀ ਹੋਈ ਹੈ, ਤੇ ਹੋਰ ਵੀ ਪ੍ਰੋਫੈਸਰਾਂ ਨੂੰ, ਵਿਦਵਾਨਾਂ ਨੂੰ ਬੇਨਤੀ ਕੀਤੀ ਹੈ। ਤੇ ਥੈਂਕ ਯੂ ਵੈਰੀ ਮਚ ਮੈਡਮ ਬੱਬਰ। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਇਹ ਗੱਲ ਐਡ ਕਰਦੇ ਆ ਪਲੀਜ਼। ਹਾਂਜੀ ਹਾਂਜੀ ਪਲੀਜ਼ ਡਾਕਟਰ ਸਾਹਿਬ। ਇੱਕ ਲਾਈਬ੍ਰੇਰੀਆਂ ਚਾਹੀਦੀਆਂ ਨੇ ਬੁੱਕ, ਦਿਸ ਇਜ਼ ਵਨ ਐਸਪੈਕਟ, ਬਟ ਮੇਕ ਦ ਲਾਈਬ੍ਰੇਰੀ ਮੋਰ ਇੰਟਰਸਟਿੰਗ, देयर शुड बी मोर ਵੈਰਾਈਟੀ ਆਲਸੋ। ਹਾਂਜੀ, ਸਾਰੇ ਤਰ੍ਹਾਂ ਦੀ ਬੁੱਕਸ ਹੋਣੀਆਂ ਚਾਹੀਦੀਆਂ ਨੇ, ਕੋਈ ਗੱਲ ਨਹੀਂ। ਹਾਂਜੀ, ਬੁੱਕਸ ਲਾਜ਼ਮੀ ਕਰ ਲਓ, ਬਟ ਮੋਰ ਵੈਰਾਈਟੀ, more people to the place to read books, और book issue ਕਰਨ ਦਾ ਸਿਸਟਮ ਥੋੜਾ ਜਿਹਾ ਕਿੱਦਾਂ ਕਰਨਾ ਹੈ, ਕੀ ਕਰਨਾ ਹੈਗਾ, ਤਾਂ ਕਿ ਕੋਈ ਘਰ ਜਾ ਕੇ, ਮਤਲਬ ਲੋਕੀ ਲਾਇਬ੍ਰੇਰੀ ਦੇ ਵਿੱਚ ਆ ਕੇ ਨਾ ਕਿਤਾਬਾਂ ਪੜ੍ਹਦੇ ਨਹੀਂ ਜ਼ਿਆਦਾ, ਮੈਗਜ਼ੀਨਸ ਵਗੈਰਾ ਤਾਂ ਪੜ੍ਹ ਲੈਂਦੇ ਨੇ, ਕੁਝ ਲੋਕ ਪੜ੍ਹਦੇ ਹੋਣਗੇ, ਪਰ ਏਦਾਂ ਦੀ ਜੇ ਇਸ਼ੂ ਕਰ ਦਿੱਤੀ ਜਾਏਗੀ ਬੁੱਕ ਵੀ 2 ਦਿਨ ਵਾਸਤੇ 3 ਦਿਨ ਵਾਸਤੇ ਇੱਕ ਰੂਲ ਜਿਹਾ ਬਣਾ ਦਿੱਤਾ ਜਾਏ ਇਸ ਤਰ੍ਹਾਂ, ਆਈ ਥਿੰਕ ਸੋ ਹੈਲਪ। ਮੈਨੂੰ ਨਹੀਂ ਲੱਗਦਾ ਕਿ will ਲਿਜਾ ਕੇ ਆਪਣੇ ਘਰ ਹੀ ਰੱਖ ਲੈਣਗੇ, ਇਦਾਂ ਨਹੀਂ ਕਰਨਗੇ। they will come and return, one who comes to the right, and we'll come and return the book to the library. But I really liked your idea about having the reading room, because when you have a reading room, the person who is instrumental there, the librarian, Kelo, whoever is in charge, can ensure that they are actually reading. There's a certain level of depth with which they are reading, whether it's a news or a magazine, whatever. And that, in terms of, you can have, so aside from the children, also we must have the adults come in.
Yes. Let them also be, especially the mothers, when they understand the importance of a place like this, they will encourage the children to come back. So Yes. it needs to be a community center. We need to create interest for the community to start coming there, because right now, as we've all heard, the education system is at the lowest level it's ever been. There's no interest in reading and books. So the bottom first activity is creating that interest in the community. Yes. Then we can move forward, whether it's through newspapers, whether it's through plays, whether it's through magazines, whatever the activity. But first step is getting the people in, creating activities that they will enjoy, and then we can take it further from there. Part is very important. Practical applied activity parts will become. Absolutely, Ji. Yes, yes. You are so right, Ji. So thank you. ਅੱਛਾ, ਮੋਬਾਈਲ ਲਾਇਬ੍ਰੇਰੀ ਦਾ ਕਨਸੈਪਟ ਵੀ ਹੈਗਾ। ਇੱਕ NRI ਨੇ ਸਾਨੂੰ ਹਾਮੀ ਭਰੀ ਹੈ, ਉਹ ਪਟਿਆਲੇ 'ਚ ਪਹਿਲਾਂ ਚਲਾਉਂਦੇ ਸੀ, ਉਹ ਵੀ ਚਲਾਉਣਗੇ। ਤੇ ਮਿੰਨੀ ਲਾਇਬ੍ਰੇਰੀਜ਼ ਵੀ ਹੈਗੀਆਂ, ਛੋਟੇ ਛੋਟੇ ਬੈਂਕ ਬਣਾ ਲੈਣਗੇ। ਉਹ ਆਪਣੇ ਆਪ ਬੰਦਾ ਆਇਆ ਕਰੇਗਾ, ਆਪਣੇ ਆਪ ਖੋਲ ਲਿਆ ਕਰੇਗਾ, ਲੈ ਜਾਇਆ ਕਰੇਗਾ ਤੇ ਆਪਣੇ ਆਪ ਰੀਸਬਮਿਟ ਕਰ ਦਿਆ ਕਰੇਗਾ। ਤੇ ਅਸੀਂ ਜਿਹੜਾ ਇਕੱਠਾ ਹੋਣ ਦਾ ਸਾਡਾ ਮੇਰੇ ਖਿਆਲ 'ਚ ਬੇਸਿਕ ਮਤਲਬ ਹੈਗਾ ਵੀ ਸਾਡੇ ਆਪਣੇ ਮੈਂਬਰਾਂ ਨੂੰ ਪਹਿਲਾਂ ਅਸੀਂ ਉਹਨਾਂ ਨੂੰ ਜਾਗਰੂਕ ਕਰੀਏ, ਉਹਨਾਂ 'ਚ ਜਾਗਰਿਤ ਨੂੰ, ਉਹਨਾਂ ਨੂੰ ਪੜ੍ਹਨ ਲਾਈਏ, ਚੇਟਕ ਲਾਈਏ। ਜਿਹੜੇ ਅਸੀਂ 1100 ਬੰਦੇ ਇਕੱਠੇ ਹੋਏ ਹਾਂ, ਅਸੀਂ ਆਪਸ ਵਿੱਚ ਕ੍ਰੈਕਰਸ ਨਾ ਯੂਜ਼ ਕਰੀਏ, ਪਲਾਸਟਿਕ ਨਾ ਯੂਜ਼ ਕਰੀਏ, ਪੋਲਿਊਸ਼ਨ ਨਾ ਫੈਲਾਈਏ, ਤੇ ਖੁਸ਼ੀਆਂ ਤੇ ਹੈਪੀਨੈਸ, ਖੁਸ਼ੀਆਂ ਤੇ ਖੇੜੇ, ਪਿਆਰ, ਮੁਹੱਬਤ ਇਹੀ ਵੰਡੀਏ ਤੇ ਵਾਤਾਵਰਨ ਨੂੰ ਸ਼ੁੱਧ ਰੱਖੀਏ ਸਾਰੇ ਪੱਖਾਂ ਤੋਂ। ਮੈਸਿਵ ਐਜੂਕੇਸ਼ਨਲ ਰੈਵੋਲੂਸ਼ਨ ਦੀ ਐਕਚੁਅਲੀ ਡਾਕਟਰ ਸਾਹਿਬ ਗੱਲ ਸੀ ਜਿਹੜੀ ਮੈਂ ਗੱਲ 'ਚ ਐਡ ਕਰਨਾ ਚਾਹੁੰਦਾ ਸੀ, ਮੈਸਿਵ ਐਜੂਕੇਸ਼ਨਲ ਰੈਵੋਲੂਸ਼ਨ। ਤੇ ਜਿਹੜੇ ਲੋਕ ਲਾਇਬ੍ਰੇਰੀਆਂ 'ਚ ਵੀ ਨਹੀਂ ਆਉਂਦੇ, ਬਾਹਰ ਨੇ, ਕਿਤੇ ਖੇਤਾਂ 'ਚ ਕੰਮ ਕਰਦੇ ਨੇ, ਇਨਕਲੂਡਿੰਗ ਐਵਰੀਵਨ, ਸਾਰਾ ਸਮਾਜ ਨੂੰ ਅਸੀਂ ਆਪਣੇ ਐਜੂਕੇਸ਼ਨ ਦੇ ਮਾਹੌਲ 'ਚ ਲੈ ਲਈਏ। ਤੇ ਇਹ ਸ਼ੁਰੂ ਹੋਏਗਾ ਸਾਡੇ ਆਪਣੇ ਮੈਂਬਰਾਂ ਤੋਂ, ਜਦੋਂ ਅਸੀਂ ਆਪ ਚਿੰਤਨ ਮੰਥਨ ਕਰਾਂਗੇ ਤੇ ਅੱਗੇ ਵਧਾਂਗੇ। ਮੈਂ ਹੁਣ ਡਾਕਟਰ ਸਰਦਾਰਾ ਸਿੰਘ ਜੌਲ, ਬਾਪੂ ਸਰਦਾਰਾ ਜੌਲ ਜੀ, ਜਿਹੜੇ ਤੁਰਦੀ ਫਿਰਦੀ ਯੂਨੀਵਰਸਿਟੀ ਨੇ, ਤੇ ਮੈਂ ਪਿਛਲੇ ਦਿਨਾਂ 'ਚ ਲਿਖਿਆ ਸੀ ਵੀ ਉੱਪਰਲੇ 10 ਪੰਜਾਬੀਆਂ 'ਚੋਂ ਨੇ ਜਿਹੜੇ ਦੁਨੀਆ 'ਚ ਹੁਣ ਹੈਗੇ। ਤੇ ਮੈਂ ਬਾਪੂ ਜੀ ਨੂੰ ਬੜੇ ਆਸ਼ੀਰਵਾਦ ਉਹਨਾਂ ਦਾ ਲੈਂਦਾ ਹੋਇਆ ਆਵਾਜ਼ ਦਿੰਦਾ ਵੀ ਉਹ ਆਪਣਾ ਜਿਹੜਾ ਕੀ ਨੋਟ ਐਡਰੈਸ ਹੈ ਉਹ ਸ਼ੁਰੂ ਕਰਨ। ਅੱਜ ਪੱਗ ਬਹੁਤ ਸੋਹਣੀ ਬੰਨੀ ਹੈ ਬਾਪੂ ਜੀ। ਅਨਮਿਊਟ ਕਰ ਲਿਓ ਸਰ, ਅਨਮਿਊਟ ਕਰਿਓ। ਅਨਮਿਊਟ ਕਰ ਲਓ ਸਰ। ਹਾਂਜੀ ਹਾਂਜੀ, ਵਧੀਆ। So first of all, मैं सारे members ਨੂੰ good morning ਮੇਰੀ। ਸਤਿ ਸ਼੍ਰੀ ਅਕਾਲ। hope you recognize my मैं अभी बोला था जो दो मैं प्रेजेंटेशन सुनिया ने बहुत अच्छे ने। एजुकेशन वास्ते एक दो गल्लां करांगा। डिफरेंस ਹੁੰਦਾ एजुकेशन ਦੇ ਵਿੱਚ ਕਿ एजुकेशन और इंफॉर्मेशन ਦੇ ਵਿੱਚ। ਯੈਸ, इंफॉर्मेशन प्रोवाइड करते हैं। एजुकेशन का मतलब ਹੁੰਦਾ टू डेवलप द पर्सनैलिटी ऑफ ए पर्सन। वो ਅਸੀਂ डेवलप नहीं करते, ਅਸੀਂ सिर्फ इंफॉर्मेशन ਦਿੰਦੇ ਹਾਂ, ਸਬਜੈਕਟਿਵ इंफॉर्मेशन ਦਿੰਦੇ ਹਾਂ, और ਉਹਨੂੰ ਅਸੀਂ एजुकेशन ਕਹਿੰਦੇ ਹਾਂ, ਜਿਹਦੇ ਰੋਂਗ ਡੈਫੀਨੇਸ਼ਨ ਆਫ एजुकेशन। ਤੁਹਾਡੀ आवाज तो मैं पूरी ਕਰ ਲਓ। ਹਾਂ, एक मिनट ਬੈਟਰ। देखो गल आ साडे स्कूलों ते कॉलेजां विच वट लैके साडी एजुकेशन है नहीं प्रॉपर, और दूसरी साडी एथिक्स एजुकेशन। टीचर जब क्लासरूम जाता है कि फर्स्ट ऑफ ऑल नॉर्मली जो मैं करता रहा, आई बिलीव दैट वर्क्स कि पहला
5-4 ਮਿੰਟ ਜਿਹੜੇ ਨੇ ਉਹ ਕਿਸੇ ਵੈਲਿਊ ਦੇ ਉੱਤੇ ਗੱਲ ਕਰੇ। ਜਾ ਕੇ ਬਹੁਤ ਪਹਿਲਾਂ ਅੱਛਾ, ਬਹੁਤ ਅੱਛਾ। ਮੈਂ ਇੱਕ ਕਲੇਮ ਕਰਦਾ ਇਸੇ ਸਿਸਟਮ ਦੇ ਨਾਲ ਕਿ ਮੇਰੇ ਸਟੂਡੈਂਟ ਜਿਹੜੇ ਨੇ ਚਾਹੇ ਉਹ ਕਿਤੇ ਵੀ ਕਮਜ਼ੋਰ ਹੋਣ ਜਾਂ ਕੋਈ ਉਹਨਾਂ 'ਚ ਵੀਕਨੈਸ ਹੋਵੇ, ਲੇਕਿਨ ਉਹ ਬੇਈਮਾਨ ਨਹੀਂ ਹੋਣਗੇ। ਸੋ ਇਸ ਤਰ੍ਹਾਂ ਇਹ ਜਿਹੜੀ ਕਲੇਮ ਹੈ ਮੈਂ ਕਰਦਾ, ਔਰ ਆਈ ਐਮ ਡੈਫੀਨੇਟਲੀ ਸ਼ੋਰ ਹੈ ਕਿ ਬਈ ਇਹ ਕਲੇਮ ਮੇਰਾ ਜਿਹੜਾ ਹੈ ਉਹ ਅੱਜ ਤੱਕ ਕਿਸੇ ਨੇ ਡਿਸਪਰੂਵ ਨਹੀਂ ਕੀਤਾ। ਹੈਲੋ ਹੈਲੋ ਹਾਂਜੀ, ਆ ਰਹੀ ਹੈ। ਇਹ ਦੇਖੋ, ਦੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ। ਹਾਂਜੀ, ਇਹ ਮੈਂ ਕਰਨਾ ਚਾਹੁੰਦਾ ਕਿ ਐਜੂਕੇਸ਼ਨ ਤੋਂ ਬਗੈਰ ਡੈਮੋਕ੍ਰੇਸੀ ਇਜ਼ ਟੈਰਰਿੰਗ। ਔਰ ਅਗਰ ਸਾਡੀ ਡੈਮੋਕ੍ਰੇਸੀ ਅੱਜ ਫਿਟ ਹੋਈ ਹੈ ਪੋਲੀਟਿਕਸ, ਦਿਸ ਇਜ਼ ਬਿਕਾਜ਼ ਕਿ ਸਾਡਾ ਜਿਹੜੀ ਹੈ ਐਜੂਕੇਸ਼ਨ ਹੈ ਉਹਦੇ ਵਿੱਚ ਸਿਵਿਕ ਐਜੂਕੇਸ਼ਨ ਨਹੀਂ, ਐਥਿਕਸ ਐਜੂਕੇਸ਼ਨ ਨਹੀਂ। ਇਹ ਦੋ ਚੀਜ਼ਾਂ ਜਿਹੜੀਆਂ ਨੇ ਬਹੁਤ ਇੰਪੋਰਟੈਂਟ ਨੇ ਸਬਜੈਕਟ ਜਿਹੜੇ ਪੜ੍ਹਾਉਣੇ ਉਹ ਪੜ੍ਹਾਉਣੇ ਨੇ। ਬਾਕੀ ਯੂਨੀਫਾਰਮਟੀ ਐਜੂਕੇਸ਼ਨ ਦੀ ਜਿਹੜੀ ਹੈ ਮੇਰੇ ਖਿਆਲ ਤਾਂ ਹੀ ਹੋ ਸਕਦੀ ਹੈ ਜੇ ਕੋਰਸ ਵਰਕ ਕੋਈ ਜਾਵੇ। ਕੋਰਸ ਵਰਕ ਕੋਈ ਤਾਂ ਹੋ ਸਕਦਾ ਜੇ ਜਿਹੜੀ ਦੀ ਐਫੀਲੀਏਸ਼ਨ ਜਿਸ ਸਿਸਟਮ ਦੇ ਨਾਲ ਹੈ, ਚਾਹੇ ਪੰਜਾਬ ਬੋਰਡ ਹੈ ਚਾਹੇ ਨੇ, ਉਹ ਅਗਰ ਇੱਕੋ ਹੀ ਹੋਵੇ ਨਾ ਤੇ ਉਹਦੇ ਨਾਲ ਤਾਂ ਹੀ ਯੂਨੀਵਰਸਿਟੀ ਹੁੰਦਾ। ਯੂਨੀਵਰਸਿਟੀ ਨੇ ਨਹੀਂ ਹੈਗੀ। ਸੋ ਮੇਰੀ ਸੁਜੈਸ਼ਨ ਇਹ ਹੈ ਕਿ ਸਾਰੇ ਜਿਹੜੇ ਸਕੂਲ ਹੈ ਉਹ ਪੰਜਾਬ ਬੋਰਡ ਦੇ ਨਾਲ ਐਫੀਲੀਏਟ ਹੋਣਾ ਚਾਹੀਦੇ। ਇਹ ਬਹੁਤ ਇਹਦੇ ਨਾਲ ਇੱਕ ਯੂਨੀਵਰਸਿਟੀ ਆ ਸਕਦੀ ਹੈ। ਕੋਰਸ ਵਰਕ ਕੋਈ ਚਾਹੀਦਾ, ਸਟੂਡੈਂਟ ਟੀਚਰ ਰੇਸ਼ੋ ਕੋਈ ਚਾਹੀਦਾ, ਔਰ ਉਹਦੇ ਨਾਲ ਜਿਹੜੀ ਯੂਨੀਵਰਸਿਟੀ ਸਰ ਚਾਹੇ ਗਵਰਨਮੈਂਟ ਸਕੂਲ ਹੈ ਚਾਹੇ ਪ੍ਰਾਈਵੇਟ ਸਕੂਲ ਹੈ ਜਾਂ ਕੋਈ ਵੀ ਸਕੂਲ ਹੈ, ਇੱਕੋ ਹੀ ਸਿਸਟਮ ਦੇਣਾ ਚਾਹੀਦਾ। ਦੂਜੀ ਗੱਲ ਹੈ ਕਿ ਕਿਸੇ ਵੀ ਬੱਚੇ ਦਾ ਜਿਹੜਾ ਕਿਸੇ ਬਰਥ ਦਾ ਜਨਮ ਸਿੱਧ ਅਧਿਕਾਰ ਦੀ ਨੂੰ ਕਹਿੰਦੇ ਹੈ ਕਿ ਉਹਨੂੰ ਬਰਾਬਰ ਦੀ ਅੱਛੀ ਐਜੂਕੇਸ਼ਨ ਮਿਲੇ। ਤੇ ਲਾਅ ਹੀ ਪਾਸ ਕਰ ਦਿੰਦੇ ਆ ਤੇ ਲੇਕਿਨ ਉਹ ਲਾਅ ਨੂੰ ਇੰਪਲੀਮੈਂਟ ਕਰਨਾ ਜਿਹੜਾ ਹੈ ਕਿ ਇੰਪੋਸੀਬਲ ਹੁੰਦਾ ਕਈ ਵਾਰੀ, ਜਾਂ ਅਸੀਂ ਉਹ ਸੋਚ ਕੇ ਨਹੀਂ ਕਰਦੇ ਜਿਹੜੀਆਂ ਗਰਾਊਂਡ ਰਿਐਲਿਟੀਜ਼ ਨੇ ਉਹਨਾਂ ਨੂੰ ਦੇਖ ਕੇ ਲਾਅ ਪਾਸ ਨਹੀਂ ਕਰਦੇ। ਸੋ ਇਹ ਮੇਰੇ ਆਬਜ਼ਰਵੇਸ਼ਨ ਹੈ ਕਿ ਫਿਰ ਉਹਦੇ ਵਿੱਚ ਜਿਹੜੀ ਹੈ ਕਿ ਲੈਂਗੁਏਜ ਮਿਕਸ ਜਿਹੜਾ ਉਹ ਵੀ ਯੂਨੀਫਾਰਮ ਹੋਣਾ ਚਾਹੀਦਾ। ਹਾਲਾਂਕਿ ਐਜੂਕੇਸ਼ਨ ਪਾਲਿਸੀ ਆਈ ਹੈ, ਬਹੁਤ ਕੁਝ ਡਿਸਕਸ਼ਨ ਹੋ ਰਹੀ ਹੈ। ਮੈਂ ਬੇਸਿਕ ਗੱਲ ਇਹ ਕਹਾਂਗਾ ਕਿ ਬਈ ਦੀ ਐਜੂਕੇਸ਼ਨ ਸਟਾਰਟ ਫਰਮ ਏ ਮਦਰ ਟੰਗ। ਯੈਸ, ਬੋਲੀ ਇਨਸਾਨ ਦੀ ਆਪਣੀ ਹੈ, ਉਹ ਤੋਂ ਸਟਾਰਟ ਹੋ ਕੇ ਇੱਕ ਲੈਵਲ ਤੇ ਜਾ ਕੇ ਨੈਸ਼ਨਲ ਲੈਂਗੁਏਜ ਹਿੰਦੀ ਲੱਗ ਜਾਏ, ਉਸ ਤੋਂ ਬਾਅਦ ਅੰਗਰੇਜ਼ੀ ਲੱਗ ਜਾਏ। ਤਿੰਨ ਲੈਂਗੁਏजेस ਜਿਹੜੀਆਂ ਨੇ ਬਹੁਤ ਜ਼ਰੂਰੀ ਨੇ। ਬਾਕੀ ਚੋਇਸ ਹੈ, ਬਾਕੀ ਸਬਜੈਕਟਸ ਹੋ ਸਕਦੇ ਆ, ਲੇਕਿਨ ਇਹ ਤਿੰਨ ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ। ਮੋਟੀਆਂ ਐਜੂਕੇਸ਼ਨ ਦਾ ਸਵਾਲ ਹੈ ਕਿ ਮੈਂ ਮਹਿਸੂਸ ਕਰਦਾ ਜਿਵੇਂ ਕਿ ਅਸੀਂ ਐਜੂਕੇਸ਼ਨ ਨਹੀਂ ਦਿੰਦੇ, ਐਥਿਕਸ ਔਰ ਸਿਵਿਕਸ ਨਹੀਂ ਪੜ੍ਹਾਉਂਦੇ, ਸਾਡੀ ਡੈਮੋਕ੍ਰੇਸੀ ਪਿਊਰੀਫਾਈ ਨਹੀਂ ਹੋ ਸਕਦੀ। ਇਟ ਵਿਲ ਆਲਵੇਜ਼ ਰਿਮੇਨ ਵਿਸ਼ੀਏਟਡ, ਕਿਉਂਕਿ ਵੋਟਰ ਨੂੰ ਪਤਾ ਹੀ ਨਹੀਂ ਕਿ ਉਹ ਵੋਟ ਕਿਹਨੂੰ ਪਾ ਰਿਹਾ, ਕਾਹਦੇ ਵਾਸਤੇ ਪਾ ਰਿਹਾ। ਤੁਸੀਂ ਯਕੀਨ ਕਰੋ, ਮੈਂ ਜਿਹੜੇ ਮਾਸਟਰ ਡਿਗਰੀ ਵੀ ਕਰਕੇ ਸਕੂਲ ਜਾਂਦੇ ਆ, ਉਹਨੂੰ ਅਗਰ ਪੁੱਛ ਲਈਏ ਵੀ ਸਾਡਾ ਪ੍ਰੈਜ਼ੀਡੈਂਟ ਇਲੈਕਸ਼ਨ ਸਿਸਟਮ ਕੀ ਹੈ ਤੇ ਨਹੀਂ ਦੱਸ ਸਕਦੇ। ਚਲੋ ਕੁਛ ਬੰਦਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਸੈਂਬਲੀ ਕੀ ਹੁੰਦੀ ਹੈ ਤੇ ਪਾਰਲੀਮੈਂਟ ਕੀ। So we are basically lacking, totally lacking on and ethics. So this is the two things I want to add to what have been excellently said earlier. When it comes to libraries, वो कहते हैं कि a room without a book is a soul, is a body without soul. A room without a book is a body without soul. yes, exactly. लेकिन अनफॉर्चुनेटली ਜਿਹੜੀ ਆ ਇਸ ਆਸਪਤ ਨੂੰ ਸਾਡੇ ਪੰਜਾਬ 'ਚ ਖਾਸ ਕਰਕੇ ਮੈਨੂੰ ਇੱਕ ਮਿਸਾਲ ਯਾਦ ਆਈ ਹੈ ਕਿ ਕਿਸੇ ਦਾ ਜਨਮ ਦਿਨ ਸੀ, ਉਹਨੂੰ ਗਿਫਟ ਦੇਣਾ ਤਾਂ ਹਸਬੈਂਡ ਕਹਿੰਦਾ ਆਪਣੀ ਵਾਈਫ ਨੂੰ ਕੀ ਦਈਏ। Yes. ਸੋਚ ਕੇ ਮੈਨੂੰ ਕਹਿੰਦਾ ਮੇਰੇ ਖਿਆਲ 'ਚ ਹਾਂਜੀ, ਆਪਾਂ ਕਿਤਾਬ ਦਿੰਦੇ ਉਹਨੂੰ। ਅੱਛਾ, ਮੈਂ ਕਹਿੰਦੀ ਨਹੀਂ ਜੀ, ਮੈਂ ਦੇਖਿਆ ਉਹਨੇ ਘਰ ਇੱਕ ਕਿਤਾਬ ਦਿੱਤੀ, ਕੋਈ ਲੋੜ ਨਹੀਂ ਕਿਤਾਬ ਜਿਹੜੀ ਕਿਤਾਬ ਹੈ ਨਾ, that leads the person to the destiny. ਔਰ ਇੱਕ ਇਹ ਜਿਹੜੀ ਕਿਤਾਬ ਲਿਵਿੰਗ ਬੀਇੰਗ ਹੈ, ਇਨ ਸੈਂਸ ਜਦੋਂ ਤੁਸੀਂ ਪੜ੍ਹਦੇ ਹੋ ਤੇ ਤੁਹਾਨੂੰ ਜਿਹੜਾ ਆਥਰ ਹੈ ਉਹ ਤੇਰੇ ਨਾਲ ਗੱਲਾਂ ਕਰਦਾ ਹੈ।
ਚਾਹੇ ਕਿਹਦਾ ਬਿਲਕੁਲ ਰੋਣਾ, you are concentrating on what the author says. ਬਹੁਤ ਇੰਪੋਰਟੈਂਟ ਸਾਰੇ ਕਿਸਮ ਦੀਆਂ ਕਿਤਾਬਾਂ ਆਈ ਗਈ ਜੋ ਬਹੁਤ ਇੰਪੋਰਟੈਂਟ ਨੇ ਬਾਇਓਗ੍ਰਾਫੀ ਜਿਹੜੇ ਬੰਦੇ ਉਹਨਾਂ ਦੀਆਂ ਬਾਇਓਗ੍ਰਾਫੀ ਜਿਹੜੀਆਂ ਨੇ ਬਹੁਤ ਯੂਜ਼ਫੁਲ ਹੁੰਦੀਆਂ, ਬੰਦੇ ਨੂੰ ਰਾਹ ਦਿਖਾ ਦਿੰਦੀਆਂ ਔਰ ਬਿਲਕੁਲ ਕਹਿ ਕੇ ਸੁਖੀ ਕਰ ਸਕਦਾ। ਜਿੰਨੀਆਂ ਤੁਸੀਂ ਬਾਇਓਗ੍ਰਾਫੀ ਪੜ੍ਹੋਗੇ ਸਕਸੈਸ ਬੰਦੇ ਨੇ ਉਨੀ ਤੁਹਾਡੀ ਇਹ ਬੁੱਕ ਦੀ। ਦੂਜੀ ਗੱਲ ਆ ਜਿਹੜੀਆਂ ਮੈਂ ਤੁਹਾਨੂੰ ਹੋਰ ਮਿਸਾਲ ਦੱਸਦਾ, ਮੇਰੀ ਫੇਸਬੁੱਕ ਤੇ ਇੱਕ ਮੇਰਾ ਫੇਸਬੁੱਕ ਫਰੈਂਡ ਹੈ ਪਾਕਿਸਤਾਨ ਦਾ, ਹਾਂਜੀ ਸਰਦਾਰ ਹੈਦਰ, ਉਹਨੇ ਆਪਣੀ ਫੋਟੋ ਆਪਣੇ ਗਨ ਦੇ ਨਾਲ ਐਨਾ ਕਰਕੇ ਜੱਟਾਂ ਨੂੰ ਇੱਕ ਬੰਦੂਕ ਨੇ ਮਾਰ ਲਿਆ, ਸ਼ਵੀਆਂ ਨੇ ਮਾਰ ਲਿਆ, ਗਲਾਸਿਆਂ ਨੇ ਮਾਰ ਲਿਆ, ਇਟਾਲੀਅਨ ਨੇ ਮਾਰ ਲਿਆ, ਕਿ ਕਿੱਡਾ ਖੂਬਸੂਰਤ ਬੱਚਾ ਹੈ, ਬਿਹਤਰ ਹੈ ਕਿਤਾਬ ਨਾਲ ਫੋਟੋ ਖਿੱਚ। ਹਾਂਜੀ ਉਹਨੇ ਮਗਰੋਂ ਆਪਣੀ ਫੋਟੋ ਕਿਤਾਬ ਨਾਲ ਪਾਈ, ਕਹਿੰਦਾ ਲਓ ਪਾਇਆ ਜੀ ਮੈਂ ਕਿਤਾਬ ਪੜ੍ਹ ਲਈ। ਜਿਹਦੇ ਐਡਵੋਕੇਟ ਹੈ ਕਿਤਾਬ ਪੜ੍ਹ ਕੇ ਉਹਦੀ ਕੋਡ ਆ ਗਿਆ ਜ਼ਿੰਦਗੀ ਦਾ। ਹਾਂਜੀ ਸਾਨੂੰ ਜਿਹੜਾ ਨਾ ਇਸ ਆਸਪੈਕਟ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ, ਔਰ ਕਿਤਾਬ ਜਿਹੜੀ ਆ ਇਹਨੂੰ ਕੋਈ ਵੀ ਚੀਜ਼ ਰਿਪਲੇਸ ਨਹੀਂ ਕਰ ਸਕਦੀ, ਚਾਹੇ ਉਹ ਡਿਜੀਟਲ ਜਾਂ ਦੂਸਰੀਆਂ ਜਿਹੜੀਆਂ ਹੈਗੀਆਂ ਨੇ ਉਹ ਕੋਈ ਵੀ ਲਾ ਲਓ, ਲੇਕਿਨ ਐਕਚੁਅਲੀ ਫਿਜ਼ੀਕਲੀ ਕਿਤਾਬ ਜੋ ਹੈ ਉਹਨੂੰ ਕੋਈ ਚੀਜ਼ ਰਿਪਲੇਸ ਨਹੀਂ ਕਰ ਸਕਦੀ। ਬਿਲਕੁਲ ਬਿਲਕੁਲ ਆਨਲਾਈਨ ਸਿਸਟਮ ਰਿਪਲੇਸ ਨਹੀਂ ਕਰ ਸਕਦਾ। ਇਹ ਆਸਪੈਕਟ ਦੇਖਣ ਵਾਲਾ। ਬਾਕੀ ਮੈਂ ਸਮਝਦਾ ਕਿ ਜਦ ਵੀ ਸਕੂਲਾਂ ਕਾਲਜ ਜਾਂਦੇ ਆ ਜਾਂ ਕਿਸੇ ਆਪਣੇ ਨੂੰ ਕਿਸੇ ਫੰਕਸ਼ਨ ਤੇ ਕਿਸੇ ਨੂੰ ਜਾਂਦੇ ਆ, ਕਿਸੇ ਦੇ ਬਰਥਡੇ ਤੇ ਜਾਂਦੇ ਆ, ਕੋਈ ਗਿਫਟ ਦਿੰਦੇ ਆ, ਇਟ ਵਿਲ ਬੀ ਬੈਟਰ ਟੂ ਗਿਵ ਆਲਵੇਜ਼ ਬੁੱਕਸ। ਕਿਤਾਬ ਦਿਓਗੇ ਅਗਲਾ ਪੜ੍ਹੇਗਾ, ਲੇਕਿਨ ਉੱਥੇ ਹੀ ਕਰਦੇ ਆ ਉਹ ਫਟੀਆਂ ਜਿਹੀਆਂ ਬਣਾ ਕੇ ਦੇ ਦਿੰਦੇ ਆ, ਤੇ ਉਹਦਾ ਕੋਈ ਐਡਵਾਂਟੇਜ ਨਹੀਂ ਜਿਹੜੇ ਮੋਮੈਂਟੋ ਦਿੰਦੇ ਹੋ। ਉਹਨਾਂ ਬਿਹਤਰ ਹੈ ਕਿ ਜਾਂ ਤੁਸੀਂ ਇੱਕ ਲਾਈਫ ਪਲਾਨ ਦਿਓ ਜਾਂ ਕਿਤਾਬ, ਦੋ ਚੀਜ਼ਾਂ ਜਿਹੜੀਆਂ ਉਹ ਬਹੁਤ ਜ਼ਰੂਰੀ ਹੈ। ਤੇ ਬਾਕੀ ਲਾਇਬ੍ਰੇਰੀ ਦਾ ਸਵਾਲ ਹੈ ਕਿ ਲਾਇਬ੍ਰੇਰੀਆਂ ਜਿਹੜੀਆਂ ਹੁੰਦੀਆਂ ਨੇ ਕਿਸੇ ਵੀ ਇੰਸਟੀਟਿਊਸ਼ਨ ਦਾ, ਐਕੈਡੈਮਿਕ ਇੰਸਟੀਟਿਊਸ਼ਨ ਦਾ ਬ੍ਰੇਨ ਔਰ ਪਲਸੇਟਿਕ ਹਾਰਟ ਹੁੰਦਾ ਹੈ। ਮੋਸਟ ਇੰਪੋਰਟੈਂਟ ਆਸਪੈਕਟ ਆਫ ਐਨੀ ਐਜੂਕੇਸ਼ਨ ਇੰਸਟੀਟਿਊਸ਼ਨ। ਮੈਂ ਜਦੋਂ ਵੀ ਕੋਈ ਬਜਟ ਦੇਖਦਾ, ਕਿਉਂਕਿ ਮੇਰੇ ਕੋਲ ਇਸ ਵੇਲੇ DAV ਦੇ ਸਕੂਲ ਵੀ ਹੈ, ਕਾਲਜ ਵੀ ਹੈ, ਯੂਨੀਵਰਸਿਟੀਆਂ ਨਾਲ ਵੀ ਕਨੈਕਟਡ ਹੈ। ਜਦ ਇਹਨਾਂ ਤਾਂ ਪਹਿਲੀ ਨਿਗਾਹ ਮੇਰੇ ਹੁੰਦੇ ਇਹਨਾਂ ਨੇ ਕਿਤਾਬਾਂ ਵਾਸਤੇ, ਲਾਇਬ੍ਰੇਰੀ ਵਾਸਤੇ ਕਿੰਨਾ ਬਜਟ ਪ੍ਰੋਵਾਈਡ ਕੀਤਾ। ਦਿਸ ਇਜ਼ ਅ ਵੈਰੀ ਇੰਪੋਰਟੈਂਟ ਆਸਪੈਕਟ ਆਫ ਐਨੀ ਐਜੂਕੇਸ਼ਨ ਜਿਹੜੀ ਇੰਸਟੀਟਿਊਸ਼ਨ ਪੂਰਾ ਹੋਣਾ ਚਾਹੀਦਾ। ਔਰ ਹਰ ਸਾਲ ਅਗਰ ਤੁਸੀਂ ਐਮਫੈਸਿਸ ਦੇ ਜਾਓ ਉਸ ਪਾਸੇ ਨੂੰ, ਤਾਂ ਲਾਇਬ੍ਰੇਰੀ ਜਿਹੜੀ ਇਕਵਿਪ ਹੋ ਜਾਂਦੀ ਹੈ। ਇਹ ਵੋਲਿਊਮ ਕਿੰਨੀਆਂ ਨੇ ਇਹਨਾਂ ਕੋਲ, ਇੱਕ ਵੈਰਾਈਟੀ ਕਿੰਨੀ ਹੈ ਜਿਹੜੀ ਕਿਤਾਬਾਂ ਦੀ। ਔਰ ਕਿਤਾਬਾਂ ਨਾਲ ਲਾਇਬ੍ਰੇਰੀ ਨੂੰ ਭਰ ਦੇਣ ਦਾ ਮਤਲਬ ਨਹੀਂ ਹੁੰਦਾ, ਕੁਆਲਿਟੀ ਬੁੱਕਸ ਦਾ ਬਹੁਤ ਫਰਕ ਹੁੰਦਾ। ਬਹੁਤ ਜੰਕ ਵੀ ਪੈਦਾ ਹੋ ਰਿਹਾ ਅੱਜ ਕੱਲ੍ਹ, ਜਾਂ ਲਿਖਣ ਵਾਲੇ ਜਿਹੜੇ ਨੇ, ਕੋਈ ਲਿਖਣ ਨੂੰ ਕੁਛ ਨਹੀਂ ਹੁੰਦਾ, ਲੇਕਿਨ ਲਿਖਣਾ ਹੁੰਦਾ, ਕਿਤਾਬ ਨੂੰ ਉਹ ਖਰਾਬ ਕਰਦੀ ਹੈ। तो एक जरूरी एस्पेक्ट है। दूसरा है कि लाइब्रेरी की किताबों के नाल वो कितनी कंफर्टेबल है, कितनी अट्रैक्टिव है किताब पढ़ने वास्ते। विदाउट रीडिंग रूम जो है किताब लाइब्रेरी का मतलब कोई नहीं। वो तो जड़ियाँ ने मोबाइल जड़ियाँ ने लाइब्रेरी वो भी काम कर देंदियां, किताबां इशू करा लो, घर जाके पढ़ लो। अगर तुम रीडिंग रूम बनाया नाल ਉਹਦੇ ਨਾਲ ਜਿਹੜਾ ਆ ਉਹਨੇ ਕੰਫਰਟੇਬਲ ਹੋਣਾ ਚਾਹੀਦਾ ਕਿ ਉੱਥੇ ਬੈਠ ਕੇ ਘੰਟਾ 2 ਘੰਟੇ 4 ਘੰਟੇ ਕਿਤਾਬ ਪੜ੍ਹ ਸਕੇ। ਲੇਕਿਨ ਸਾਡੀ ਜਿਹੜੀ ਹੈ ਨਾ ਆਦਤ ਬਣ ਗਈ ਹੈ ਕਿ ਅਸੀਂ ਪੜ੍ਹਦੇ ਨਹੀਂ। ਮੈਂ ਦੇਖਦਾ ਰਿਹਾ, ਹੁਣ ਯੂਨੀਵਰਸਿਟੀ ਵਿੱਚ ਸਾਰਾ ਕੰਮ ਕੀਤਾ, ਐਜ਼ ਵਾਈਸ ਚਾਂਸਲਰ ਵੀ ਕੀਤਾ। ਮੇਰੀ ਆਦਤ ਸੀ ਕਿ ਮੈਂ ਸਵੇਰ ਨੂੰ 8 ਵਜੇ, ਚਾਹੇ ਸਿਆਲ ਹੈ ਚਾਹੇ ਗਰਮੀਆਂ, 8 ਵਜੇ ਲਾਇਬ੍ਰੇਰੀ 'ਚ ਲੈ ਜਾਣਾ, ਚਾਹੇ ਮੈਂ ਵਾਈਸ ਚਾਂਸਲਰ ਹੈ, ਚਾਹੇ ਮੈਂ ਡਾਇਰੈਕਟਰ ਹੈ, ਚਾਹੇ ਮੈਂ ਹੈਡ। 8 ਤੋਂ 10 ਤੇ 2 ਘੰਟੇ ਮੈਂ ਲਾਇਬ੍ਰੇਰੀ ਲਾਉਂਦਾ ਸੀ। ਆਪਣਾ ਕੈਬਨ ਮੇਰਾ ਬੁੱਕ ਕੀਤਾ ਹੁੰਦਾ ਸੀ ਐਂਡ ਥਰੂ ਆਊਟ ਜਿੰਨਾ ਚਿਰ ਮੈਂ ਯੂਨੀਵਰਸਿਟੀ ਗਿਆ। ਔਰ ਉਹ ਤੋਂ ਬਾਅਦ ਮੈਂ ਆਪਣਾ ਐਡਮਿਨਿਸਟ੍ਰੇਟਿਵ ਸਟਾਫ ਜਿਹੜਾ ਉਹ ਸ਼ੁਰੂ ਕਰਤਾ ਸੀ। ਉਹ ਮੈਂ ਦੇਖ ਲਈ ਗੱਲ, ਮੈਂ ਤੁਹਾਨੂੰ ਐਮਫਸਾਈਜ਼ ਕਰਨਾ ਚਾਹੁੰਦਾ ਕਿ ਮੈਂ ਉੱਥੇ ਨਹੀਂ ਸੀ ਦੇਖਦਾ ਪ੍ਰੋਫੈਸਰ ਆਉਂਦੇ,
ਬਿਲਕੁਲ ਹੁੰਦੇ ਆ ਲਾਇਬ੍ਰੇਰੀਅਨ ਚ ਜਿਨ੍ਹਾਂ ਨੇ ਕੋਈ ਥੀਸਿਸ ਲਿਖਣਾ, ਉਹਨਾਂ ਨੂੰ ਲਿਟਰੇਚਰ ਦੀ ਲੋੜ। ਔਰ ਦੂਸਰੀ ਚੀਜ਼ ਹੈ ਕਿ ਜਿਹੜੀ ਇੰਟਰ ਲਾਇਬ੍ਰੇਰੀ ਐਕਸਚੇਂਜ ਵੀ ਨਹੀਂ ਹੈ। ਸਟੂਡੈਂਟ ਜਿਹੜਾ ਕਿਸੇ ਹਰਿਆਣੇ ਤੇ ਚੰਡੀਗੜ੍ਹ ਜਾਣਾ ਉਹ ਨਹੀਂ ਜਾਂਦਾ, ਦੂਜੀਆਂ ਲਾਇਬ੍ਰੇਰੀ ਨੂੰ ਕੰਸਲਟ ਨਹੀਂ ਕਰਦਾ। ਸਾਡੀ ਇੱਕ ਪੰਜਾਬੀ ਯੂਨੀਵਰਸਿਟੀ ਆਪਣਾ ਪੰਜਾਬੀ ਅਕੈਡਮੀ ਦੇ ਵਿੱਚ ਇੱਥੇ ਅਸੀਂ ਇੱਕ ਰੈਫਰੈਂਸ ਬਣਾਈ ਲਾਇਬ੍ਰੇਰੀ, ਉਹਦੇ ਵਿੱਚ ਅਸੀਂ ਥੀਸਿਸ ਇਕੱਠੇ ਕੀਤੇ ਸਾਰੇ ਜਿੰਨੇ ਵੀ ਯੂਨੀਵਰਸਿਟੀ ਸਾਡੀਆਂ ਪੰਜਾਬ ਦੀਆਂ, ਉਹ ਜਿਹੜੇ ਥੀਸਿਸ ਨੇ ਉਹ ਉਹਨਾਂ ਦੀਆਂ ਕਾਪੀਆਂ ਰਿਕੁਐਸਟ ਕਰ ਕਰਕੇ ਆਈ ਥਿੰਕ ਦੀ ਮੈਕਸਿਮਮ ਇਕਵਿਪਡ ਜਿਹੜੀ ਆ ਥੀਸਿਸ ਉਹ ਆਪਣਾ ਪੰਜਾਬੀ ਸਾਹਿਤ ਅਕੈਡਮੀ ਆ, ਵੀ ਕਾਲ ਇਟ ਰੈਫਰੈਂਸ ਲਾਇਬ੍ਰੇਰੀ। ਬਹੁਤ ਪੁਰਾਣੀਆਂ ਕਿਤਾਬਾਂ ਬੜੀਆਂ ਕਲਾਸੀਕਲ ਚੀਜ਼ਾਂ ਉਹਦੇ ਵਿੱਚ ਪਈਆਂ ਨੇ, ਪਰ ਮੈਂ ਦੇਖਦਾ ਉਹਦੀ ਯੂਟੀਲਾਈਜੇਸ਼ਨ ਨਹੀਂ ਹੈ। ਸਾਡਾ ਕਲਚਰ ਨਹੀਂ ਬਣਿਆ ਕਿਤਾਬ ਨੂੰ ਪੜ੍ਹਨ ਦਾ, ਇਹ ਇੱਕ ਬਹੁਤ ਵੱਡੀ ਗੱਲ ਹੈ। ਬੜੀ ਮਿਹਨਤ ਕੀਤੀ ਉਹਦੇ ਤੇ ਅਸੀਂ ਜਿਹੜੇ ਵੱਡੇ ਜਿਹੜੇ ਆਪਣੇ ਐਕੈਡਮਿਸ਼ੀਅਨਸ ਰਾਈਟਰ ਸੀਗੇ, ਉਹਨਾਂ ਤੋਂ ਅਸੀਂ ਉਹਨਾਂ ਦੀਆਂ ਲਾਇਬ੍ਰੇਰੀਆਂ ਲੈ ਲਈਆਂ, ਕਾਰਨਰਸ ਬਣਾ ਲਈਆਂ ਨਾਲ ਬਣਾ ਕੇ, ਪਰ ਉਹਦੇ ਨਾਲ ਮੈਂ ਦੇਖਿਆ ਵੀ ਉਹਦੀ ਯੂਟੀਲਾਈਜੇਸ਼ਨ ਬਹੁਤ ਲੋ ਹੈ, ਬਹੁਤ ਹੀ ਲੋ ਹੈ। ਕੋਈ ਗਰਮਾ ਸ਼ਾਇਦ ਉਹ ਨਕਲਮਾਨ ਨਹੀਂ ਆ ਗਿਆ ਹੋਵੇ, ਲੇਕਿਨ ਕੰਸਲਟ ਕਰਨ ਵਾਲੀ ਗੱਲ ਜਿਹੜੀ ਆ ਉਹ ਨਹੀਂ ਹੈ। ਸੋ ਇੱਕ ਜਿਹੜੀ ਯੂਟੀਲਾਈਜੇਸ਼ਨ ਹੈ ਬਹੁਤ ਇੰਪੋਰਟੈਂਟ ਹੈ, ਨਾ ਤੇ ਕਾਲਜਾਂ 'ਚ ਹੋ ਰਹੀ ਹੈ, ਨਾ ਸਕੂਲਾਂ 'ਚ ਹੋ ਰਹੀ ਹੈ, ਨਾ ਪਬਲਿਕ ਪੱਧਰ ਤੱਕ ਹੀ ਹੋਣੀ ਹੈ। ਸੋ ਇਹ ਜਿੱਥੋਂ ਤੱਕ ਹੁਣ ਆਪਾਂ ਦੇਖਦੇ ਹਾਂ ਕਿ ਈ ਬੁੱਕਸ ਨੇ ਕੁਛ ਵੋਇਸ ਦੇ ਨਾਲ ਵੀ ਜਿਹੜੀਆਂ ਨੇ ਬੁੱਕਸ ਬਣਦੀਆਂ ਨੇ। ਜਿਹੜੇ ਤੁਸੀਂ ਜੋ ਮੇਰੀ ਕੋਈ ਕਿਤਾਬ ਹੈ ਕਿ ਮੇਰੀ ਇਹ ਡਰਨਾ ਦੀ ਗੱਲ ਹੈ, ਇੱਕ ਕਿਸਮ ਦੀ ਉਹ ਹੈ ਨਹੀਂ ਆਪਣੀ ਆਟੋਬਾਇਓਗ੍ਰਾਫੀ ਤਾਂ ਨਹੀਂ, ਲੇਕਿਨ ਆਟੋਬਾਇਓਗ੍ਰਾਫਿਕਲ ਨੋਟਸ ਨੇ। ਉਹਦੀ ਇੰਨੀ ਪਾਪੂਲਰ ਹੋਈ ਹੈ, ਤਕਰੀਬਨ 1 ਲੱਖ ਤੋਂ ਉੱਤੇ ਚਲੇ ਗਿਆ, ਪਰ ਉਹ ਵੌਇਸ ਮੇਲ ਬਣਾਈ ਦੇਣਾ ਦੈਟਸ ਮੈਂਟ ਫॉर ਦੀ ਪੀਪਲ ਜਿਹੜੇ ਪੰਜਾਬੀ ਨੂੰ ਨਹੀਂ ਪੜ੍ਹ ਸਕਦੇ। तो सारिया लैंग्वेजेस नहीं होंदियां और ये बेहतर यह है कि इन किताबों में बहुत सारी जी अच्छी किताब है उन्होंने वॉइस मिल जाए तो बंदा जिन स्क्रिप्ट नहीं भी जानता वो सुन सकता हो, वो तो कम करना भी सुन सकता। बहुत अच्छा बाकी जे तुसी लो एक ही स्ट्रक्चर होना चाहिए कि ये है कि मैं समझदा बुक्स के नाल बहुत बड़ा रोल जो लाइब्रेरियन का है। लाइब्रेरी इन्ना तो अपनी लाइब्रेरी ਨੂੰ ਜਾਣਨ ਵਾਸਤੇ ਕਿੱਥੇ ਕੀ ਪਿਆ ਕੀ ਉਹਦਾ ਕੋਈ ਵੀ ਪ੍ਰੋਬਲਮ ਹੈ ਉਹ ਇਨਕਰੇਜ ਵੀ ਕਰਦਾ। ਸਾਡੇ ਇੱਥੇ ਲੁਧਿਆਣੇ ਚ ਲਾਲ ਬੁੱਕ ਡਿਪੂ ਲਾਲਾ ਜੀ ਹੁੰਦੇ ਸੀ, ਅਸੀਂ ਜਦ ਕਿਤਾਬ ਲੈਣ ਜਾਣਾ ਉਹਨਾਂ ਕੋਲ ਉਹਨੇ ਸੀ ਇੱਕ ਕਿਤਾਬ ਜਿਹੜੀਆਂ 2-3 ਹੋਰ ਸੁਜੈਸਟ ਕਰਨੀਆਂ, ਕਾਕਾ ਜੀ ਆਹ ਕਿਤਾਬ ਉਹ ਵਧੀਆ, ਆਹ ਕਿਤਾਬ ਉਹ ਵਧੀਆ। तो he was so knowledgeable, मैं समझदा साडी लाइब्रेरी भी नहीं होगी। उन्होंने अपने स्टोर बड़े स्टोर बड़ा फेमस स्टोर है लाल बुक डिपो और पब्लिश भी कर दिया। उन्होंने तकरीबन हर बुक का पता होंदा कि आ बुक जी सी इंटरेस्ट ऑफ दी पर्सन वो गाइड कर दिंदा सी आ भी बुक है, आ भी बुक है, आ भी बुक है। तो असी उन्होंने साडे अपने लाइब्रेरी नो ओदा आसरा जल्दी पढ़ के तो लाइब्रेरी की जी है ना नॉलेज अबाउट दी स्टॉक ही और शी इज कीपिंग बहुत इंपॉर्टेंट है और गाइड कर सकते लाइब्रेरी में कितने की होना चाहिए कि जड़ियां ने ਜਿਹੜੇ ਰੀਡਰਸ ਨੇ ਉਹ ਤਾਂ ਅਟਰੈਕਟ ਕਿਸੇ ਇੱਕ ਤਾਂ ਕਿਤਾਬਾਂ ਦੀ ਕੁਆਲਿਟੀ ਹੁੰਦੇ ਆ, ਇੱਕ ਲਾਇਬ੍ਰੇਰੀ ਦੀ ਬਿਹੇਵੀਅਰ ਤੇ ਹੁੰਦੇ ਆ, ਇੱਕ ਹੁੰਦਾ ਕਿ ਉਹਨਾਂ ਦੀ ਉੱਥੇ ਰੀਡਿੰਗ ਫੈਸਿਲਿਟੀਜ਼ ਕੈਸੀ ਆ, ਦੂਸਰਾ ਹੈ ਕਿ ਉਹ ਲਾਇਬ੍ਰੇਰੀ ਇਹਦੀਆਂ ਇਸ਼ੂ ਕਰਦੀ ਬੁੱਕਸ ਨੂੰ ਨਹੀਂ ਕਰਦੀ। ठीक है कि कई बार बुक्स जी वापस नहीं होंदियां, पर जी वापस नहीं होंदियां इसका मतलब है दैट बुक्स इज लव्ड, समझे ना। वो नहीं होंदी वो किताब बंदा चाहता। तो ये एस्पेक्ट है। दूसरी गल है कि जी लाइब्रेरियां इंस्टीट्यूशनल ने, चाहे स्कूलों दी है चाहे कॉलेजों दी है, उन पब्लिक की मैंबरशिप होनी चाहिए। एक टाइम हो गया इस टाइम प्राइवेट बंदा आके बाहरला भी वो अगर मैंबर बन जाता फीस दे दिंदा, एक तो फंड थ्रू फायदा हो जाए थोड़ा बहुत, एक वो टाइम हो तो आके बैठ के पढ़ सकते या उसका सैपरेट रूम बनाया जा सकता। भूपेंद्र जी नोट कर रहे हो पॉइंट सारे? वो ना मैनू कह नहीं भूपेंद्र नु कह रहे हैं नोट कर रहे हो सारे पॉइंट? करी या नहीं कर रहे हैं नोट? हाँ जी बापू जी।
ਉਹਦੇ 'ਚ ਇਹ ਵੀ ਹੋ ਸਕਦਾ ਕਿ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਕੁਛ ਲੈਵਲ ਦਾ ਇੱਕ ਸੈਕਸ਼ਨ ਹੋਵੇ ਜਾਂ ਇੱਕ ਸੈਪਰੇਟ ਰੀਡਿੰਗ ਰੂਮ ਹੋਵੇ, ਜੇ ਕਦੋਂ ਵੀ ਆ ਕੇ ਜਿਹੜਾ ਆ ਕੇ ਉਹ ਆਪਣੀ ਕੰਸਲਟੇਸ਼ਨ ਕਰ ਸਕਦਾ, ਨਹੀਂ ਪੜ੍ਹ ਸਕਦਾ। ਤੇ ਇਹ ਕਿਉਂਕਿ ਡਿਫਰੈਂਟ ਕੈਟੇਗਰੀ, ਡਿਫਰੈਂਟ ਟਾਈਪ ਦੀ ਲਾਇਬ੍ਰੇਰੀ ਖੋਲ੍ਹਣੀ ਬੜੀ ਮੁਸ਼ਕਲ ਹੈ। ਸੋ ਇਹ ਮੈਂਬਰਸ਼ਿਪ ਜਿਹੜੀ ਹੈ ਬਹੁਤ ਯੂਜ਼ਫੁਲ ਹੋ ਸਕਦੀ ਹੈ ਇਸ ਕਰਕੇ। ਤੇ ਬਾਕੀ ਮੈਂ ਸਮਝਦਾ ਕਿ ਛੋਟੀਆਂ ਲਾਇਬ੍ਰੇਰੀ ਵੀ ਹੋਣੀ ਚਾਹੀਦੀਆਂ, ਮੁਹੱਲਾ ਲਾਇਬ੍ਰੇਰੀ, ਵਿਲੀ ਮੁਹੱਲੇ ਤੁਸੀਂ ਇੱਕ ਕਮੇਟੀ, ਐਜੂਕੇਸ਼ਨ ਕਮੇਟੀ ਚਾਹੀਦੀ ਹੈ, 3-4 ਬੰਦਿਆਂ ਦੀ, ਮੁਹੱਲਾ ਦੀ ਕਾਫੀ ਪਾਪੂਲੇਸ਼ਨ ਹੁੰਦੀ ਹੈ, ਬਹੁਤ ਅੱਛਾ। ਉਹ ਲਾਇਬ੍ਰੇਰੀ ਨੂੰ ਰਨ ਕਰਨ, ਉਹਦਾ ਡਿਫਰੈਂਟ ਓਪਨਿੰਗ ਟਾਈਮ ਹੋਵੇ, ਔਰ ਫਾਰ ਲੇਡੀਜ਼ ਐਂਡ ਮੈਨ ਡਿਫਰੈਂਟ, ਕਿਉਂਕਿ ਜਿਹੜੇ ਲੇਡੀਜ਼ ਦਾ ਸਵੇਰ ਦਾ ਸ਼ਾਮ ਦਾ ਕੰਮ ਬਹੁਤ ਹੁੰਦਾ ਉਹਨਾਂ ਨੂੰ ਆਪਣੇ ਪਾਲਣਾ ਜਾਂ ਕਰਨਾ, ਤੇ ਉਹਨਾਂ ਵਾਸਤੇ ਤੁਸੀਂ ਡੇ ਟਾਈਮ ਜਿਹੜਾ ਆ ਵਿਹਲਾ ਟਾਈਮ ਉਹਦੇ ਵਾਸਤੇ ਐਜੂਕੇਸ਼ਨ ਲਾ ਦਿਓ। ਬਾਕੀ ਟਾਈਮ ਜਿਹੜਾ ਫॉर ਮੈਨ ਤੋਂ, ਕਿਉਂਕਿ ਮਿਕਸ ਅਗਰ ਕਰੋਗੇ ਮਹੱਲਿਆਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ, ਉਹ ਲੇਡੀਜ਼ ਨਹੀਂ ਆਉਂਦੀ। ਅਨਫੋਰਚੂਨੇਟ ਪਾਰਟ ਇਹ ਆ ਕਿ ਸਾਡੀਆਂ ਜਿਹੜੀਆਂ ਪਿੰਡਾਂ ਦੀਆਂ ਲੇਡੀਜ਼ ਹੈਗੀਆਂ ਨੇ, ਤੇ ਉਹ ਇੰਨੀਆਂ ਇੱਕ ਕਿਸਮ ਦਾ ਹਾਊਸ ਅਰੈਸਟ ਹੈ ਉਹਨਾਂ ਵਾਸਤੇ, ਕਿਤੇ ਨਹੀਂ ਜਾ ਸਕਦੀਆਂ। ਉਹਨਾਂ ਘਰ ਨੂੰ ਸੰਭਾਲਣਾ ਆ, ਕੋਈ ਐਂਟਰਟੇਨਮੈਂਟ ਨਹੀਂ, ਕਿਤੇ ਜਾ ਕੇ ਪਿੰਡਾਂ ਦੀ ਆਪਣੀ ਕੋਈ ਕੰਪਨੀ ਨਾਲ ਗੱਲਬਾਤ ਕਰ ਸਕਣ। ਸੋ ਮੈਂ ਸਮਝਦਾ ਕਿ ਇਹ ਮਹੱਲਿਆਂ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਇਹ ਐਜੂਕੇਸ਼ਨ ਜਿਹੜੀਆਂ ਲਾਇਬ੍ਰੇਰੀ ਹੋਣੀਆਂ ਬਹੁਤ ਜ਼ਰੂਰੀ ਹੈ। ਉਸੇ ਕੋ ਕਮੇਟੀ ਜਿਹੜੀ ਆ ਫੰਡਸ ਵੀ ਅਰੇਂਜ ਕਰੇਗੀ, ਉਹ ਕਮੇਟੀ ਕੰਸਲਟ ਕਰਕੇ ਕਿਤਾਬਾਂ ਵੀ ਕਿਸ ਤਰ੍ਹਾਂ ਦੀ ਉਹ ਵੀ ਕਰੇਗੀ, ਔਰ ਤੁਸੀਂ ਇਹ ਕਰ ਸਕਦੇ ਹੋ ਕਿ ਮੈਂਬਰਸ਼ਿਪ ਬਣਾ ਲਓ ਜੀ, ਔਰ ਐਨੂਅਲ ਮੈਂਬਰਸ਼ਿਪ ਬਣਾ ਲਓ, ਬਣਾ ਕੇ ਤੇ ਕਿਤਾਬਾਂ ਜਿਹੜੀਆਂ ਆ ਸਕਦੀਆਂ। ਤੇ ਪਿੰਡਾਂ ਦੇ ਵਿੱਚ ਤਾਂ ਮੈਂ ਤੁਹਾਨੂੰ ਅੱਗੇ ਜਦੋਂ ਦੱਸ ਗਿਆ ਕਿ ਪਿੰਡਾਂ ਦੇ ਵਿੱਚ ਜਿਹੜੀਆਂ 2 ਚੀਜ਼ਾਂ ਦੀ ਲੋੜ ਹੁੰਦੀ ਹੈ, ਇੱਕ ਗੇਮਸ ਦੀ ਤੇ ਇੱਕ ਰੀਡਿੰਗ ਰੂਮ ਦੀ। ਹਾਂਜੀ, ਦੇ ਕੋਲ ਇੱਕ ਗਰਾਊਂਡ ਹੋਣੀ ਚਾਹੀਦੀ ਹੈ। ਜ਼ਮੀਨ ਹੈ, ਪੰਚਾਇਤੀ ਜ਼ਮੀਨ ਹੈਗੀ ਹੈ, ਪਤਾ ਨਹੀਂ ਇਸ ਕੰਮ ਲਈ ਇੱਕ ਜਿਹੜੀ ਗਰਾਊਂਡ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਬੜੀਆਂ ਸਸਤੀਆਂ ਗੇਮਾਂ ਹੋਣ, ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਇਸ ਤਰ੍ਹਾਂ ਜਿਹਦਾ ਬਹੁਤ ਖਰਚ ਨਹੀਂ ਹੁੰਦਾ, ਕੋਈ ਘੁੜ ਦਾ ਅਖਾੜਾ ਹੋਵੇ, ਕੋਈ ਕਬੱਡੀ ਦੀ ਜਿਹੜਾ ਹੋਵੇ, ਨਾਲ ਇੱਕ ਲਾਇਬ੍ਰੇਰੀ ਹੋਵੇ। ਹਾਂਜੀ, ਦੋ ਅਖਬਾਰਾਂ ਹੋਣ, ਤੇ ਉਹ ਅਖਬਾਰਾਂ ਜਿਹੜੀਆਂ ਡੇਲੀ ਆਉਂਦੀਆਂ, ਫਿਰ ਉਹਦੇ ਵਿੱਚ ਬੁੱਕ ਸਿਲੈਕਟਡ ਹੋਣ। ਉੱਦਾਂ ਜਿੱਦਾਂ ਮੁਹੱਲੇ ਦੀ ਕਮੇਟੀ ਬਣਾਈ ਤੇ ਇੱਕ ਪਿੰਡ ਦੀ ਵੀ ਜਿਹੜੀ ਆ ਲਾਇਬ੍ਰੇਰੀ ਕਮੇਟੀ ਹੋਵੇ, ਜਿਹਨਾਂ ਦਾ ਕੰਮ ਹੋਵੇ ਫਾਈਨੈਂਸ ਮੂਵਲਾਈਜ਼ ਕਰਨਾ, ਔਰ ਜਿਹਨਾਂ ਦਾ ਕੰਮ ਹੋਵੇ ਕਿਤਾਬਾਂ ਜਿਹੜੀਆਂ ਉਹ ਲਿਆ ਕੇ ਦੇਣੀਆਂ, ਔਰ ਜਿਹੜੇ ਇਹਨੂੰ ਮੈਨੇਜ ਕਰਨਾ। ਅਗਰ ਇਹ ਚੀਜ਼ ਹੋ ਜਾਏ ਤਾਂ ਫਿਰ ਇਹਦੇ ਵਿੱਚ ਲੇਡੀਜ਼ ਵਾਸਤੇ ਬੜਾ ਮੁਸ਼ਕਿਲ ਹੁੰਦਾ। ਉਹਨਾਂ ਵਾਸਤੇ ਵੀ ਟਾਈਮ ਰਿਜ਼ਰਵ ਹੋ ਜਾਏ ਕਿ ਡੇ ਟਾਈਮ ਦੇ ਵਿੱਚ, ਜਦੋਂ ਕਿ ਬਿਨਾਂ ਟਾਈਮ ਦਾ ਸਵੇਰ ਦਾ ਖਾਣਾ ਪੀਣਾ ਵੀ ਖਤਮ ਹੋ ਗਿਆ, ਦੁਪਹਿਰ ਦਾ ਹਾਲੇ ਸ਼ੁਰੂ ਨਹੀਂ ਹੋਇਆ, ਤੇ ਉਸ ਵੇਲੇ ਉਹ 2-3 ਘੰਟੇ ਜਿਹੜੇ 4 ਘੰਟੇ ਹੈਗੇ ਆ ਰਿਜ਼ਰਵ ਕਰ ਲਏ। ਮੈਨੂੰ ਹਾਲੇ ਸ਼ਹਿਰਾਂ ਵਿੱਚ ਜੋ ਕੁਛ ਹੈਗਾ, ਪਰ ਮੈਨੂੰ ਪਿੰਡਾਂ ਦੀ ਲੇਡੀਜ਼ ਤੇ ਬਹੁਤ ਤਰਸ ਆਉਂਦਾ, ਇਸ ਕਰਕੇ ਕਿ ਉਹਨਾਂ ਕੋਲ ਹੈ ਹੀ ਕੁਛ ਨਹੀਂ। ਨਾ ਉਹ ਸੈਰ ਨੂੰ ਜਾ ਸਕਦੀਆਂ, ਨਾ ਉਹਨਾਂ ਵਾਸਤੇ ਕੋਈ ਐਂਟਰਟੇਨਮੈਂਟ ਹੈ, ਨਾ ਉਹਨਾਂ ਵਾਸਤੇ ਕੋਈ ਲਿਟਰੇਚਰ ਹੈ। ਕਿੰਨੀਆਂ ਕਿਤਾਬਾਂ ਜੋ ਪੜ੍ਹੀ ਤੇ ਕਿੰਨੀਆਂ ਕਿਤਾਬਾਂ ਲੈ ਸਕਦੇ, ਕੋਈ ਫੈਸਿਲਿਟੀ ਉਹਨਾਂ ਵਾਸਤੇ ਹੋਣੀ ਚਾਹੀਦੀ ਹੈ। ਉਹਨਾਂ ਲਾਇਬ੍ਰੇਰੀਆਂ ਦੇ ਵਿੱਚੋਂ ਕਿਤਾਬ ਵੀ ਉਹਨਾਂ ਨੂੰ ਇਸ਼ੂ ਹੋ ਜਾਏ, ਤਾਂ ਕਿ ਵਿਹਲੇ ਮੌਕੇ ਅਗਰ ਉੱਥੇ ਨਹੀਂ ਤਾਂ ਉਹ ਕਿਤਾਬ ਪੜ੍ਹ ਸਕੇ। ਸੋ ਐਜੂਕੇਸ਼ਨ ਦੀ ਕੁਆਲਿਟੀ, ਐਜੂਕੇਸ਼ਨ ਦੀਆਂ ਜਿਹੜੀਆਂ ਕਿਤਾਬਾਂ ਉਹ ਕਮੇਟੀ ਦੇ ਮੁਤਾਬਕ, ਆਪਣੇ ਕਲਚਰ ਦੇ ਮੁਤਾਬਕ, ਆਪਣੀ ਨੀਡ ਦੇ ਮੁਤਾਬਕ ਉਹਨੂੰ ਮੈਨੇਜ ਕਰੀਦਾ। ਇਹ ਪਿੰਡਾਂ ਦੀ ਜਿਹੜੀਆਂ ਮੁਹੱਲਿਆਂ ਦੀਆਂ ਲਾਇਬ੍ਰੇਰੀਆਂ ਆਪਣੇ ਆਪ ਖੇਡ ਸਕਦੀ। ਉਹਦੇ 'ਚ ਗੌਰਮੈਂਟ ਕੀ ਕਰ ਸਕਦੀ ਹੈ ਕਿ ਮੈਚਿੰਗ ਗ੍ਰਾਂਟ ਦੇ ਸਕਦੀ, ਇੱਕ ਪ੍ਰੋਵੀਜ਼ਨ ਹੋਣੀ ਚਾਹੀਦੀ ਮੈਚਿੰਗ ਗ੍ਰਾਂਟ ਦੀ ਫॉर ਲਾਇਬ੍ਰੇਰੀ। ਜੇ ਫਰਜ਼ ਕੀਤਾ 1 ਲੱਖ ਰੁਪਇਆ ਕੀਤਾ ਤੇ ਗੌਰਮੈਂਟ ਵੀ ਇੰਟਾਈਟਲਡ ਟੂ 1 ਲੱਖ ਰੁਪਏ ਫਰਮ ਦੀ ਗੌਰਮੈਂਟ। ਇਕੁਅਲ 50% ਕੰਮ ਜ਼ਿਆਦਾ ਹੋ ਸਕੇ ਤਾਂ ਬਹੁਤ ਵਧੀਆ। ਇੱਕ ਬਜਟ ਹੋਣਾ ਚਾਹੀਦਾ ਸਰਕਾਰ ਦਾ ਮੈਚਿੰਗ ਗ੍ਰਾਂਟ ਵਾਸਤੇ ਲਾਇਬ੍ਰੇਰੀ ਕ੍ਰੀਏਟਡ, ਇਹ ਸਰ ਲਾਇਬ੍ਰੇਰੀ ਜਿਹੜਾ ਡਿਵੈਲਪ ਹੋ ਜਾਂਦੀ ਹੈ, ਕਿਉਂਕਿ ਜਿਹੜੇ ਫਾਈਨੈਂਸਿਸ ਨੇ ਉਹ ਬਹੁਤ ਇੰਪੋਰਟੈਂਟ। ਫਾਈਨੈਂਸ ਤੋਂ ਬਗੈਰ ਕੋਈ ਚੀਜ਼ ਨਹੀਂ ਚੱਲਦੀ। ਔਰ ਇਹਨੂੰ ਤੁਸੀਂ ਟੋਟਲ ਗਵਰਨਮੈਂਟ ਤੇ ਵੀ ਡਿਪੈਂਡ ਕਰ ਸਕਦੇ, ਤੇ ਟੋਟਲ ਤੁਸੀਂ ਆਪ ਵੀ ਨਹੀਂ ਮੈਨੇਜ ਕਰ ਸਕਦੇ। ਸੋ ਇਹ ਜਿਹੜੀ ਇੱਕ ਡਰਾਈਵ ਹੋਣੀ ਚਾਹੀਦੀ ਹੈ ਮਾਲੀਆ ਪਿੰਡਾਂ ਦੇ ਵਿੱਚ ਕਿ
ਲਾਇਬ੍ਰੇਰੀ ਬਣਾਉਣੀ ਹੈ ਔਰ ਉਹਦੇ ਵਿੱਚ ਦੇਖੋ ਕੋਈ ਅੱਜ ਕੱਲ੍ਹ ਸਾਡੇ ਪਿੰਡਾਂ ਦੇ ਵਿੱਚੋਂ NRI ਬਾਹਰ ਗਏ ਆ। ਦੇ ਆਰ ਆਲਸੋ ਲੁਕਿੰਗ ਬੈਕ ਕਿ ਵੀ ਸਾਡਾ ਪੁੱਟ ਮਨੀ ਫਾਰ ਦੀ ਪਰਪਸ। ਉਹਦੇ ਵਿੱਚ ਇਹ ਹੈ ਕਿ ਉਹ ਵੀ ਇਹਨਾਂ 'ਚ ਹੈਲਪ ਕਰ ਸਕਦੇ ਆ। ਤੁਸੀਂ ਮੈਂ NRI ਦੀ ਮਦਦ ਨਾਲ ਇੱਕ ਕਾਲਜ ਸਟੈਬਲਿਸ਼ ਕਰਤਾ ਸੀਗਾ। ਉਹ ਸਾਡੇ 120 ਦੇ ਕਰੀਬ NRI ਸੀਗੇ ਜਿਨ੍ਹਾਂ ਨੇ ਸਕੂਲ ਕੀਤਾ। ਵਨ ਆਫ ਦੀ ਬੈਸਟ ਕਾਲਜ ਵੀ ਕ੍ਰੀਏਟਡ ਦੇਅਰ। ਅੱਜ ਕੱਲ੍ਹ ਗੁਰੂ ਨਾਨਕ ਯੂਨੀਵਰਸਿਟੀ ਨੂੰ ਹੈਂਡਓਵਰ ਕੀਤਾ ਹੋਇਆ, ਹੁਣ ਉਹ ਆਪਣਾ ਯੂਨੀਵਰਸਿਟੀ ਦਾ ਕੰਸਟੀਟਿਊਟ ਕਾਲਜ ਹੈ। ਸੋ ਇਹ ਪੈਸਾ ਮੂਵਲਾਈਜ਼ ਹੋ ਸਕਦਾ, ਲਾਇਬ੍ਰੇਰੀ ਇਹ ਕਮਰੇ ਹੋ ਸਕਦਾ। ਫਰਕ ਸਿਰਫ ਇੰਨਾ ਆ ਕਿ ਜਿਹੜਾ ਪੈਸਾ ਦਿੰਦਾ ਨਾ ਉਹ ਇਹ ਹੋਵੇ ਕਿ ਪੈਸਾ ਜਿਹੜਾ ਉੱਥੇ ਯੂਟੀਲਾਈਜ਼ ਹੋ ਜਾਏ ਉਸ ਪਰਪਸ। ਅਗਰ ਇਹ ਯਕੀਨ ਹੁੰਦਾ ਪੈਸਾ ਦੇਣ ਨੂੰ ਨਹੀਂ ਰੁਕਦਾ। ਪ੍ਰੋਬਲਮ ਇੱਥੇ ਹੁੰਦੀ ਆ ਕਿ ਸਾਡੇ ਕਈ ਲੋਕ ਜਾਂਦੇ ਆ ਪੈਸਾ ਮੂਵ ਲੈ ਕੇ ਖਾ ਪੀ ਜਾਂਦੇ ਆ। ਉਹ ਜਿਹੜੀ ਗੱਲ ਨਹੀਂ ਨਾ ਉਹ ਸਾਰੇ ਦਾ ਪ੍ਰੈਸ਼ਰ ਖਰਾਬ ਕਰਦੀ। ਸੋ ਮੈਂ ਸਮਝਦਾ ਇਹ ਪੈਸੇ ਦੀ ਮੋਬਿਲਾਈਜੇਸ਼ਨ ਅਗਰ ਕਮੇਟੀ ਓਨੈਸਟ ਹੋਵੇ, ਲਾਇਬ੍ਰੇਰੀ ਕਮੇਟੀ ਲੋਕਲ ਵੀ ਕਰ ਸਕਦੀ ਹੈ, ਗਵਰਨਮੈਂਟ ਤੋਂ ਵੀ ਲੈ ਸਕਦੀ ਹੈ, ਬਾਹਰੋਂ ਹੋਰ ਵੀ ਡੋਨੇਸ਼ਨਾਂ ਲੈ ਸਕਦੀ ਹੈ। ਔਰ ਉਹਨੂੰ ਜਿਹੜੀ ਲਾਇਬ੍ਰੇਰੀ ਦੀ ਮੈਨੇਜਮੈਂਟ ਹੈ ਉਹਨੂੰ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ, ਜਿਹੜੀ ਕਿ ਆਪਣੇ ਇਹਨਾਂ ਨੂੰ ਉਹਦੇ ਨਾਲ ਮੇਲ ਖਾਦੀ ਹੋਵੇ। ਉਹਦਾ ਦੀ ਟਾਈਮ ਦੇ ਨਾਲ ਲੋਕਾਂ ਦੀ ਕਿਹੜੀ ਕੈਟੇਗਰੀ ਦਾ ਕੀ ਟਾਈਮ ਹੋਣਾ ਚਾਹੀਦਾ, ਕਿਸ ਤਰ੍ਹਾਂ ਦੀ ਵਾਰੀ ਕਿਉਂਕਿ ਡਿਫਰੈਂਟ ਹੁੰਦਾ, ਹਰ ਮਹੱਲੇ ਦਾ ਹਰ ਪਿੰਡ ਦਾ ਡਿਫਰੈਂਸ ਹੁੰਦਾ। ਸੋ ਮੈਨੇਜਮੈਂਟ, ਫੰਡ ਮੋਬਿਲਾਈਜੇਸ਼ਨ ਔਰ ਕਿਤਾਬਾਂ ਦੀ ਸਿਲੈਕਸ਼ਨ ਉਹਦੀ ਇੱਕ ਕਮੇਟੀ ਜਿਹੜੀ ਉਹ ਹੋਣੀ ਚਾਹੀਦੀ ਹੈ। ਸੋ ਇਹਦੇ ਨਾਲ ਜਿਹੜਾ ਸਾਰਾ ਜਿਹੜਾ ਠੀਕ ਹੋ ਜਾਊਗਾ। ਇਹ ਬਾਕੀ ਹੈ ਵੀ ਜਿਹੜੀਆਂ ਸਿਲੈਕਸ਼ਨ ਜਿਹੜੀਆਂ ਕਿਤਾਬਾਂ ਦੀਆਂ ਉਹ ਬਹੁਤ ਜ਼ਰੂਰੀ ਹੈਗੀਆਂ। ਐਗਜ਼ਾਮਪਲ ਮੈਂ ਜਿਹੜੀ ਹਰ ਲਾਇਬ੍ਰੇਰੀ ਵਿੱਚ ਹੋਣੀ ਚਾਹੀਦੀ ਹੈ ਕਿ ਪੰਜਾਬੀ ਸਾਹਿਤ ਅਕੈਡਮੀ ਜਿਹੜੀ ਹੈ ਨਾ ਦਿੱਲੀ ਵਾਲੀ, ਉਹ ਹਰ ਸਾਲ ਹਰ ਲੈਂਗੁਏਜ ਤੇ ਜਿਹੜੀ ਬੈਸਟ ਬੁੱਕ ਹੈ, ਹਰ ਲੈਂਗੁਏਜ ਤੇ ਮੈਂ ਕਹਿ ਰਿਹਾ ਨਾਟ ਪੰਜਾਬੀ ਹੋਣੀ, ਹਰ ਲੈਂਗੁਏਜ ਦੇ ਉੱਤੇ ਉਹ ਇੱਕ ਅਵਾਰਡ ਦਿੰਦੀ ਹੈ ਬੈਸਟ ਬੁੱਕ। 20-22 ਲੈਂਗੁਏਜ ਦੇ ਵਿੱਚੋਂ ਉਹ ਅਵਾਰਡ ਦਿੰਦੀ ਹੈ ਹਰ ਬੈਸਟ ਬੁੱਕ ਹਰ ਸਾਲ। ਬਹੁਤ ਦੇਰ ਦੀ ਲੱਗੀ ਆ, ਕਮ ਸੇ ਕਮ 50 ਸਾਲ ਹੋ ਗਏ। ਹਰ ਲੈਂਗੁਏਜ ਦੇ ਬੁੱਕ ਜਿਹੜੀਆਂ 30-40 ਪਈ। ਸਾਨੂੰ ਜਿਹੜੀ ਆ ਇੱਥੇ ਪੰਜਾਬ ਦੇ ਵਿੱਚ ਪੰਜਾਬੀ ਇੰਗਲਿਸ਼ ਦੀ ਜਿਹੜੀਆਂ ਬੈਸਟ ਬੁੱਕਸ ਨੇ ਨਾ ਉਹ ਟਰਾਂਸਲੇਟ ਕਰਦੇ ਨੇ। ਨਾਟ ਓਨਲੀ ਕਿ ਉਹ ਕਿਤਾਬ ਜਿਹੜੀ ਆ ਉਹ 20-22 ਬੁੱਕਸ ਹੈਗੀਆਂ, ਲੇਕਿਨ ਹਰ ਲੈਂਗੁਏਜ ਦਾ ਜਿਹੜੀ ਬੈਸਟ ਬੁੱਕ ਹੈ ਬਾਕੀ ਲੈਂਗੁਏਜ ਟਰਾਂਸਲੇਟ ਹੁੰਦੀ ਆ। ਉਹਦੀ ਜਿਹੜੀ ਟਰਾਂਸਲੇਟ ਬੁੱਕ ਹੈ ਥਰੂ ਇੰਡੀਆ ਦੀਆਂ ਜਿਹੜੀਆਂ ਬੈਸਟ ਬੁੱਕਸ ਹੋਣਗੀਆਂ ਇਨ ਐਵਰੀ ਲੈਂਗੁਏਜ ਉਹ ਅਵੇਲੇਬਲ ਹੈ ਉੱਥੇ। ਔਰ ਉਹ ਪੈਕ ਹੈ, ਅਗਰ ਉਹਨਾਂ ਨੂੰ ਮਤਲਬ ਡਿਮਾਂਡ ਚਲੀ ਜਾਵੇ ਤਾਂ ਹੋਰ ਵੀ ਬਿਲਕੁਲ ਵਿੱਚ ਇਹ ਪੈਕ ਜਿਹੜਾ ਨਾ ਜਿਹੜਾ ਸਾਰੀਆਂ ਲੈਂਗੁਏਜ ਦੀ ਟਰਾਂਸਲੇਟਡ ਇੰਗਲਿਸ਼, ਹਿੰਦੀ, ਪੰਜਾਬੀ ਐਂਡ ਇੰਗਲਿਸ਼ ਜਿਹੜੀਆਂ ਉਹ ਲਾਇਬ੍ਰੇਰੀ 'ਚ ਹੋਣਾ ਚਾਹੀਦਾ। ਮੈਨੂੰ ਨਹੀਂ ਮੈਥ ਕਿ ਸਾਡੇ ਸਕੂਲਾਂ ਤੇ ਕਾਲਜਾਂ ਦੀ ਵੀ ਉਹ ਪੂਰਾ ਪੈਕ ਪਿਆ ਹੋਵੇ ਲਿਟਰੇਚਰ ਦੇ ਹਿਸਾਬ ਨਾਲ, ਕਿਉਂਕਿ ਲਿਟਰੇਚਰ ਜਿਹੜਾ ਹੈ ਸਾਇੰਸ ਨੂੰ ਲੀਡ ਕਰਦਾ ਹੈ, ਥਾਟ ਪ੍ਰੋਸੈਸ ਹੈ, ਇਹ ਵਿਜ਼ਨ ਹੈ ਇਨ ਫਿਊਚਰ ਦਾ। ਯਾਨੀ ਜਿਹੜਾ ਬੰਦਾ ਰਾਈਟਰ ਹੈ ਉਹ ਰਾਈਟਰ ਦੀ ਜਿਹੜੀ ਵਿਜ਼ਨ ਹੈ ਉਹ ਬੜੀ ਡਿਫਰੈਂਟ ਹੈ ਦੂਸਰਿਆਂ ਨਾਲੋਂ। ਉਹ ਤੁਹਾਨੂੰ ਸੋ ਇਸ ਤਰ੍ਹਾਂ ਇਹ ਜਿਹੜੇ ਆ ਉਹ ਅਗਰ ਉਹ ਕਿਪ ਹੋ ਜਾਣ ਤੇ ਨਥਿੰਗ ਲਾਈਕ ਦੈਟ। ਸੋ ਇਹਨਾਂ ਇਸ ਤਰ੍ਹਾਂ ਜਿਹੜੀ ਲਾਇਬ੍ਰੇਰੀ ਬਣ ਸਕਦੀਆਂ। ਪ੍ਰੋਬਲਮ ਹਮੇਸ਼ਾ ਮੈਂ ਕਿਹਾ ਪਹਿਲਾਂ ਫੰਡ ਦੀ ਹੈ, ਪਰ ਇਹ ਫੰਡ ਮੋਬਿਲਾਈਜ਼ ਹੋ ਜਾਏ ਅਗਰ ਓਨੈਸਟਲੀ ਕੋਈ ਕਮੇਟੀ ਜਿਹੜੀ ਆ ਉਹ ਕੰਮ ਕਰੇ। ਸੋ ਬਾਕੀ ਇਹ ਵੀ ਬਹੁਤ ਇੰਪੋਰਟੈਂਟ ਚੀਜ਼ ਮੈਂ ਇੱਕ ਚੀਜ਼ ਫਿਰ ਕਰਨਾ ਚਾਹੁੰਦਾ ਕਿ ਐਜੂਕੇਸ਼ਨ ਤੋਂ ਬਿਨਾਂ ਇਹ ਡੈਮੋਕ੍ਰੇਸੀ ਬਿਲਕੁਲ ਸਟੈਰਾਈਲ ਹੈ, ਉਹ ਵਿਸ਼ੇਟ ਹੋ ਜਾਂਦੀ ਹੈ। particularly civics or ethics ਦੀ ਹਰ ਲੈਵਲ ਤੇ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀ ਸਾਡੀ ਵੋਟਰ ਸਾਡਾ ਲੋਕ ਆਪਣੀ ਲਾਈਫ ਨੂੰ ਸਮਝ ਸਕਣ ਔਰ ਆਪਣੀ ਜਿਹੜੀ ਜ਼ਿੰਮੇਵਾਰੀ ਟੁਵਰਡ ਦੀ ਡੈਮੋਕ੍ਰੇਸੀ ਨਿਭਾ ਸਕਣ। ਇਹ ਜਿਹੜਾ ਇਹ ਬੜਾ ਇੰਪੋਰਟੈਂਟ ਆਸਪੈਕਟ ਹੈ। So with this I end up and thank you very much for listening. Thank you. ਬਾਪੂ ਜੀ ਬਹੁਤ ਤੁਸੀਂ ਕਮਾਲ ਕਰਤੀ, ਬਹੁਤ ਅੱਛਾ ਤੁਸੀਂ ਐਨਸਾਈਕਲੋਪੀਡੀਆ ਵਿਜ਼ਡਮ ਦੇ। ਮੇਰੇ ਕੋਲ ਦੋ ਸਵਾਲ ਨੇ ਮੇਰੇ ਮਨ 'ਚ, ਮੈਂ ਤੁਹਾਨੂੰ ਪੁੱਛ ਲਾਂ ਜੇ ਆਗਿਆ ਦਿਓ। ਇਹ ਸਾਰਾ ਸਿਸਟਮ ਆਫ ਐਜੂਕੇਸ਼ਨ CBSE ਇਜ਼ ਦ ਬੈਟਰ ਜਾਂ ਐਜੂਕੇਸ਼ਨ ਬੋਰਡ ਨਾਲੋਂ CBSE ਨਾਲ ਆਪਾਂ ਕਰ ਸਕਦੇ ਹਾਂ ਸਾਰਾ ਕੁਝ? ਮੈਂ ਨਹੀਂ ਸਮਝਦਾ। ਦੇਖੋ ਜੇ ਇੱਕ ਬੋਰਡ ਬਣਾ ਤਾਂ ਆਪਣਾ ਚਾਹੀਦਾ ਪੰਜਾਬ ਦਾ, ਔਰ ਪੰਜਾਬ ਦੀ ਰੈਲੇਵੈਂਸ ਦੇ ਮੁਤਾਬਕ ਉਹ ਸਿਲੇਬਸ ਨੇ ਜਿਹੜੇ ਥੋੜੇ ਜਿਹੇ CBSE ਦਾ ਜਿਹੜਾ ਬੈਸਟ ਸਿਲੇਬਸ ਹੈ ਉਹਨੂੰ ਲੈ ਲੈਣ।
ਹਾਂਜੀ ਲੈ ਐਨਸੀ ਤੇ ਆਪਣੇ ਕਲਚਰ ਆਪਣੀ ਨੀਡ ਦੇ ਮੁਤਾਬਕ ਥੋੜਾ ਡਾਲ ਕਰ ਬਿਲਕੁਲ ਹਾਂਜੀ ਤੇ ਜਿਹੜਾ ਵੀ ਤੁਸੀਂ ਇਹ ਨਹੀਂ ਕਿ ਹਿਸਟਰੀ ਰਹੀ ਤੇ ਦੂਸਰੇ ਜਾਂ ਜਿਹੜੇ ਸਕੂਲ ਨੇ ਜਾਂ ਆਪਣੇ ਇਹ ਨੇ ਪੰਜਾਬ ਬੋਰਡ ਦੇ ਹੋਣੇ ਚਾਹੀਦੇ ਆ ਲੇਕਿਨ ਉਹਦੇ ਵਿੱਚ ਦੂਸਰੀ ਗੱਲ ਇਹ ਹੈ ਇਹ ਪੰਜਾਬ ਬੋਰਡ ਦੇ ਵਿੱਚ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਬਹੁਤ ਬੜੀ ਚੀਜ਼ ਹੈ ਇੱਥੇ ਬਹੁਤ ਕੰਪੀਟੈਂਟ ਬੰਦਾ ਜਿਹੜਾ ਚੇਅਰਮੈਨ ਚਾਹੀਦਾ ਔਰ ਜਿਹੜੀ ਆ ਦਿਸ ਸ਼ੁੱਡ ਬੀ ਪੋਲਿਟਿਕਸ ਫ੍ਰੀ ਬੋਰਡ ਆਲ ਟੂਗੇਦਰ ਇਹਦੇ ਗਵਰਨਮੈਂਟ ਦਾ ਇੱਕ ਬਜਟ ਹੋਵੇ ਜਿਹੜਾ ਬਜਟ ਉਹਨੂੰ ਮਿਲ ਜਾਏ ਦੈਟਸ ਇਟ ਉਸ ਤੋਂ ਬਾਅਦ ਜਿਹੜਾ ਹੈਗਾ ਉਹਦੀ ਇਵੈਲੂਏਸ਼ਨ ਕਮੇਟੀ ਯਾਨੀ ਇਹਨੂੰ ਇੱਕ ਆਟੋਨਮੀ ਮਿਲ ਜਾਏ ਕਿਸਮ ਦੀ ਜਾਂ ਆਟੋਨੋਮਸ ਬੋਡੀ ਬਣਾ ਕੇ ਅਗਰ ਚੱਲਾਂਗੇ ਕੋਰਸ ਵਰਕ ਅਸੀਂ ਬੈਸਟ ਕਰਕੇ ਦੇ ਅਸੀਂ ਵੀ ਕੈਨ ਟੇਕ ਦੀ ਅਦਰ ਡਿਸਟ੍ਰਿਕਟਸ ਜਿਹੜਾ ਕਿ ਨੇ ਸਟੇਟ 'ਚ ਉਹਨਾਂ ਦੇ ਕੋਰਸ ਲੈ ਨੇ ਐਂਡ ਡਿਵੈਲਪ ਦੀ ਬੈਸਟ ਕੋਰਸ ਉਹਦੇ ਵਾਸਤੇ ਇੱਕ ਐਕੈਡਮਿਕ ਜਿਹੜੀ ਆ ਉਹ ਕਾਉਂਸਲ ਹੋਣੀ ਚਾਹੀਦੀ ਹੈ ਜਿਹੜੀ ਕੋਈ ਕਾਉਂਸਲ ਸਕੂਲਾਂ ਦੇ ਨੂੰ ਜਿਹੜੀ ਆ ਬੈਸਟ ਉਹਨੂੰ ਜੱਜ ਕਰ ਔਰ ਉਹਨੂੰ ਡਿਵੈਲਪ ਕਰ ਦੇਤਾ ਜਵਾਬ ਮੈਂ ਕਿ ਨਹੀਂ ਹਾਂਜੀ ਦੇਤਾ ਬਾਪੂ ਜੀ। ਪਰ ਮੈਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਮੈਂ 40% ਫੇਕ ਦੇਖਿਆ ਉਹਦੇ ਸਰਟੀਫਿਕੇਟ ਅਸਲੀ ਸਰਟੀਫਿਕੇਟ +2 ਦੇ ਜਾਂ ਮੈਟ੍ਰਿਕ ਦੇ ਓਰੀਜਨਲ ਸਰਟੀਫਿਕੇਟ ਬਾਹਰ ਵਿਕਦੇ ਦੇਖੇ ਆ ਇਹੀ ਨਹੀਂ ਯੂਨੀਵਰਸਿਟੀਆਂ ਦੇ ਵਿਕਦੇ ਆ ਹਾਂਜੀ ਤੋਂ ਵਿਕਦੇ ਆ ਉਹ ਤੇ ਮੋਰਲ ਨਾ ਐਥਿਕਸ ਨੇ ਨਾ ਹਾਂਜੀ ਉਹ ਮੈਂ ਇਸੇ ਕਰਕੇ ਕਹਿ ਰਿਹਾ ਕਿ ਉਹਦੀ ਐਕੈਡਮਿਕ ਕਾਉਂਸਲ ਹੋਵੇ ਜਿਹਦੇ ਨਾਲ ਹਾਂਜੀ ਕੰਟਰੋਲ ਔਰ ਇਹਦੀ ਵੈਲਿਊ ਜੋ ਕਰਦੇ ਆ ਹਾਂਜੀ ਮਤਲਬ ਇੰਸਟੀਟਿਊਸ਼ਨ ਨੂੰ ਹੋਰ ਦੋ ਨਹੀਂ ਮਾਰਦਾ ਹੁੰਦਾ ਜਿਹੜਾ ਹਾਂਜੀ ਇਹ ਜਿਹੜੇ ਅਸੀਂ ਆਏ ਆਪਣੇ ਆਪ ਹੀ ਬੋਰਡ ਮਰਿਆ ਇਸ ਮਾਮਲੇ 'ਚ ਕਿਸੇ ਨੇ ਨਹੀਂ ਮਾਰਿਆ ਬਿਲਕੁਲ ਹਾਂਜੀ ਉਹ ਜਿਹਾ ਲਾਤੇ ਜਿਹਨੂੰ ਪ੍ਰੋਪਰਲੀ ਕੰਟਰੋਲ ਨਹੀਂ ਕਰ ਸਕਦੇ ਬਿਲਕੁਲ ਹਾਂਜੀ ਇਹ ਕਰਨੀਆਂ ਪੋਲੀਟੀਕਲ ਮਾਈਲੇਜ ਹੈ ਮੇਰੇ ਚਾਚੇ ਤਾਏ ਦਾ ਪੁੱਤ ਹੈ ਜਾਂ ਇਸ ਤਰ੍ਹਾਂ ਇਦਾਂ ਨਹੀਂ ਹੋਣੀ ਚਾਹੀਦੀ ਸਿਲੈਕਸ਼ਨ ਜਿਹੜੀ ਹੈ ਚੇਅਰਮੈਨ ਦੀ ਮੋਰ ਕੇਅਰਫੁਲ ਦੈਨ ਵਿਦ ਦੀ ਵਰਕ ਅਨਫੋਰਚੂਨੇਟ ਇਹ ਕਿ ਸਾਡੇ ਹਰ ਲੈਵਲ ਤੇ ਪੋਲਿਟਿਕਸ ਘੁਸੀ ਹੋਈ ਹੈ ਜੇ ਫਰਜ਼ੀ ਤਾਂ ਜਿਹੜੀ ਪਾਰਟੀ ਆਉਂਦੀ ਹੈ ਉਹ ਆਪਣਾ ਬੰਦਾ ਉਹਦੇ ਚ ਲੋਕ ਕੋਸ਼ਿਸ਼ ਕਰਦੀ ਹੈ ਉਹ ਇਹ ਨਹੀਂ ਵੇਖਦੀ ਵੀ ਕੰਪੀਟੈਂਸ ਕਿਹਦੀ ਕਿਹੜੀ ਹੈ ਆ ਸਾਡੀ ਯੂਨੀਵਰਸਿਟੀ ਸਾਡੇ ਕਾਲਜਾਂ ਦਾ ਸਾਡੇ ਸਕੂਲਾਂ ਦੇ ਹਾਲ ਹੋਇਆ ਤੇ ਉਹ ਇਹ ਜਿਹੜੀ ਨੇ ਦੇਖੋ ਤੁਸੀਂ ਕਾਲਜਾਂ ਦੀ ਗੱਲ ਕਰ ਲਓ ਸਕੂਲ ਦੀ ਜਿਹੜੀ ਆ ਚੰਡੀਗੜ੍ਹ ਦੇ ਨੇੜੇ ਤੇੜੇ ਜਿਹੜਾ ਸਕੂਲ ਹੈ ਜਾਂ ਕਾਲਜ ਹੈ ਉਹਨਾਂ ਜਿਹੜੇ ਲਿਆਦਾ ਨੇ ਲੋਕ ਜਿਹੜੇ ਸਪਰੈਡ ਆ ਉੱਥੇ ਟੀਚਰ ਹੈ ਨਹੀਂ ਕਿਉਂ ਕਿ ਜਿਹੜੇ ਐਡਮਿਨਿਸਟ੍ਰੇਟਿਵਲੀ ਪਾਵਰਫੁਲ ਬੰਦੇ ਆ ਉਹਨੇ ਆਪਣੀਆਂ ਵਾਈਫਸ ਔਰ ਆਪਣੀਆਂ ਉੱਥੇ ਲਵਾਈਆਂ ਨੇ ਹਾਂਜੀ ਐਜੂਕੇਸ਼ਨ ਦਾ ਵਿਗੜਨੀ ਹੈ ਕਿਸੇ ਵਿੱਚ ਤਾਂ ਕੋਈ ਕੰਸੀਡਰੇਸ਼ਨ ਕਿਸੇ ਰਿਲੀਜਨ ਕਿਸੇ ਕਮਿਊਨਿਟੀ ਕਿਸੇ ਸੈਕਟ ਦੀ ਨਹੀਂ ਹੋਣੀ ਚਾਹੀਦੀ ਨਾ ਫਾਰ ਐਗਜ਼ਾਮਪਲ ਸਾਡੇ ਕੋਲ ਮੇਰੇ ਕੋਲ ਲੁਧਿਆਣਾ 2 DAV ਸਕੂਲ ਹੈ ਹਾਂਜੀ ਇਹ ਵੀ ਸਕੂਲ ਦੀਆਂ ਜਦ ਟੀਚਰ ਸਿਲੈਕਟ ਕਰਦੇ we don't look together ਸਕੂਲ ਨੇ ਚਾਰ ਲੇਕਿਨ ਇਹਦੇ ਵਿੱਚ ਇਹ ਹੈ ਕਿ ਸਾਡੀਆਂ ਦੋਏ ਸਕੂਲਾਂ ਵਿੱਚ ਜਿਹੜੀ ਉਹ ਸਿੱਖ ਨੇ ਦਿੱਤੀ ਸਾਡੀ ਕੋਲ ਮਿਊਜ਼ਿਕ ਡਿਪਾਰਟਮੈਂਟ ਦੂਸਰੇ ਵਿੱਚ ਸਾਡੀ ਕੋਲ ਹੈਗੀ ਹੈ ਸਾਡੀ ਕੋਲ ਜਿਹੜੀ ਕ੍ਰਿਸਚੀਅਨ ਵੀ ਹੈਗੀ while selecting the teacher we don't look to anything the competence ਆਵੇ ਕਰਕੇ ਜਿਹੜੇ ਸਿੱਖ ਜਿਹੜਾ ਉਹ ਟਿਲਟ ਹੋ ਜਾਂਦੇ ਸਿੱਖ ਵੱਲ ਨੂੰ ਜਿਹੜੀ ਹਿੰਦੂ ਜਿਹੜਾ ਹਿੰਦੂ ਵੱਲ ਟਿਲਟ ਹੋ ਜਾਂਦੇ ਕ੍ਰਿਸਚੀਅਨ ਦਾ ਕ੍ਰਿਸਚੀਅਨ ਟਿਲਟ ਹੋ ਜਾਂਦੀ ਐਂਡ ਦੇ ਡੋਂਟ ਰੀਅਲਾਈਜ਼ ਕਿ ਇੱਕ ਟੀਚਰ ਜਿਹੜਾ ਸਿਰਫ ਇਸ ਕਰਕੇ ਜਿਹੜਾ ਇਹ ਸਿੱਖ ਹੈ 30 ਸਾਲ ਉਸ ਬੰਦੇ ਨੇ ਜਿਹੜੀ ਆ ਐਜੂਕੇਸ਼ਨ ਮਾਰ ਕੇ ਰੱਖ ਦੇਣੀ ਹੈ ਕੰਪਿਊਟਰ ਦੂਜੇ ਪਾਸੇ ਅਗਰ ਉਹ ਕੰਪੀਟੈਂਟ ਬੰਦਾ ਕਿਸੇ ਵੀ ਰਿਲੀਜਨ ਦਾ ਹੈਗਾ ਉਹ 30 ਸਾਲ ਬੱਚਿਆਂ ਨੂੰ ਉੱਪਰ ਚੁੱਕੇਗਾ ਮਾਰੇਗਾ ਉਹਨੂੰ ਬੰਦੇ ਬਣਾਏਗਾ ਸੋ ਇਹ ਸਾਡੀ ਜਿਹੜੇ ਸਿਲੈਕਸ਼ਨ ਪ੍ਰੋਸੈਸ ਹੈ ਨਾ ਇਹ ਬੜੀਆਂ ਬਾਇਸਡ ਨੇ ਐਂਡ ਦੈਟ ਕ੍ਰੀਏਟਸ ਅ ਪ੍ਰੋਬਲਮ ਇਨ ਐਜੂਕੇਸ਼ਨ ਤੇ ਜਿਹੜਾ ਬੱਚੇ ਦਾ ਟੀਚਰ ਦਾ ਜਿਹੜਾ ਰਿਲੇਸ਼ਨ ਦਾ ਉਹ ਬੱਚੇ ਦਾ ਬਾਪ ਦਾ ਹੁੰਦਾ ਮਾਂ ਬਾਪ ਦਾ ਬੱਚੇ ਦੇ ਬੱਚਿਆਂ ਦਾ ਹੁੰਦਾ ਇਹ ਰਿਲੇਸ਼ਨਸ਼ਿਪ ਇਸ ਰਿਲੇਸ਼ਨ ਨੂੰ ਸਮਝਣ ਵਾਸਤੇ ਇਹਦੇ ਵਿੱਚ ਕੋਈ ਮੈਂ ਤੁਹਾਨੂੰ ਇੱਕ ਮਿਸਾਲ ਦੱਸਦਾ ਮੈਂ 7ਵੀਂ ਜਮਾਤ ਚੋਂ ਫੇਲ ਹੋ ਗਿਆ ਸੀ ਇੱਕ ਸਕੂਲ ਦੇ ਵਿੱਚ ਤੇ ਮੇਰਾ ਸਕੂਲ ਬਦਲ ਦਿੱਤਾ ਉੱਥੇ ਮੁਸਲਿਮ ਟੀਚਰ ਸੀ ਸੂਫੀ ਮੁਹੰਮਦ ਦੀ ਉਸੇ ਮੈਂ ਐਸਾ ਛਾਂਟਿਆ ਮਤਲਬ ਪਿਆਰ ਦੇ ਨਾਲ
ਜੇ ਮੈਂ 7ਵੀਂ ਚੋਂ ਫੇਲ ਹੋਣਾ 8ਵੀਂ ਚੋਂ ਉਸ ਵੇਲੇ ਦੇ ਪੰਜਾਬ ਦਾ ਦਿਲ ਅੰਦਾਜ਼ਾ ਲਾ ਲਓ ਉਸ ਵੇਲੇ ਦੇ ਪੰਜਾਬ ਦਾ ਮੈਂ ਬੋਰਡ 'ਚ ਮੇਰਾ 6ਵਾਂ ਨੰਬਰ ਸੀ ਦਿਸ ਇਜ਼ ਅ ਟੀਚਰ ਔਰ ਇਹਨੂੰ ਮੈਂ 30 ਸਾਲਾਂ ਦੇ ਬਾਅਦ ਜਾ ਕੇ ਪਾਕਿਸਤਾਨ ਵਿੱਚ ਉਹਦੇ ਨਾਂ ਤੇ ਵਜ਼ੀਫਾ ਇੰਸਟੀਚਿਊਟ ਕੀਤਾ ਜਿਹੜਾ ਚੱਲ ਰਿਹਾ ਟੂ ਵੀ ਮੁਹੰਮਦ ਦੀ ਮੈਰਿਟ ਸਕਾਲਰਸ਼ਿਪ ਔਰ ਇਹਨੇ ਸਾਲਾਂ ਦਾ ਚੱਲਦਾ 78 ਤੋਂ ਚੱਲ ਰਿਹਾ ਹੈ ਮੈਂ ਉਸ ਵੇਲੇ 5 ਲੱਖ ਰੁਪਈਆ ਦਿੱਤਾ ਸੀਗਾ ਫਿਰ ਉਹ ਹੋਰ ਪੈਸੇ ਭੇਜੇ ਕੰਟੀਨਿਊਸਲੀ 8 ਸਕਾਲਰਸ਼ਿਪ ਦਿੱਤਾ ਉਹਨਾਂ ਦੇ ਬੋਰਡ ਤੇ ਲਿਖਿਆ ਥੱਲੇ ਲਿਖਿਆ ਉੱਤੇ ਆਈ ਡਾਕਟਰ ਸਰਦਾਰਾ ਸਿੰਘ ਜੌਲ ਹਿਸ ਸਟੂਡੈਂਟਸ ਆਰ ਸਿੰਘ ਜੌਲ ਫਰਮ ਇੰਡੀਆ ਮੁਸਲਮਾਨ ਟੀਚਰ ਹੈ ਪਾਕਿਸਤਾਨ ਦਾ ਹੈ ਇੱਥੇ ਇੱਕ ਸਿੱਖ ਹੈ ਔਰ ਹਿੰਦੁਸਤਾਨ 'ਚ ਉਹ ਇੰਸਟੀਚਿਊਟ ਕਰਦਾ ਉਹਦਾ ਦਿਸ ਇਜ਼ ਟੀਚਰ ਰਿਲੇਸ਼ਨਸ਼ਿਪ ਯੂ ਸੀ ਇਟਸ ਲਾਈਕ ਪੇਰੈਂਟਸ Yes. ਉਹ ਫੀਲ ਅਗਰ ਹੋਵੇ ਨਾ ਆਪਣੇ ਟੀਚਰ ਦੇ ਵਿੱਚ ਫਿਰ ਉਸ ਤੋਂ ਉੱਪਰ ਜਾ ਸਕਦਾ ਸੋ ਭਾਰਦਵਾਜ ਜੀ एवरीबॉडी कैन नॉट बी टीचर और Yes. टीचर इज नॉट ए नौकर नहीं है सर्वेंट नहीं है ये नेशन बिल्डर Yes. और ਉਹ ਇਹ ਜਿਹੜੀਆਂ ਇਹ ਸਮਝਣ ਦੀ ਲੋੜ ਹੈ ਇਹ ਜਿਹੜੇ ਇੱਥੇ ਕਿਸੇ ਨੇ ਹੋਰ ਕੋਈ ਜੋਬ ਨਹੀਂ ਮਿਲਦਾ ਮਾਸਟਰ ਲੱਗ ਗਿਆ ਉਹ ਟੀਚਰ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਉਹ ਜਿਹੜੀ ਆ ਇਹ ਡਿਸਿਪਲਿਨ ਜਿਹਨੂੰ ਕਹਿੰਦੇ ਆ ਰੂਟਸ ਇੱਥੇ ਨੇ ਜੇ ਅੱਜ ਸਾਡੀ ਕਿਨੇ ਅਸੀਂ ਅੱਛੇ ਇੰਜੀਨੀਅਰ ਪੈਦਾ ਕੀਤੇ ਕਿਨੇ ਡਾਕਟਰ ਪੈਦਾ ਕੀਤੇ ਸਭ ਕੀਤੇ ਲੇਕਿਨ ਐਥਿਕਸ ਕਿੱਥੇ ਨੇ ਉਹਨਾਂ ਦੇ ਹੈ ਇਹ ਅਸੀਂ ਜਿੰਨੇ ਚਲਾਕ ਪੋਲੀਟੀਸ਼ੀਅਨ ਅਸੀਂ ਬਣਾਇਆ ਟੀਚਰ ਦੇ ਵੀ ਆਰ ਰਿਸਪੌਂਸਿਬਲ ਫਾਰ ਇਟ ਅਗਰ Yes. ਸਾਡਾ ਅੱਜ ਡਾਊਨ ਗ੍ਰੇਡ ਜਾ ਰਹੇ ਅਸੀਂ ਵੀ ਆਰ ਗੈਟਿੰਗ ਡਾਊਨ ਦੀ ਡ੍ਰੇਨ ਇਟ ਇਜ਼ ਵੀ ਆਰ ਰਿਸਪੌਂਸਿਬਲ ਟੀਚਰਸ ਆਰ ਰਿਸਪੌਂਸਿਬਲ ਔਰ ਟੀਚਰ ਹੀ ਨੂੰ ਬੈਕ ਕਰ ਸਕਦੇ Yes. else can nobody else can change नहीं कर सकता एक टीचर ही इसका कर दूंगा तो कितनी ऑनेस्ट कितनी की नॉलेज कितना कि ह्यूमन बीइंग बनाना अपने को भेजदा कले ਨੂੰ ਉਹ ਟੀਚਰ ਦੀ ਜ਼ਿੰਮੇਵਾਰੀ ਜਨਤਕ ਨਹੀਂ ਹੁੰਦੀ ਕੋਈ ਨੇਸ਼ਨ ਦੇ ਠੀਕ ਨਹੀਂ ਕਰ ਸਕਦੀ तो देखो ਕਿੰਨੀਆਂ ਨਕਲਾਂ ਕਰਦੇ ਆਪ ਨਕਲਾਂ ਕਰਦੇ ਨੇ ਕਰਾਉਂਦੇ ਨਹੀਂ ਇਹ ਟੀਚਰ ਤੁਸੀਂ ਦੇਖੋ ਮੈਂ ਯੂਐਸ ਵੀ ਪੜਾਇਆ 2 ਸਾਲ ਆਪਣੇ ਬੜੀ ਯੂਨੀਵਰਸਿਟੀ ਚ ਹਾਰ ਸਟੇਟ ਯੂਨੀਵਰਸਿਟੀ ਇਹ ਕਰਦੇ ਹੋ ਨਾ ਟੀਚਰ ਉੱਥੇ ਕੋਈ ਲੋੜ ਨਹੀਂ ਸਟੂਡੈਂਟਸ ਆਰ ਦੈਮਸੈਲਫ ਜਿਹੜੇ ਨਾ ਆਪਣੇ ਬੀਐਡ ਕਰਦੇ ਨੇ ਕੋਈ ਲੈ ਤਾਂ ਕੋਈ ਨਕਲ ਮਾਰਦਾ ਕਿੱਦਾਂ ਮਾਰਦਾ ਉਸ ਵਿੱਚ ਇੱਕ ਐਥਿਕਸ ਬਣ ਗਈ ਇੱਕ ਸਿਸਟਮ ਬਣ ਗਈ ਕਿ ਵੀ ਨਕਲ ਮਾਰ ਕੇ ਜਿਹੜਾ ਬੰਦਾ ਪਾਸ ਹੋ ਸਾਡੇ ਰਾਈਟਸ ਤੇ ਹੱਕ 50 ਬੱਚੇ ਇਮਤਿਹਾਨ ਦੇ ਰਿਹਾ 2 ਬੰਦੇ ਨਕਲ ਮਾਰ ਕੇ ਪਾਸ ਹੁੰਦੇ ਆ ਉਹ ਚੰਗੇ ਨੰਬਰ ਲੈ ਜਾਂਦੇ ਆ ਔਨ ਹੂਜ਼ ਕਾਸਟ ਬਾਕੀ ਦੇ 48 ਤੇ ਤੋਂ ਬਾਕੀ ਦੇ 48 ਨੂੰ 2 ਨੂੰ ਜਿਹੜਾ ਬਿਲਕੁਲ ਕਿਸੇ ਲੋੜ ਹੀ ਨਹੀਂ ਹੈ ਮੈਂ ਜਿੱਦਾਂ ਤੇ ਪੜਾਉਂਦਾ ਰਿਹਾ ਮੈਂ ਕਦੇ ਇਨਵਿਜੀਲੇਟਰ ਸੀ ਕੀਤਾ ਬਹੁਤ ਐਕਸਟ੍ਰੀਮ ਤੱਕ ਜਾਂਦਾ ਰਿਹਾ ਕਿ ਭਈਆ ਇਹ ਪਰਚਾ ਹੈ ਕਿਉਂਕਿ ਸਾਡਾ ਇੰਟਰਨਲ ਐਗਜ਼ਾਮੀਨੇਸ਼ਨ ਸਿਸਟਮ ਸੀਗਾ ਤੇ ਪਹਿਲੇ ਜਦ ਮੈਂ ਪੜਾਉਂਦਾ ਹੁੰਦਾ ਸੀ ਸਾਰੇ ਹੀ ਬਾਹਰਲਾ ਨਹੀਂ ਸੁਣਦਾ ਸਿਰਫ ਥੀਸਿਸ ਨੂੰ ਇੱਕ ਬੰਦਾ ਬਾਹਰੋਂ ਸਾਦੇ ਸੀਗੇ ਇਹਦੇ ਵਿੱਚ ਪੇਪਰ ਦੇਤਾ ਗੱਲ ਵੀ ਇਹ ਤੁਹਾਡਾ ਮਿਡ ਟਰਮ ਐਗਜ਼ਾਮੀਨੇਸ਼ਨ ਹੈ ਇਹ 2 ਘੰਟੇ ਦਾ ਪੇਪਰ ਹੈ ਤਾਂ ਜੇ ਤੋਂ ਨਾਲ ਲੈਣਾ ਵੀ ਜੇ ਤੁਹਾਡਾ 2 ਘੰਟੇ ਨਹੀਂ ਹੋਇਆ ਤੇ ਤੁਸੀਂ ਜਿੰਨਾ ਵੀ ਟਾਈਮ ਲਾਉਂਗੇ ਟਾਈਮ ਲੈ ਕੇ ਪੇਪਰ ਦੇ ਦਿਓ ये तो भी नहीं मैं लाइब्रेरी का सर्टिफिकेट पेपर लेके लाइब्रेरी चल जाओ हैं लेकिन एक शर्त है कि तुम एक दूसरे को कंसल्ट नहीं करना एंड दे डिडंट डू उन्होंने की शर्त है बच्चे ऑनेस्ट बन गए बच्चे नाल आ गई मेहनत की उन्होंने और टीचर स्टूडेंट रिलेशनशिप है अज तक उस तरह चलता बहुत अच्छा तो ये जी है टीचर होना जो है ना बहुत बड़ी सैक्रीफाइस है It is not easy. The student knows the teacher more than the teacher knows himself. ये ना थोड़े करदार तो थोड़ी गिरफ्तार तो ਜਿਹੜੀ ਹੈ ਨਾ ਇਹ तो ਬੱਚਾ ਦੇਖਦਾ ਨੋਟ ਕਰਦਾ ਟੀਚਰ ਦੀ ਲਾਈਫ ਪ੍ਰਾਈਵੇਟ ਨਹੀਂ ਹੁੰਦੀ even he knows up to the fact ਵੀ ਕਿਦਾਂ ਡੀਲ ਕਰਨਾ तो ਟੀਚਰ ਹੋਣਾ ਜਿਹੜਾ ਆਪਣੇ ਆਪ ਨੂੰ ਸੈਕਰੀਫਾਈਸ ਕਰਨਾ ਹੈ ਆਪਣੇ ਇੰਟਰਸਟ ਨੂੰ ਸੈਕਰੀਫਾਈਸ ਕਰਨਾ ਹੈ तो ये ਜਿਹੜਾ ਇਹ ਕਿਸੇ ਕਿਤੇ ਵੀ ਜਿਹੜੀ ਹੈ ਸਾਨੂੰ ਐਕਸਪੋਜ਼ਰ ਨਹੀਂ ਦਿੱਤਾ ਜਾਂਦਾ ਇਹਨਾਂ ਵੈਲਿਊਜ਼ ਤੇ ਦਿਸ ਇਜ਼ ਦੀ ਪ੍ਰੋਬਲਮ ਹੋਪ somebody someday will come ਅਸੀਂ ਉਹਨਾਂ ਮੁਲਕਾਂ ਦਾ ਮੁਕਾਬਲਾ ਕਰ ਸਕੀਏ ਇਸ ਓਨੈਸਟੀ ਇਹਨਾਂ ਵੈਲਿਊਜ਼ ਦੇ ਵਿੱਚ ਥੈਂਕ ਯੂ ਵੈਰੀ ਮਚ ਹੋਰ ਸਵਾਲ ਕੋਈ
ਬਾਪੂ ਜੀ ਤੁਹਾਨੂੰ ਸੁਣਨਾ ਤੀਰਥ ਯਾਤਰਾ ਕਰਨ ਦੇ ਸਮਾਨ ਹੈ ਜੀ, ਤੀਰਥ ਯਾਤਰਾ ਕਰਨ ਦੇ ਸਮਾਨ ਹੈ। ਤੇ ਮੈਂ ਪੁੱਛ ਰਿਹਾ ਸੀ ਤੁਹਾਡੇ ਤੋਂ ਵੀ ਰੋਲ ਆਫ ਮੈਸਿਵ ਐਜੂਕੇਸ਼ਨ ਇਨ ਬਿਲਡਿੰਗ ਏ ਨਿਊ ਬੈਟਰ ਬੁਲੰਦ ਪੰਜਾਬ। ਇਸ ਦਾ ਰੋਲ ਆ ਰੋਲ ਆਫ ਮੈਸਿਵ ਐਜੂਕੇਸ਼ਨਲ ਰੈਵੋਲੂਸ਼ਨ ਦੀ ਆਪਾਂ ਗੱਲ ਕਰਦੇ ਹਾਂ, ਲਾਇਬ੍ਰੇਰੀਆਂ ਦਾ, ਐਜੂਕੇਸ਼ਨ ਦਾ। ਲਾਇਬ੍ਰੇਰੀ ਇੱਕ ਸਾਈਡ ਹੈ, ਦੂਸਰੀ ਚੀਜ਼ ਹੋਰ ਵੀ ਹੈ। ਜਿਹੜੀਆਂ ਯੂਨੀਵਰਸਿਟੀਆਂ ਔਰ ਕਾਲਜ ਨੇ ਨਾ, ਦੇ ਸ਼ੁੱਡ ਬੀ ਰਿਸਪੋਂਸਿਬਲ ਫਾਰ ਦੀ ਏਰੀਆ ਦੇ ਸਰਵੇ। ਨਹੀਂ ਨਾ, ਉਹਦੇ ਚ ਮਤਲਬ ਮੈਂ ਸੈਂਟਰਲ ਯੂਨੀਵਰਸਿਟੀ ਜਿਹੜਾ ਮੈਂ ਚਾਂਸਲਰ ਹਾਲੇ ਵੀ, ਤੇ ਉਹਨੂੰ ਸੋਚਿਆ ਸੀ ਵੀ ਤੁਸੀਂ ਜਿਹੜੇ ਕੰਪਿਊਟਰ ਐਜੂਕੇਸ਼ਨ ਨਾ ਬਜ਼ੁਰਗਾਂ ਨੂੰ ਦਿਓ। ਤਾਂ ਇੱਕ ਪਹਿਲੇ ਕਹਿ ਦੇ ਪਹਿਲੇ ਬੈਚ ਦੇ ਵਿੱਚ 70 ਬਜ਼ੁਰਗਾਂ ਨੂੰ ਅਸੀਂ ਕੰਪਿਊਟਰ ਨੂੰ ਐਜੂਕੇਸ਼ਨ ਦਿੱਤੀ, ਉਹਨਾਂ ਨੂੰ ਹੈਂਡਲ ਕਰਨਾ ਮੋਬਾਈਲ ਤੇ ਕੰਪਿਊਟਰ। ਦੇ ਵਰ ਸੋ ਹੈਪੀ, 70 ਦੇ 70 ਪਰਸਨਲੀ ਆਏ ਸਰਟੀਫਿਕੇਟ ਲੈਣ ਵਾਸਤੇ, ਐਂਡ ਦੇ ਵਰ ਸੋ ਹੈਪੀ ਕਿ ਜੀ ਨੋ ਵੀ ਕੈਨ ਇੰਟਰੈਕਟ ਵਿਦ ਆਵਰ ਚਿਲਡਰਨ ਹੈ। ਸੋ ਅਦਰਵਾਈਜ਼ ਉਹ ਅਸੀਂ ਖੁੰਝੇ ਰੱਖ ਕੇ ਬਹਿ ਜਾਂਦੇ ਆ, ਇੱਥੇ ਇੰਟਰੈਕਟ। ਸੋ ਇਸ ਤਰ੍ਹਾਂ ਦੀ ਐਜੂਕੇਸ਼ਨ ਜਿਹੜੀ ਹੈ ਨਾ, ਮੇਰੀ ਸਕੂਲ ਐਜੂਕੇਸ਼ਨ ਜਾਂ ਕਾਲਜ ਐਜੂਕੇਸ਼ਨ ਸਕੂਲ ਦੀ ਹੁੰਦੀ, ਇਹ ਜ਼ਿੰਮੇਵਾਰੀਆਂ ਹੁੰਦੀਆਂ ਨੇ ਇਹਨਾਂ ਇੰਸਟੀਟਿਊਸ਼ਨ ਦਾ ਟੂਵਰਡ ਦੀ ਸੋਸਾਇਟੀ ਆਲਸੋ। ਸੋ ਇੱਕ ਕਿਸਮ ਦੀ ਐਜੂਕੇਸ਼ਨ ਦੱਸੀ ਆ, ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਅਸੀਂ ਮਤਲਬ ਤੇ ਐਗਰੀਕਲਚਰ ਤੇ ਵੀ ਲਿਆਉਂਦੇ ਹਾਂ, ਮਾਡਰਨ ਐਗਰੀਕਲਚਰ ਤੇ ਟ੍ਰੇਨਿੰਗ ਦਿੰਦੇ ਹਾਂ ਬਾਹਰਲਿਆਂ ਨੂੰ। ਹਾਲਾਂਕਿ ਉਹ ਸਾਡਾ ਕਰਿਕੂਲਮ ਨਹੀਂ ਹੈ, ਪਰ ਦੇਰ ਆਰ ਪੀਪਲ ਹੂ ਵਿਲ ਕਮ ਫॉर 6 months 3 months 4 months। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹਨਾਂ ਦੀ ਟ੍ਰੇਨਿੰਗ ਕੋਰਸ ਨੇ 15-20 ਜਿਹੜੇ ਮਾਸਟਰ ਦੇ ਵਿੱਚ ਜਾਂਦੇ। ਸੋ ਇਹ ਇਹਨਾਂ ਦੀਆਂ ਜ਼ਿੰਮੇਵਾਰੀਆਂ, ਸੋਸ਼ਲ ਰਿਸਪੋਂਸਿਬਿਲਿਟੀ ਇਹਨਾਂ ਕਾਲਜਾਂ ਯੂਨੀਵਰਸਿਟੀਆਂ ਦੀ ਜਿਹੜੀ ਆ ਬਹੁਤ ਇਹਨਾਂ ਬੜੀ ਐਜੂਕੇਸ਼ਨ ਬਾਹਰ ਚਲੀ ਜਾਂਦੀ ਹੈ, ਉਹ ਏਰੀਆ ਕਵਰ ਹੋ ਜਾਂਦਾ। ਠੀਕ ਹੈ, ਬਹੁਤ ਮਿਹਰਬਾਨੀ ਬਾਪੂ ਜੀ। ਮੈਨੂੰ ਲੱਗਦਾ ਵੀ ਤੁਸੀਂ ਤਸਦੀਕ ਕਰਤੀ ਵੀ ਅਸੀਂ ਰਾਈਟ ਟਰੈਕ ਤੇ ਆ, ਤੇ ਇਹ ਐਜੂਕੇਸ਼ਨ ਕ੍ਰਾਂਤੀ ਚੋਂ ਨਵਾਂ ਪੰਜਾਬ ਨਿਕਲੇਗਾ। ਇਹ ਲਾਇਬ੍ਰੇਰੀਆਂ, ਇਹ ਐਜੂਕੇਸ਼ਨਲ ਇੰਸਟੀਚਿਊਟ ਜਿਹੜੇ ਹਾਈ ਕੁਆਲਿਟੀ ਦੇ ਹੋਣਗੇ, ਬਹੁਤ ਗ੍ਰੇਟੈਸਟ ਟੀਚਰ ਜਿਹੜੇ ਹੋਣਗੇ, ਉਹੀ ਨਵੇਂ ਰਸਤੇ ਦਿਖਾਉਣਗੇ ਤੇ ਨਵਾਂ ਬੁਲੰਦ ਪੰਜਾਬ ਆਪਾਂ ਬਿਲਡ ਕਰ ਸਕਾਂਗੇ। ਤੇ ਇੱਕ ਮੈਂ ਤੁਹਾਡੇ ਕੰਸਰਨ ਦਾ ਜਵਾਬ ਦੇਣਾ ਚਾਹੁੰਦਾ ਵੀ ਲਾਇਬ੍ਰੇਰੀਅਨ ਦੀ ਤੁਸੀਂ ਇੰਪੋਰਟੈਂਟ ਗੱਲ ਕਹੀ ਸੀ, ਤਾਂ ਉਹ ਅਸੀਂ ਕੋਸ਼ਿਸ਼ ਕਰਾਂਗੇ ਇੱਕ ਮੈਕੈਨਿਜ਼ਮ ਬਣਾ ਲਈਏ ਜਿਹੜਾ ਸੈਂਟਰ ਤੋਂ ਕੰਟਰੋਲ ਹੋਵੇ, ਤੇ ਸਾਰੀਆਂ ਲਾਇਬ੍ਰੇਰੀਆਂ ਦਾ ਬਕਾਇਦਾ ਹਿਸਾਬ ਕਿਤਾਬ ਰੱਖਿਆ ਜਾਵੇ, ਤੇ ਉਹਨਾਂ ਦਾ ਓਪਨਿੰਗ ਸਮਾਂ ਵੀ 10 ਤੋਂ 1 ਦੇ ਵਿਚਕਾਰ ਹੋਵੇ, ਜਿਵੇਂ ਤੁਸੀਂ ਇੰਡੀਕੇਟ ਕੀਤਾ ਸੀ, ਤਾਂ ਕਿ ਉਹ ਲੇਡੀਜ਼ ਵੀ ਉੱਥੇ ਆ ਸਕਣ। ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਬਾਪੂ ਜੀ? ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਅਸੀਂ ਇਸ ਲੈਵਲ ਤੇ ਆ। ਮਾਈ ਆਈ ਸਫਾਈਆਂ ਕਰਨ ਵਾਲੀ, ਉਹ ਬੀਬੀ ਨੇ ਕਹੀ ਬੀਬੀ ਮੇਰਾ ਵੋਟ ਬਣਾ ਦਿਓ, ਕਿਉਂਕਿ ਟੈਂਕ ਕਹਿੰਦੇ ਸੁਣਿਆ ਪੈਸੇ ਮਿਲਦੇ ਆ। ਲੈਵਲ ਸਾਡੇ ਹੈਗੇ ਨੇ ਉਸ ਅੰਡਰਸਟੈਂਡਿੰਗ ਦਿਸ ਐਜੂਕੇਸ਼ਨ ਇਜ਼ ਵਿਦ them ਕਿ ਜਿਹਨੂੰ ਵੋਟ ਪਾਉਣੀ ਹੈ ਨਾ। ਯੈਸ, ਕੰਟਰੀ ਕਿਸ ਤੋਂ ਲੱਗ ਸਕਦੇ ਜੇ ਵੋਟਰ ਨੂੰ ਇਹ ਨਹੀਂ ਪਤਾ ਮੈਂ ਕੀ ਕਾਹਤੇ ਵੋਟ ਪਾ ਰਿਹਾ, ਕਿਉਂ ਪਾ ਰਹੀ ਹਲਾ ਕਰਕੇ ਵੋਟ ਪਾਤਾ ਜੀ। ਮੇਰੇ ਹਸਬੈਂਡ ਨੇ ਕਿਹਾ ਜੀ, ਮੇਰੇ ਉਹਨੇ ਕਿਹਾ ਜੀ, ਮੇਰੇ ਦੋਸਤ ਨੇ ਕਿਹਾ ਜੀ। ਇਹ ਸੋ ਐਜੂਕੇਸ਼ਨ ਜਿਹੜੀ ਆ, ਮੈਥ ਐਜੂਕੇਸ਼ਨ ਉਹ ਵੀ ਜ਼ਰੂਰੀ ਹੈ, ਔਰ ਜਿਹੜੀ ਫਾਰਮਲ ਐਜੂਕੇਸ਼ਨ ਉਹ ਵੀ ਜ਼ਰੂਰੀ ਹੈ। ਥੈਂਕ ਯੂ ਬਾਪੂ ਜੀ, ਥੈਂਕ ਯੂ, ਵੀ ਲਵ ਯੂ। ਡਾਕਟਰ VP ਮਿਸ਼ਰਾ ਜੀ। ਡਾਕਟਰ VP, ਮੈਂ ਇੱਕ ਛੋਟੀ ਜਿਹੀ ਗੱਲ ਕਰਦੇ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ, ਪਲੀਜ਼ ਗੋ ਅਹੈਡ। ਇੱਕ ਗੱਲ ਹੋਈ ਸੀ ਸਿਲੈਕਸ਼ਨ ਪੰਜਾਬ ਬੋਰਡ ਔਰ ਪੋਲਿਟਿਕਸ ਇਨ ਐਜੂਕੇਸ਼ਨ। ਹਾਂਜੀ, ਇਹ ਵਾਲਾ ਮੈਨੂੰ ਲੱਗਦਾ ਹੈ ਜਿਹੜੇ ਸਕੂਲ ਚੋਂ ਨਿਕਲਦੇ ਨੇ, ਜਿਹੜੇ ਬੱਚੇ ਕਿਧਰੋਂ ਵੀ ਪੜ੍ਹ ਕੇ ਨਿਕਲਦੇ ਨੇ, ਚਾਹੇ ਐਜੂਕੇਸ਼ਨ ਚਾਹੇ ਪ੍ਰੋਫੈਸ਼ਨਲ ਇੰਸਟੀਟਿਊਸ਼ਨ ਤੋਂ ਨਿਕਲਦੇ, ਉਹਨਾਂ ਦਾ ਲੈਵਲ ਆਫ ਐਜੂਕੇਸ਼ਨ ਤਾਂ ਹੁੰਦਾ ਹੀ ਨਹੀਂ ਕਿ ਉਹ ਆਪਣੇ ਦਮ ਤੇ ਜਾਂ ਐਜੂਕੇਸ਼ਨ ਦੇ ਦਮ ਤੇ ਉਹ ਆਪਣੇ ਆਪ ਲਾ ਸਕਣ। ਇਸ ਕਰਕੇ ਅਨਨੈਸੈਸਰੀ ਪੋਲਿਟਿਕਸ, ਆਪਣੇ ਫਾਇਦੇ ਕਿਸੇ ਗੱਲ ਸੋਚਣ ਦੀ ਆਦਤ ਜੀ ਪੈ ਜਾਂਦੀ ਹੈ, ਔਰ ਇਹ ਆਦਤ ਯੂਨੀਵਰਸਲ ਜੀ ਹੋਈ ਹੈ ਅੱਜ ਕੱਲ੍ਹ। Nowadays this habit universal, ਹਰ ਕੋਈ ਕਿਸੇ ਵੇਲੇ ਕਿਸੇ ਨੂੰ ਜਿਤਾਉਣਾ ਵੀ ਹੈ ਨਾ, ਕਿਸੇ ਨੂੰ ਮਤਲਬ ਵੋਟ ਦੇਣੀ ਹੈਗੀ ਹੈ, ਮੁਹੱਲੇ ਦਾ ਜਿਹੜਾ ਲੀਡਰ ਹੈਗਾ,
ਆਦਮੀ ਇਹੀ ਸੋਚਦਾ ਕਿ ਮੈਨੂੰ ਫਾਇਦਾ ਕਿੱਦੋਂ ਮਿਲੇਗਾ, ਵੀ ਮੈਨੂੰ ਕੋਈ ਕੰਮ ਪਏਗਾ ਤਾਂ ਮੈਨੂੰ। ਉਹ ਲੋਕਾਂ ਨੂੰ ਮੇਰਾ ਇੱਕ ਆਪਣਾ ਲੈਵਲ ਵੀ ਹੈਗਾ, ਮੈਂ ਹੈਗਾ ਤਾਂ ਕਿ ਮੈਂ ਆਪਣੇ ਲੈਵਲ ਸਾਰਾ ਕਰਾਂਗਾ। ਤੋ ਇਹਦੇ ਵਾਸਤੇ ਇਹ ਤਰੀਕੇ ਨਾਲ ਜੇ ਅਸੀਂ ਐਜੂਕੇਸ਼ਨ ਨੂੰ ਜਿਹੜੀ ਬੇਸਿਕ ਉਹਦੇ ਵਿੱਚ ਔਰ ਉਹਦੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼, ਉਹਦੀ ਨਾਰਮਲ ਐਕਟੀਵਿਟੀਜ਼, ਉਹਦੀਆਂ ਸਾਰੀਆਂ ਚੀਜ਼ਾਂ ਨੂੰ ਅਗਰ ਅਸੀਂ ਇੰਪਰੂਵ ਕਰਕੇ ਬੱਚੇ ਜਿਹੜੇ ਸਕੂਲ ਤੋਂ ਨਿਕਲਦੇ ਨੇ, ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਅਮਰੀਕਾ ਦੇ ਵਿੱਚ ਨਾ ਕਿਤੇ ਇੱਕ ਬੱਚੇ ਨੂੰ ਨਾ ਵੱਡਾ ਹੋ ਗਿਆ, ਥੋੜਾ ਜਿਹਾ ਵੱਡਾ ਹੋਇਆ, ਉਹਨੂੰ ਕਿਤੇ ਇੰਟਰਵਿਊ ਹੋਇਆ, ਆਉਂਦੀਆਂ ਨਹੀਂ ਸੀਗੀਆਂ, ਉਹਨੇ ਆਪਣੇ ਸਕੂਲ ਤੇ ਕੇਸ ਕਰਤਾ। ਕਹਿੰਦਾ ਮਤਲਬ ਕੇਸ ਇਹ ਕਰਤਾ ਕਿ ਸਕੂਲ ਨੇ ਜੋ ਮੈਨੂੰ ਪੜ੍ਹਾਉਣਾ ਸੀਗਾ, ਜੋ ਮੈਨੂੰ ਸਿਖਾਉਣਾ ਸੀ, ਉਹ ਨਹੀਂ ਸਿਖਾਇਆ। ਐਂਡ ਹੀ ਵਨ, ਜਿੱਤ ਵੀ ਗਿਆ ਉਹ ਕੇਸ, ਸਕੂਲ ਨੂੰ ਕੰਪਨਸੇਸ਼ਨ ਦੇ ਦਿਓ। ਮਤਲਬ ਸਾਨੂੰ ਆਪਣੀ ਜੇ ਸਾਡੇ ਸਕੂਲ ਐਜੂਕੇਸ਼ਨ ਜੇ ਅੱਛੀ ਹੋ ਜਾਏਗੀ, ਜੋ ਮੇਰਾ ਖਿਆਲ ਹੈ, ਤਾਂ ਆਈ ਥਿੰਕ ਫਿਊਚਰ ਦੇ ਵਿੱਚ ਉਹ ਬੱਚੇ ਆਪਣੀ ਇੰਡੀਪੈਂਡੈਂਟ ਥਿੰਕਿੰਗ ਰੱਖਣਗੇ, ਇੰਡੀਪੈਂਡੈਂਟ ਥਿੰਕਿੰਗ ਰੱਖ ਕੇ ਅੱਛੇ ਬੰਦੇ ਚੁਣਨਗੇ, ਅੱਛੇ ਮਤਲਬ ਇਵਨ ਮੈਨੂੰ ਲੱਗਦਾ ਵੋਟਿੰਗ ਕ੍ਰਾਈਟੇਰੀਆ ਇਮੀਡੀਏਟਲੀ ਡਿਫਰੈਂਟ, एजुकेशन स्टैंडर्ड बढ़ जाएगा, मेरी ये सोच। बहुत अच्छा, बहुत अच्छा, थैंक यू डॉक्टर साहब। ਇਹ ਤੋਂ ਪਹਿਲਾਂ ਅਸੀਂ ਨਿਸ਼ਾਨ ਜੀ ਕੇਸਰਵੀਰ ਜੁੜੇ ਰਹੋ। ਆਪਾਂ ਫਿਜ਼ੀਕਲ ਮੀਟਿੰਗ ਕਿਵੇਂ ਕਰਨੀ ਹੈ, ਟੂਰ ਪ੍ਰੋਗਰਾਮ ਕਿੱਥੋਂ ਕਿੱਥੇ ਦਾ ਬਣਾਉਣਾ ਹੈ, ਲਾਇਬ੍ਰੇਰੀਜ਼ ਨੂੰ ਕਿਵੇਂ ਆਪਾਂ ਇਨੈਗੋਰੇਟ ਕਰਨਾ ਹੈ, ਉਹਦੇ ਵਾਸਤੇ ਚਰਚਾ ਕਰਾਂਗੇ ਹੁਣੇ। ਤੇ ਬਸ 2 ਮਿੰਟ ਲਈ श्री बीपी मिश्रा जी जे कुछ कहना चाहन। डॉक्टर बीपी मिश्रा जी। जी, सबको नमस्कार। हाँ जी। बड़ी अच्छी बातें हुई हैं और मैं सुन रहा था, बड़े ही ध्यान से सुन रहा था डॉक्टर साहब को, जोहल साहब को। अमृत बरसा रहे थे, उनकी माड़ी से अमृत बरस रही थी, इतना उनको एक्सपीरियंस है, तजुर्बा है। काफ़ी बातें हुई हैं, मैं बहुत ज़्यादा टाइम नहीं लूँगा। 1-2 चीज़ें हैं, जैसे हमारा जो अभी का एजुकेशन सिस्टम है, उससे बहुत ज़्यादा निराश होने की ज़रूरत नहीं है, क्योंकि जो हमारा आज का जो मौजूदा सिस्टम है, उसी सिस्टम में डॉक्टर जोहल भी आए और उसी सिस्टम में साइंटिस्ट भी आ रहे हैं, उसी सिस्टम में ब्यूरोक्रेट्स भी आ रहे हैं। तो ये सिस्टम सब कुछ दे रहा है, तो बहुत ज़्यादा निराश होने की ज़रूरत नहीं है और सुधार की गुंजाइश तो हमेशा बनी रहती है और सुधार होना भी चाहिए। तो लेकिन अभी जैसे एक चीज़ पर गौर करें कि अच्छे यूनिवर्सिटीज़ हैं, अच्छे कॉलेजेज हैं और अच्छे स्कूल्स भी हैं, जहाँ एडमिशन की क्यू बनी हुई है, वहाँ एडमिशन नहीं मिलता। फिर जिनको एडमिशन उन यूनिवर्सिटीज़, कॉलेजेज एंड स्कूल्स में नहीं मिलता है, वो कहीं और जाते हैं। तो और दूसरी बात कि एजुकेशन का आज का ऑब्जेक्टिव क्या है? पेरेंट्स काफ़ी कुछ डिसाइड करते हैं बच्चों के बारे में कि आपको कौन सी पढ़ाई आगे करनी है, किस स्ट्रीम के अंदर जाना है। तो एक ऑब्जेक्टिव ये है प्राइमा फेसी कि जब बच्चा पढ़ाई कंप्लीट कर लेगा तो वो कितना कमाएगा। मतलब ऐसा हम मानते हैं कि जो अगर बच्चा हमारा ज़्यादा कमाएगा तो उसमें खुशहाली ज़्यादा रहेगी, ऐसा हमारा एजम्पशन है। ये सही हो ना हो, लेकिन ये एजम्पशन है कि अगर पैसा हमारे पास ज़्यादा है तो हम खुशहाल ज़्यादा रहेंगे। तो बच्चे जो हैं अपने जो बच्चे हैं गाइडेड होते हैं अपने पेरेंट्स से। पेरेंट्स शुरू में बताते हैं कि आप ये पढ़ाई करो, ये ना करो। दूसरा, स्कूल्स का सिलेक्शन भी पेरेंट्स करते हैं और वो इस बेस पर करते हैं कि कौन सा स्कूल, कॉलेज और यूनिवर्सिटी कितनी कोशिश कर रहा है और हमारे बच्चे को कितना इनरिच कर रहा है। एक ये प्रोसेस है। अभी इंडिया गवर्नमेंट ने भी वो भी नई एजुकेशन पॉलिसी लेके आए हैं, काफ़ी कुछ बदलाव है। काफ़ी समय से हमारा जो एजुकेशन था, जो क्वालिफिकेशंस थी, डिग्रीज थी, वो कनेक्ट नहीं था और एक बहुत बड़ी समस्या थी कि हर बच्चे को मैट्रिक करना है, फिर +2 करना है, फिर ग्रेजुएशन करना है, फिर पीजी करना है। डॉक्टर साहब कंक्लूड कर दो 1 मिनट प्लीज। ओके, तो ठीक है। तो हमारा बस ये है कि निराश होने की ज़रूरत नहीं है अपने से, हमारे सिस्टम से सब कुछ मिल रहा है। और दूसरा एक बात कि बच्चे
कितना नॉलेज गेन करते हैं, और ये सिर्फ टीचर पर डिपेंड नहीं करता। टीचर जो बच्चा जो है 4 घंटे 6 घंटे 7 घंटे टाइम स्पेंड करता है स्कूल्स कॉलेजेस में, बाकी टाइम वो फैमिली के साथ, घर में, अपनी कम्युनिटी सोसाइटी के साथ। तो हमारा एक मैकेनिज्म होना चाहिए कि यहाँ भी लर्निंग हो, फैमिली पेरेंट्स भी टाइम दें बच्चों को। पेरेंट्स के पास टाइम नहीं है, कम्युनिटी से लर्निंग मिले, अपनी जो सोशल इंस्टीट्यूशंस हैं उनसे भी लर्निंग मिले, और निराश होने की जरूरत नहीं है। चीजें ठीक चल रही हैं, बहुत बड़ा मुल्क है, और इतने बड़े मुल्क को एक एक बच्चे, एक एक जन जन तक जो एजुकेशन की जो फाइन पॉइंट्स हैं पहुंचाना बहुत मुश्किल है। सबको कोशिश करना होगा, स्कूल्स कॉलेजेस यूनिवर्सिटीज ऑन वन हैंड एंड फैमिली एंड कम्युनिटी सोसाइटी ऑन द अदर हैंड। चलेगा, ठीक चलेगा। हम Thank लोग you, जो कर रहे हैं करते रहे जी। ਥੈਂਕ ਯੂ ਡਾਕਟਰ ਸਾਹਿਬ। ਅਸੀਂ ਤੁਸੀਂ ਧਿਆਨ ਰੱਖੋ, ਅਸੀਂ ਕਦੇ ਨਿਰਾਸ਼ ਨਹੀਂ ਹੁੰਦੇ, ਕਦੇ ਨੈਗੇਟਿਵ ਨਹੀਂ ਹੁੰਦੇ, ਤੇ ਅਸੀਂ ਬਦਲ ਕੇ ਰਹਾਂਗੇ ਇਹ ਸਾਰਾ ਸਿਸਟਮ। ਅਸੀਂ ਬਹੁਤ ਹਿੰਮਤ ਨਾਲ ਚੱਲੇ ਹੋਏ ਹਾਂ ਤੇ ਬਹੁਤ ਨਿਰਭਉ ਹੋ ਕੇ ਚੱਲੇ ਹਾਂ, ਨਿਰਵੈਰ ਹੋ ਕੇ ਚੱਲੇ ਹਾਂ। ਤੇ ਇਹ और एक बात मैं और बोलूंगा, एक बात मैंने और बोलना है। मेरी ग्रैंड डॉटर +2 में पढ़ती है, ਹਾਂਜੀ और हम सब लोग उसको कंसल्ट करते हैं ऑन एवरीथिंग, ऑन एवरी फैमिली मैटर, और बहुत सारी नॉलेज, बहुत सी चीजें हमको नहीं पता है वो उसको मालूम है। तो मुझे ताज्जुब होता है कि वो कितनी लर्निंग उसकी अच्छी हो रही है। ठीक है, अच्छा स्कूल है, बढ़िया स्कूल है, तो लेकिन हम ताज्जुब करते हैं जब हम पढ़ते थे तो हमको इतना नॉलेज नहीं था। आज के जो बच्चे हैं बहुत नॉलेजेबल हैं, और नॉट ओनली ऑन द सब्जेक्ट के अलावा भी उनको नॉलेज बहुत है। तो कुछ हमको तो बहुत पॉजिटिविटी नजर आती है कि आज के स्कूल्स बहुत बढ़िया कर रहे हैं। ਬਿਲਕੁਲ ਬਿਲकुल हमारे समय में उतना अच्छा नहीं था। ਬਿਲकुल ਬਾਪੂ ਜੀ ਕੁਝ ਕਹਿਣਾ ਚਾਹੁੰਦੇ ਹਨ ਜੀ? ये सिस्टम की प्रोडक्ट नहीं है। ਹਾਂਜੀ ये product नहीं है। मैं तो मैं- मतलब कि कैसे ने वो मैं दस्या करूँगी जिन्होंने टीचर को मैं पढ़िया। दूजी है साडी एजुकेशन ਦੇ ਵਿੱਚ ਪ੍ਰੈਕਟੀਕਲ ਬਹੁਤ ਸੀ। ਜਦ ਪੜਾਉਂਦੇ ਵੀ ਰਹੇ ਉਦੋਂ ਵੀ ਇਹ ਸੀਗਾ, ਫਰਜ਼ ਕੀਤਾ ਮੈਂ ਫਾਰਮ ਮੈਨੇਜਮੈਂਟ ਦਾ ਕੇਸ ਪੜ੍ਹਾ ਰਿਹਾ। एवरी सैटरडे आई सेंड, मैं अटैच ਕੀਤੇ ਹੋਈ ਸੀ ਫਾਰਮਰ ਦੇ ਵਿੱਚ एवरी स्टूडेंट ਇੱਕ ਇੱਕ ਕਰਕੇ, ਔਰ ਉਹਨੂੰ ਹਰ ਸੈਟਰਡੇ ਹੋਲ ਡੇ ਹੀ ਹੈਡ ਟੂ ਸਪੈਂਡ ਵਿਦ ਦੀ ਫਾਰਮਰ। ਜੋ ਕੁਛ ਕਰਦਾ, ਜਿੱਥੇ ਜਾਂਦਾ ਨਾਲ ਜਾਂਦਾ, ਜੋ ਉਹ ਤੁਹਾਨੂੰ ਦਾ ਵੈਨ ਦੀ ਕਲਾਸਰੂਮ ਚ ਆਉਂਦਾ ਸੀਗਾ, ਦੈਨ ਹੀ ਵਿਲ ਟਾਕ, ਉਹ ਰਿਲੇਟ ਕਰੇਗਾ ਬੈਕ ਟੂ ਦੀ ਫਾਰਮ। तो ਇਹ ਜਿਹੜਾ ਸਿਸਟਮ ਦੇਖੋ, ਅਸੀਂ ਇਸ ਸਿਸਟਮ ਦੇ ਨਾਲ ਮੈਂ ਥੋੜੇ ਦਿਸ ਆਮ ਸੌਰੀ ਟੂ ਸੇ ਮੈਂ ਡਿਸਐਗਰੀ ਕਰਦਾ ਕਿ ਇਹ ਸਾਡੇ ਅਸੀਂ ਬਹੁਤ ਜਿਹੜੀ ਸਾਡੀ ਜਿੱਦਾਂ ਹੁਣ ਕਰਿਆ ਬਈ ਜਿੱਦਾਂ ਦੀ ਸਾਡੀ ਉਹ ਐਸ ਸਿਸਟਮ ਚੱਲ ਰਿਹਾ, ਦਿਸ ਇਜ਼ ਨਾਟ ਆਪਟੀਮਲ ਵੇ। ਨਹੀਂ ਠੀਕ ਨਹੀਂ ਹੈਗਾ ਬਾਪੂ ਜੀ, ਮੈਂ ਸਹਿਮਤ ਹਾਂ ਤੁਹਾਡੇ ਨਾਲ। यस ਕੋਈ ਬੱਚਾ ਇੰਡੀਵਿਜੂਅਲ ਅਗਰ ਉਹ ਇੱਕ ਕਰ ਜਾਂਦਾ, ਦੈਟਸ ਨਾਟ ਅ ਸੈਂਪਲ, ਉਹ ਦਾਲ ਚੋਂ ਦਾਣਾ ਨਹੀਂ ਹੈ, ਬਾਕੀ ਦਾਲ तो ये ਜਿਹੜੇ ਕੀਤੀ ਹੈ ਗੱਲ, ਆਈ ਐਗਰੀ ਵਿਦ ਇਟ, ਇਟ ਡਿਪੈਂਡਸ ਔਨ ਕਿ ਸਕੂਲ ਕੀ ਦਿੰਦਾ ਹੈ। ਐਲੀਟਸ ਵਾਸਤੇ ਸਕੂਲ ਜੁਦੇ ਨੇ, ਕਿਹੜੇ ਗਵਰਨਮੈਂਟ ਸਕੂਲ ਦੇ ਵਿੱਚ ਵੈਲਿਊ ਦਿੰਦੇ ਨੇ। ਇਹ ਤਾਂ ਜਿਹੜੇ ਐਲੀਟ ਸਕੂਲ ਨੇ ਜਿਹੜੇ ਜਿਹਨਾਂ ਦੇ ਪੈਸੇ ਵੀ ਜ਼ਿਆਦਾ ਲੱਗਦੇ ਆ, ਔਰ ਪੇਰੈਂਟਸ ਤੋਂ ਵੀ ਐਕਸਪੈਕਟ ਕਰਦੇ ਆ ਔਰ ਐਜੂਕੇਸ਼ਨ ਦੇਣ, ਉਹਨਾਂ ਦੀ ਗੱਲ ਕਰ ਰਹੇ ਨੇ ਉਹ। ਲੇਕਿਨ ਮੈਂ ਮਾਸਟਰ ਦੀ ਗੱਲ ਕਰ ਰਿਹਾ, ਜਿਹੜੀ ਕਿ ਉਸ ਲੈਵਲ ਤੱਕ ਨਹੀਂ ਹੈ। यस एक बात मैं और बोलूंगा। हम भी 8 साल करीब एकेडमिक से एसोसिएटेड थे, हम MBA के क्लासेस को पढ़ाते थे। तो यहाँ लुधियाना के एक कॉलेज की बात कर रहे हैं, हम इंडस्ट्री से गए थे। तो क्या होता है कि एक तो जो सिलेबस है, सिलेबस के अलावा भी जो लोग अपना, जो इंस्टीट्यूट्स स्कूल्स अपना नाम करना चाहते हैं वो कुछ एक्स्ट्रा देते हैं। हमने एक काम शुरू किया कि जो सेकेंड सेमेस्टर के स्टूडेंट हैं उनको हमने हफ्ते में एक दिन फ्री किया, उनके जो टाइम टेबल्स थे रीशेड्यूल किया, और अच्छा। हफ्ते में एक दिन फ्री किया थर्सडे के दिन, और एक कंपलसरी किया कि हर स्टूडेंट वो थर्सडे का दिन किसी फैक्ट्री में, किसी इंडस्ट्री के ऑफिस में जाके बिताएगा। वो कुछ कंट्रीब्यूट करते हैं, करें। हम उन इंडस्ट्री वालों को ये बोलते थे कि आप इनसे कोई भी काम लो, किसी तरह का काम लो, क्लर्क का काम लो, प्यून का काम लो, लेकिन इनको एक दिन अपने यहाँ बिताने दो। हमने उसका नाम दिया ग्रैंड थर्सडे। इट वाज अमेजिंग। तो सिलेबस का पार्ट नहीं था। हम ये कह रहे हैं कि सभी स्कूल्स और कॉलेजेस कुछ ना कुछ एक्स्ट्रा कर रहे हैं, और जो एक्स्ट्रा कर रहे हैं उनकी वैल्यू बन रही है, वहाँ एडमिशन के लिए बच्चे आते हैं। तो ये
मतलब हम जो सिस्टम है ना इसी में इवॉल्व हो रहा है। कुछ लोग जो एक्स्ट्रा करेंगे तो एक्स्ट्रा उनका नाम होगा। थैंक यू डॉक्टर साहब, थैंक यू। पर ਬਾਪੂ ਜੌਲ ਜੀ 93 ਸਾਲ ਦੇ ਹੋ ਗਏ, 93 ਈਅਰ 올ਡ। ਉਹ ਜਦੋਂ ਉਦੋਂ ਸਿਸਟਮ ਸੀ ਐਜੂਕੇਸ਼ਨ ਦਾ, ਉਦੋਂ ਟੀਚਰ ਜ਼ਿਆਦਾ ਕਮਿਟਡ ਸੀਗੇ। ਉਦੋਂ ਉਦੋਂ ਲੋਕ ਜ਼ਿਆਦਾ ਜਿਹੜਾ ਸੀਗਾ ਐਜੂਕੇਸ਼ਨਲੀ ਐਂਗੇਜਡ, ਪੋਪੂਲੇਸ਼ਨ ਘੱਟ ਸੀ। ਹੁਣ ਬਹੁਤ ਸਾਰੀਆਂ स्कूल भी देखो, चाहे डीएवी है, चाहे आर्या, चाहे सिख है, चाहे क्रिश्चियन है, या कोई भी स्कूल है, they were started as a mission। ਯੈਸ, मिशन ਦੇ ਤੌਰ ਸਟਾਰਟ ਕੀਤਾ ਸੀਗਾ। ਡੋਨੇਸ਼ਨ ਲੈ ਲੈ ਕੇ ਚੱਲਦੇ ਸੀ ਸਕੂਲ ਸੇ ਇਹਨਾਂ ਭਾਰ ਰਹੇ। Now it has become a business। ਯੈਸ, Giving honorable example, ਉਹਨੂੰ ਛੱਡ ਦਈਏ ਆਪਾਂ, ਤੇ ਭਾਈ ਸਾਹਿਬ ਨੇ ਗੱਲ ਕੀਤੀ ਹੈ, ਲੇਕਿਨ most of the schools they are ਦੁਕਾਨਦਾਰੀ ਕਰ ਰਹੇ ਨੇ। ਅਸੀਂ ਇਹ ਪ੍ਰੋਬਲਮ ਹੈ, ਉਹ ਇੱਕ ਬਿਜ਼ਨਸ ਬਣ ਗਿਆ। ਬਿਲਕੁਲ ਬਾਪੂ। ਸਕੂਲ ਖੋਲ੍ਹੋ ਜੀ, ਹਲਵਾਈਆਂ ਵੀ ਸਕੂਲ ਖੋਲ੍ਹ ਹੈ, ਦੂਸਰੇ ਸਕੂਲ ਖੋਲ੍ਹ ਹੈ ਪੈਸੇ ਕਮਾਉਣ ਨੂੰ। ਉਹ ਗੱਲ ਤਾਂ ਹੈ ਨਾ। ਐਜੂਕੇਸ਼ਨ ਦੇ ਵੈਲਿਊਜ਼ ਨਹੀਂ ਰਹੀਆਂ, ਵਿਜ਼ਡਮ ਨਹੀਂ ਰਹੀ, ਪ੍ਰੈਕਟੀਕੈਲਿਟੀਜ਼ ਨਹੀਂ ਰਹੀਆਂ, ਤੇ ਇਨੋਵੇਟਿਵਨੈਸ ਵੀ ਨਹੀਂ ਰਹੀ, ਬਿਜ਼ਨਸ ਬਣ ਗਿਆ। ਇਹ ਵੀਪੀ ਮਿਸ਼ਰਾ ਜੀ ਆਪਾਂ ਨੂੰ ਮੰਨਣੀ ਪੈਣੀ ਹੈ ਗੱਲ। हम एक बात और, हर बिजनेस अपने को शार्पन करता है। हर जब 2 बिजनेस, 4 बिजनेस, 10 बिजनेस सेम मार्केट प्लेस में है तो एक दूसरे से compete करते हैं। तो कोई बुराई नहीं है अगर सारे ये जो स्कूल्स हैं एक दूसरे से compete करें और compete करके बेटर वैल्यू दें। ਡਾਕਟਰ ਸਾਹਿਬ, ਐਜੂਕੇਸ਼ਨ ਬਿਜ਼ਨਸ ਨਹੀਂ ਹੋ ਸਕਦਾ, ਜਿਵੇਂ ਪੋਲਿਟਿਕਸ ਜੌਬ ਨਹੀਂ ਹੋ ਸਕਦੀ, ਐਜੂਕੇਸ਼ਨ ਵਪਾਰ ਨਹੀਂ ਬਣ ਦੇਣਾ ਆਪਾਂ ਨੇ। दिस इज माय कंटेंशन। अच्छा, वो तो सर बन चुका, वो तो आप रोक नहीं पाओगे, वो तो बनेगा और इंडिया में भी बनेगा। प्रोफेसर साहब, ਆਪਾਂ ਬਣ ਨਹੀਂ ਦੇਣਾ। ਹੁਣ ਮੈਂ ਅੱਗੇ ਬੇਨਤੀ ਕਰਨੀ ਚਾਹੁੰਦਾ, ਮੈਨੂੰ ਅੱਗੇ ਚੱਲਣ ਦੀ ਆਗਿਆ ਦਿਓ। Speak something. Sir, Praneet ma'am wants to speak something. ਮੈਂ ਇੱਕ ਮਿੰਟ ਗੱਲ ਕਰਨੀ ਹੈ ਮੇਰੀ। I have to leave this, और ਮੈਨੂੰ ਪਰਮਿਸ਼ਨ ਦੇ ਦਿਓ ਕਿਉਂਕਿ ਮੈਂ ਕੋ ਗੈਸਟ ਆਏ ਨੇ, ਉਹਨਾਂ ਨੂੰ ਮੈਂ ਮੀਟ ਕਰਨਾ। अच्छा बापू जी, अच्छा, थैंक यू वेरी मच। फतेह। थैंक यू मैडम प्रनीत बब्बर जी। We have discussed the change in the system of the education in great length, but what I want to add here is a change in even the teacher qualification. A very, very important point that you have brought up, Siddharth Sahab, is about the categorization of business versus mission. That is absolutely the crux of the problem, Ji, and I completely agree with you. The teacher has to be on a mission to educate. Yes. Till that changes, yes, it will always be a business. As Mishra Sahab said, it will be a business. I don't disagree there. But the teacher is not doing the business. The person owning the school can continue running a business. I don't deny that too, but the teacher has to be the missionary here. Yes. So till our B.Ed system or any of those systems, till that creates the missionary in the teacher, we are again, no matter whether we create a different educational system, CBSE ho, jo bhi ho, we are going to fail. So I want, that understanding on the missionary concept, I think is so important and absolutely hit the nail on the head, Ji. Yes. Thank you very much, Madam Babbar. Thank you. VP Mishra ਜੀ ਨੇ ਜੋ ਕਿਹਾ, ਉਹਨੂੰ ਆਦਰ ਸਹਿਤ ਲੈਂਦੇ ਹੋਏ, ਉਹਦਾ ਵੀ ਆਦਰ ਕਰਦੇ ਹੋਏ, ਉਹਨਾਂ ਦਾ ਆਪਣਾ ਪੁਆਇੰਟ ਆਫ ਵਿਊ ਹੈ ਤੇ ਉਹਦੇ ਚ ਵੀ ਕੁਝ ਸੱਚਾਈਆਂ ਹੈਗੀਆਂ, ਤੇ ਆਪਾਂ ਅੱਗੇ ਵਧੀਏ ਇਸ ਗੱਲ ਲਈ। ਨਿਸ਼ਾਨ ਜੀ। Yes sir। ਡਾਕਟਰ ਵੀਪੀ ਮਿਸ਼ਰਾ ਜੀ, ਆਪਾਂ ਫਿਜ਼ੀਕਲੀ ਹੁਣ ਆਪਾਂ ਟੂਰ ਕਰਨਾ ਪੰਜਾਬ ਦਾ, ਤੇ ਉਹ ਆਪਾਂ ਕਿਵੇਂ ਸ਼ੁਰੂ ਕਰੀਏ? ਮੈਂ ਭੁਪਿੰਦਰ ਵੀਰ ਜੀ ਨੂੰ ਕਹੂੰਗਾ, ਮੇਰੇ ਨਾਲ ਕੇਸਰ ਵੀਰ ਜੁੜੇ ਹੋਏ ਨੇ, ਮੈਡਮ ਬੱਬਰ ਨੇ, ਵਿੱਕੀ ਹੈ, ਆਗਿਆਪਾਲ ਜੀ ਨੇ, ਕਰਨਲ ਇਕਬਾਲ ਪੰਨੂ ਜੀ ਵੀ ਅੱਜ ਜੁੜੇ ਹੋਏ ਨੇ, ਤੇ ਸੁਖਜੀਵਨ ਹੈ, ਭੁਪਿੰਦਰ ਸਿੰਘ ਪੱਪੂ ਵੀ ਹੈ, ਐਡਵੋਕੇਟ। ਤੇ ਪਲੀਜ਼ ਆਪਾਂ ਚਾਕ ਆਊਟ ਕਰੀਏ ਫਿਜ਼ੀਕਲੀ, ਆਪਾਂ ਕਿਵੇਂ ਨਿਕਲੀਏ ਪੰਜਾਬ ਚ, ਕਿੱਥੋਂ ਕਿਵੇਂ। ਨਿਸ਼ਾਨ ਜੀ। I have a small viewpoint here। ਅਸੀਂ ਤਾਂ ਬੜੀ ਕਰ ਲਈਏ, ਇਹਨੂੰ ਐਕਸ਼ਨ ਚ ਪਾਉਣੀ ਹੈ। ਹਾਂ, ਮੀਟਿੰਗਾਂ ਬਹੁਤ ਗੱਲਾਂ ਕਰ ਲਈਆਂ, ਮੀਟਿੰਗ ਕਰ ਲਈ, ਐਕਸ਼ਨ ਚ ਪਾਉਣਾ।
ਇਹ ਗੱਲਾਂ ਹੀ ਰਹਿ ਜਾਣਗੀਆਂ। ਹੋ ਕੀ ਰਿਹਾ ਇਸ ਵੇਲੇ ਸਾਡੇ ਕੋਲ ਅਬਾਊਟ 1000 ਪੀਪਲ ਇਕੱਠੇ ਹੋ ਗਏ ਨੇ। the top and the bottom are not connected। ਸਾਡੇ ਵਿਊ ਪੁਆਇੰਟਸ ਜਿਹੜੇ ਨੇ ਜਦ ਤੱਕ ਥੱਲੇ ਤੱਕ ਜਾਣਗੇ ਨਹੀਂ ਅਸੀਂ ਕਨੈਕਸ਼ਨ ਨਹੀਂ ਜੁੜਾਂਗੇ। ਬਿਲਕੁਲ ਅਸੀਂ ਗੱਲਾਂ ਹੀ ਕਰੀ ਜਾਵਾਂਗੇ। that will never end, talking never ends। ਨਹੀਂ ਆਪਾਂ ਹੁਣ ਨਿਕਲੀਏ ਕਿਵੇਂ ਇਹ ਤੇ ਅੱਗੇ ਦੱਸੋ। sir we have to meet physically। ਹਾਂ ਭੁਪਿੰਦਰ ਜੀ we have to chalk out a plan and a deadline that this is the deadline we have to meet everyone। so I have a suggestion that for every district you should be going there personally, meeting the entire group। अपने व्यूज उन्हां तक परकोलेट करो जो बहुत जरूरी है। साडे ग्रुप्स 15 बंदियां को ले गए ने, 1000 बंदे को ग्रुप्स नहीं व्यू नहीं गए साडे। तो बहुत जरूरी है ਉਹਦੇ ਵਾਸਤੇ ਪੂਰਾ ਪਲਾਨ ਚੌਕ ਆਊਟ ਕਰਨਾ ਜ਼ਰੂਰੀ ਹੈ ਬਿਫੋਰ ਵੀ ਸਟਾਰਟ ਇਨੀਸ਼ੀਅਲਾਈਜ਼ਿੰਗ ਸਮਥਿੰਗ ਐਲਸ। ਮੇਰਾ ਸੁਜੈਸ਼ਨ ਹੈ ਜਦ ਅਸੀਂ ਕੋਈ ਲਾਇਬ੍ਰੇਰੀ ਖੋਲਨੇ ਆ, ਇਨੋਗ੍ਰੇਸ਼ਨ ਦਾ ਟਾਈਮ ਆ ਚੁੱਕਾ ਹੋਇਆ, ਅਸੀਂ ਉੱਥੇ ਜਾਂਦੇ ਆ, ਸਾਰੇ ਗਰੁੱਪ ਨੂੰ ਇਕੱਠਾ ਕਾਲ ਕਰੋ, ਨਾਲ ਮੀਟਿੰਗ ਹੋ ਗਈ, ਨੌਲੇਜ ਐਕਸਚੇਂਜ, ਫਿਜ਼ੀਕਲ ਮੀਟਿੰਗ। ਆਈ ਐਮ ਨਾਟ ਟਾਕਿੰਗ ਆਫ ਜ਼ੂਮ ਮੀਟਿੰਗ, ਫਿਜ਼ੀਕਲ ਮੀਟਿੰਗ ਨਾਲ ਲਾਇਬ੍ਰੇਰੀ ਇੰਸਟਾਲ ਕੀਤੀ, ਅਗਲੀ ਡਿਸਟ੍ਰਿਕਟ ਤੇ ਚਲੇ ਗਏ। ਲੈਟਸ ਹੈਵ ਅ ਡੈਡਲਾਈਨ ਕਿ ਆਪਾਂ 110 ਲਾਇਬ੍ਰੇਰੀਜ਼ ਖੋਲਣੀ ਹੈ maybe till December end। so we should be having 3-4 meetings in a day so that we can complete the entire mission। yes absolutely। for that we need a chalk out plan। ਬਹੁਤ ਅੱਛਾ। ਉਹਦੇ ਵਾਸਤੇ ਇੱਕ ਪਲਾਨ ਚਾਹੀਦਾ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ, ਜੋ ਆਪਾਂ ਡਿਸਟ੍ਰਿਕਟ ਕੋਆਰਡੀਨੇਟਰ ਸਾਰਾ ਕੰਮ ਕਰ ਸਕਦੇ ਨੇ ਕਿ ਉਸ ਡਿਸਟ੍ਰਿਕਟ ਚ ਲਾਇਬ੍ਰੇਰੀ ਕਦ ਖੁੱਲਣੀ ਹੈ, ਤੁਸੀਂ ਕਦ ਮੀਟਿੰਗ ਤੇ ਆਓਗੇ, ਤੁਸੀਂ ਕਦ ਬੈਠੋਗੇ ਤੇ ਸਾਰੇ ਬੰਦੇ ਕੀ ਜਾਣਗੇ। ਇੱਕ ਮਾਡਲ, ਮੀਟਿੰਗਸ ਦਾ ਮਾਡਲ, ਏਜੰਡਾ ਦਾ ਮਾਡਲ ਹਰ ਜਗ੍ਹਾ ਪਰਕੋਲੇਟ ਹੋਣਾ ਜ਼ਰੂਰੀ ਹੈ। ਆਨੇ ਕਿ ਹਰ ਡਿਸਟ੍ਰਿਕਟ ਚ ਆਪਾਂ ਅਲੱਗ ਗੱਲ ਕਰ ਰਹੇ ਹਾਂ, ਸੇਮ ਗੱਲ, ਕਿਉਂਕਿ ਐਸੀ ਮਾਡਲ ਤੇ ਸਰ ਆਪਾਂ 19 ਏਜੰਡਾਸ ਹੈਗੇ ਸਾਡੇ, 3 ਸਾਲ ਦਾ ਟਾਈਮ ਹੈ। we have to put the words into action। that is my belief। great thank you। yes ਕੇਸਰ ਜੀ, ਕੇਸਰ ਵੀਰ ਜੀ, ਆਪਾਂ ਨਿਕਲੀਏ ਕਿੱਥੋਂ ਸ਼ੁਰੂ ਕਰੀਏ? ਤੁਹਾਡੇ ਕੋਲ ਆਈਏ ਮਾਨਸਾ ਪਹਿਲਾਂ ਜਾਂ ਬਠਿੰਡੇ ਚੱਲੀਏ ਜਾਂ ਆਗਿਆਪਾਲ ਜੀ ਕੋਲੇ ਲੁਧਿਆਣੇ ਚੱਲੀਏ? ਪਲੀਜ਼ ਸਾਰੇ ਦੱਸੋ। ਸਰ ਜਿਹੜੇ ਪਹਿਲੇ ਲਾਇਬ੍ਰੇਰੀ ਖੋਲ ਰਹੇ ਹਾਂਜੀ ਉਹਦੇ ਕੋਲ ਪਹਿਲੇ ਜਾਣਾ ਚਾਹੀਦਾ। ਜਿਹੜੀ ਪਹਿਲੀ ਲਾਇਬ੍ਰੇਰੀ ਹੈਗੀ ਹੈ ਉੱਥੇ ਜਾ ਕੇ ਲੈਟਸ ਐਨਕਰੇਜ ਦ ਪੀਪਲ ਕਿ ਕੀ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ, ਐਂਡ ਲੈਟਸ ਹੈਵ ਅ ਗ੍ਰਾਸ ਰੂਟ ਲੈਵਲ ਮੀਟਿੰਗ ਸੋ ਵੀ ਨੋ ਐਗਜ਼ੈਕਟਲੀ ਵਾਟ ਇਜ਼ ਹੈਪਨਿੰਗ ਇਨ ਦ ਫਾਊਂਡੇਸ਼ਨ। ਬਿਲਕੁਲ ਠੀਕ। ਆਗਿਆਪਾਲ ਜੀ। ਹਾਂਜੀ ਨਹੀਂ ਬਿਲਕੁਲ ਠੀਕ ਹੈ ਜੀ। ਹੁਣ ਫਿਜ਼ੀਕਲ ਮੀਟਿੰਗਸ ਦਾ ਟਾਈਮ ਆ ਗਿਆ ਤੇ ਜਿਵੇਂ ਨਿਸ਼ਾਨ ਜੀ ਨੇ ਕਿਹਾ, ਆਈ ਐਗਰੀ ਵਿਦ ਹਿਮ। ਮੈਂ ਬਿਲਕੁਲ ਐਗਰੀ ਕਰਦਾ ਉਹਨਾਂ ਦੇ ਨਾਲ ਕਿ ਜਿੱਥੇ ਜਿੱਥੇ ਲਾਇਬ੍ਰੇਰੀ ਖੁੱਲ ਰਹੀ ਹੈ ਉੱਥੇ ਉੱਥੇ ਇੱਕ ਤਾਂ ਇੱਕ ਮੌਕਾ ਵੀ ਅੱਛਾ ਹੋਏਗਾ, ਇੱਕ ਬਹਾਨਾ ਵੀ ਹੋਏਗਾ, ਔਰ ਇਸੇ ਤਰ੍ਹਾਂ ਜਿਹੜੇ ਸਾਰੇ ਮੈਂਬਰਸ ਹੈਗੇ ਉਹਨਾਂ ਨਾਲ ਤੁਹਾਡਾ ਪਰਸਨਲ ਇੰਟਰੈਕਸ਼ਨ ਵੀ ਹੋਏਗਾ। ਸਾਰੇ ਮੈਂਬਰਸ ਇੱਕ ਦੂਜੇ ਨੂੰ ਜਾਣਨਗੇ, ਹੋਰ ਉਹਨਾਂ ਦੇ ਵਿਊ ਪੁਆਇੰਟਸ ਆਉਣਗੇ। ਇਸ ਤਰ੍ਹਾਂ ਮੋਰ ਦਾ ਮੈਰੀਅਰ। ਜਿੱਦਾਂ ਜਿੱਦਾਂ ਤੁਸੀਂ ਇਕੱਲੇ ਸ਼ੁਰੂ ਹੋਏ ਸੀਗੇ, ਹੁਣ ਕਾਫਲਾ ਬਣ ਰਿਹਾ, ਕਾਫਲੇ ਨੂੰ ਹੋਰ ਵੱਡਾ ਕਰਨਾ ਹੈ। ਔਰ ਸਾਡੀ ਇਹ ਬੜੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਡਾਕਟਰ ਸਰਦਾਰਾ ਸਿੰਘ ਜੋਹਲ ਵਰਗੇ ਐਮੀਨੈਂਟ ਪਰਸਨੈਲਿਟੀਜ਼ ਸਾਡੇ ਨਾਲ ਜੁੜੀਆਂ ਹੋਈਆਂ। ਔਰ ਸਾਡੀ ਜਿਹੜੀ ਇਹ ਸਾਡਾ ਜਿਹੜਾ ਇੱਕ ਓਪਰੇਸ਼ਨ ਹੈ ਐਜੂਕੇਸ਼ਨ ਦੇ ਉੱਤੇ ਔਰ ਬੁਲੰਦ ਪੰਜਾਬ ਦੇ ਉੱਤੇ, ਇਹਦੇ ਵਿੱਚ ਇਹੋ ਜਿਹੇ ਸਾਡੀ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਦੀ ਸਾਨੂੰ ਬਹੁਤ ਲੋੜ ਹੈ। ਔਰ ਬਿਲਕੁਲ ਠੀਕ ਹੈ, ਅੱਜ ਦੀ ਮੀਟਿੰਗ ਵਾਸ ਅਗੇਨ ਵੈਰੀ ਪੋਜ਼ਿਟਿਵ। ਬਹੁਤ ਅੱਛੀ ਸੀ। ਡਾਕਟਰ ਸਾਹਿਬ ਇੱਕ ਆਪਣੇ ਆਪ ਦੇ ਵਿੱਚ ਇੱਕ ਯੂਨੀਵਰਸਿਟੀ ਨੇ, ਇੱਕ ਐਨਸਾਈਕਲੋਪੀਡੀਆ ਨੇ, ਉਹਨਾਂ ਦੀ ਜਿਹੜੀ ਨੌਲੇਜ ਹੈ। ਹਾਲਾਂਕਿ ਮੈਨੂੰ ਕਈ ਵਾਰੀ ਮੈਂ ਅੱਜ ਆਪਣੇ ਵਾਈਫ ਵੀ ਮੇਰੇ ਨਾਲ ਸੁਣ ਰਹੇ ਸੀਗੇ ਤੇ ਅਸੀਂ ਡਿਸਕਸ ਕਰ ਰਹੇ ਸੀਗੇ ਕਿ 93 ਇਅਰਸ ਦੀ ਏਜ, ਉਹਦੇ ਵਿੱਚ ਵੀ ਉਹ ਹਲੇ, ਪ੍ਰਮਾਤਮਾ ਉਹਨਾਂ ਨੂੰ ਬਹੁਤ ਲੰਮੀ ਉਮਰ ਦੇਵੇ, ਉਹ ਹਲੇ ਵੀ ਉਹਨਾਂ ਦੇ ਵਿੱਚ ਕਿੰਨਾ ਇੱਕ ਕਰੰਟ ਹੈ, ਹਾਲਾਂ ਵੀ ਉਹਨਾਂ ਦੇ ਵਿੱਚ ਕਿੰਨਾ ਇੱਕ ਜਜ਼ਬਾ ਹੈ। ਮਤਲਬ ਇਹ ਇੱਕ ਬੜੀ ਵੱਡੀ ਐਗਜ਼ਾਮਪਲ ਹੈ ਸਾਡੇ ਸਾਰਿਆਂ ਵਾਸਤੇ। ਅਸੀਂ ਸਾਰੇ ਹੀ ਉਹਨਾਂ ਤੋਂ ਬਹੁਤ ਛੋਟੇ ਹਾਂ, ਔਰ ਉਹਨਾਂ ਦਾ ਜਿਹੜਾ ਇਹ ਜਜ਼ਬਾ ਦੇਖ ਕੇ, ਉਹਨਾਂ ਦੀ ਇਹ
ਸੋਚ ਹਲੇ ਵੀ ਇੰਨੀ ਪੋਜ਼ਿਟਿਵ ਸੋਚ, ਔਰ ਹਲੇ ਵੀ he wants to do so much for Punjabi and Punjabiyat. So this is something which we all must take a lesson from him. ਬਹੁਤ ਕਿ ਅੱਛਾ, ਜ਼ਿੰਦਗੀ ਜਿਉਣ ਦਾ ਸਲੀਕਾ, ਜਾਂਚ, ਕਰੰਟ। ਹਾਂ, ਕਿ ਉਹਨਾਂ ਦੀ ਇੰਨੀ ਉਹਨਾਂ ਦੀ ਜਿਹੜੀ ਇਹ ਗੱਲ ਦੱਸੀ ਕਿ ਉਹਨਾਂ ਨੇ ਆਪਣੇ ਟੀਚਰਸ ਦਾ ਇੱਕ ਉਹਨਾਂ ਨੇ ਐਗਜ਼ਾਮਪਲ ਦਿੱਤਾ ਸੀ ਕਿ ਉਹਨਾਂ ਦੇ ਜਦੋਂ 7th ਦੇ ਵਿੱਚ ਉਹ ਫੇਲ ਹੋ ਗਏ ਸੀ, ਔਰ 8ਵੀਂ ਦੇ ਵਿੱਚ ਉਹ ਆਪਣੇ ਟੀਚਰ ਦੀ ਵਜ੍ਹਾ ਕਰਕੇ ਉਹ ਪੰਜਾਬ ਬੋਰਡ ਦੇ ਵਿੱਚ 6ਵੇਂ ਨੰਬਰ ਤੇ ਆਏ। ਔਰ ਇਹ ਇੱਕ ਬਹੁਤ ਵੱਡਾ, ਔਰ ਬਾਕੀ ਵੀ ਹੋਰ ਵੀ ਮੈਡਮ ਨੇ ਵੀ ਕਿਹਾ, ਡਾਕਟਰ ਸਾਹਿਬ ਨੇ ਵੀ ਕਿਹਾ, ਮਿਸ਼ਰਾ ਜੀ ਨੇ, ਕਿ ਜਿਹੜੇ ਟੀਚਰਸ ਹੈਗੇ ਉਹਨਾਂ ਦੀ ਜਿਹੜੀ ਕੁਆਲਿਟੀ ਹੈਗੀ ਹੈ ਉਹਦੇ ਤੇ ਸਾਨੂੰ ਜ਼ੋਰ ਦੇਣ ਦੀ ਲੋੜ ਹੈ। ਜਿਹੜੇ ਟੀਚਰਸ ਹੈਗੇ ਉਹ ਮਿਸ਼ਨਰੀਜ਼ ਹੋਣੇ ਚਾਹੀਦੇ ਹੈ। 1 ਮਿੰਟ ਲਈ ਮੈਂ ਤੁਹਾਨੂੰ ਟੋਕ ਦਿਆਂ ਵਿੱਚ, ਮੇਰੀ ਸਬਮਿਸ਼ਨ ਸੀ ਵੀ ਆਪਾਂ ਲੁਧਿਆਣੇ ਕਦੋਂ ਆਈਏ ਤੁਹਾਡੇ ਕੋਲ, ਆਪਾਂ ਵਿਸ਼ੇ ਤੇ ਰਹੀਏ। ਐਨੀ ਟਾਈਮ। ਮੈਂ ਤਾਂ ਲਾਸਟ ਟਾਈਮ ਵੀ ਕਿਹਾ ਸੀਗਾ ਕਿ ਤੁਸੀਂ ਜਿਹੜੀ ਪਹਿਲੀ ਮੀਟਿੰਗ ਹੈ ਇੱਥੇ ਲੁਧਿਆਣੇ ਕਰਨੀ ਚਾਹੋ ਤਾਂ ਯੂ ਆਰ ਮੋਸਟ ਵੈਲਕਮ। ਕੋਈ ਨੇੜੇ ਨੀਅਰ ਅਬਾਊਟ ਕੰਪਲੀਸ਼ਨ ਹੈਗੀ? ਉਹ ਦੇਖੋ, ਜਿਹੜੀਆਂ ਅਸੀਂ 2 ਲੋਕੇਸ਼ਨਸ ਫਾਈਨਲ ਕੀਤੀਆਂ ਹੈਗੀਆਂ, ਉਹਨਾਂ ਦੀ ਤਾਂ ਹਾਲੇ ਜਿਵੇਂ ਉਹ ਕੰਸਟਰਕਸ਼ਨ ਵਗੈਰਾ ਚੱਲ ਰਹੀ ਹੈਗੀ ਹੈ, ਦੈਟ ਇਜ਼ ਗੋਇੰਗ ਟੂ ਟੇਕ ਸਮ ਟਾਈਮ। ਓਕੇ। ਪਰ ਜੇ ਤੁਸੀਂ ਮੈਨੂੰ ਅੱਜ ਦਾ ਦਿਨ ਦਿਓ ਤਾਂ ਮੈਂ ਕੋਸ਼ਿਸ਼ ਕਰਦਾ ਕਿ ਮੈਨੂੰ ਕੋਈ ਅਗਰ ਹੋਰ ਇਹੋ ਜਿਹੀ ਨਜ਼ਦੀਕੀ ਲਾਇਬ੍ਰੇਰੀ ਮਿਲ ਜਾਂਦੀ ਹੈਗੀ ਹੈ ਤਾਂ ਅਸੀਂ ਲੁਧਿਆਣੇ ਇਕੱਠੇ ਹੋ ਸਕਦੇ ਹਾਂ। ਬਿਲਕੁਲ ਪਲੀਜ਼, ਤੁਸੀਂ ਅੱਜ ਦਾ ਦਿਨ ਲਾਓ ਇਹ ਤੇ। ਇੱਕ ਬਾਪੂ ਜੀ ਦੀ ਯਾਦ ਚ ਆਪਾਂ ਖੋਲਣਾ ਚਾਹੁੰਦੇ ਸੀ, ਉਹ ਦੇਖੋ, ਫਿਰ ਆਪਾਂ ਲੁਧਿਆਣੇ ਫਿਕਸ ਕਰਦੇ ਹਾਂ। ਜੀ ਠੀਕ ਹੈ, ਬਿਲਕੁਲ ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਮੇਰੀ ਇੰਨੀ ਸਬਮਿਸ਼ਨ ਹੈ। ਕਰਨਲ ਇਕਬਾਲ ਪੰਨੂ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਕਰਨਲ ਇਕਬਾਲ ਸਿੰਘ ਪੰਨੂ ਜੀ। ਬੜੀ ਲੰਬੀ ਲਾਈਨ ਤੇ ਹੈ ਤੁਹਾਡੀ ਜੀ। ਕੇਸਰ ਨੈਟਵਰਕ ਪ੍ਰੋਬਲਮ। ਕੇਸਰ ਵੀਰ ਜੀ, ਬਸ ਮੇਰੇ ਕੋਲੇ ਨਹੀਂ ਕੋਈ ਗੱਲ ਨਹੀਂ ਜੀ, ਮੇਰੇ ਕੋਲੇ ਅਸਲ ਕਿਸੇ ਜਗ੍ਹਾ ਤੇ ਨੈਟਵਰਕ ਦੀ ਥੋੜੀ ਪ੍ਰੋਬਲਮ ਆ ਜਾਂਦੀ ਹੈ। ਕੋਈ ਨਾ, ਅਸੀਂ ਮਾਨਸਾ ਕਦੋਂ ਆਈਏ ਤੁਹਾਡੇ ਕੋਲੇ, ਬੇਨਤੀ ਹੈ। ਤੁਸੀਂ ਜਦੋਂ ਕਹੋਗੇ ਜੀ। ਪਹਿਲਾਂ ਤੁਸੀਂ ਲੁਧਿਆਣੇ ਦਾ ਰੱਖ ਰਹੇ ਹੋ? ਨਹੀਂ ਜੀ, ਅਸੀਂ ਸਾਰੇ ਕਿਤੇ ਉਦੋਂ ਹੀ ਆ ਜਾਵਾਂਗੇ ਜਦੋਂ ਜਿੱਥੇ ਤਿਆਰ ਨੇ ਲਾਇਬ੍ਰੇਰੀਆਂ, ਉੱਥੇ ਅਸੀਂ ਇੱਕਦਮ ਆਪਾਂ ਆਵਾਂਗੇ, ਮਿਲਾਂਗੇ ਸਾਰਿਆਂ ਨੂੰ। ਤੁਸੀਂ ਇੱਕ ਵਾਰੀ ਪਹਿਲਾਂ ਰੱਖੋ, ਉੱਥੇ ਅਸੀਂ ਆਵਾਂਗੇ, ਥੋੜਾ ਜਿਹਾ ਦੇਖ ਕੇ, ਜੇ ਕੋਈ ਸਾਡੇ ਉਹ ਚ ਅਸੀਂ ਚੇਂਜ ਕਰਨਾ ਹੋਇਆ ਕੁਛ ਤਰ੍ਹਾਂ, ਮਤਲਬ ਉਹ ਥੋੜਾ ਜਿਹਾ ਦੇਖ ਕੇ ਸਾਨੂੰ ਮੌਕਾ ਮਿਲ ਜੂ। ਚਾਹੁੰਦਾ ਸੀ ਇੱਕ ਵਾਰ ਪਹਿਲਾਂ ਲੁਧਿਆਣਾ ਕਰ ਲਓ ਸਟਾਰਟ, ਜਾਂ ਤੁਸੀਂ ਕਹਿ ਰਹੇ ਸੀ। ਚਲੋ ਠੀਕ ਹੈ। ਹਾਂਜੀ, ਉਦੋਂ ਬਾਅਦ ਦੂਸਰਾ ਚਾਹੇ ਮਾਨਸਾ ਰੱਖ ਲਓ, ਬਠਿੰਡਾ ਰੱਖ ਲਓ, ਜਿਵੇਂ ਤੁਹਾਨੂੰ ਠੀਕ ਲੱਗੇ। ਤੁਸੀਂ ਕੋਈ ਲਾਇਬ੍ਰੇਰੀ ਨੀਅਰ ਅਬਾਊਟ ਕੋਈ ਕੰਪਲੀਸ਼ਨ ਦੇ ਲਿਆਓ, ਅਸੀਂ ਫਿਰ ਉਹ ਤਾਂ ਹੈ ਜੀ, ਉਹ ਕੋਈ ਪ੍ਰੋਬਲਮ ਹੈ। ਪਿੰਡਾਂ ਚ ਵੀ ਹੈ ਜੀ, 3-4 ਪਿੰਡਾਂ ਚ ਵੀ ਹੈਗੇ ਆ ਜੀ। ਜੇ ਬਸ ਉਹਨਾਂ ਨੂੰ ਆਪਾਂ ਰਿਵਾਈਵ ਕਰੀਏ, ਰੈਨੋਵੇਟ ਕਰੀਏ। 1 ਮਿੰਟ, ਮੇਰੇ ਨਾਲ ਨੇ ਜੀ ਲਖਵਿੰਦਰ ਸਿੰਘ ਐਡਵੋਕੇਟ, ਉਹ 2 ਮਿੰਟ ਲੈਣਾ। ਬਿਲਕੁਲ ਪਲੀਜ਼। गुड मॉर्निंग एवरीवन। गुड मॉर्निंग लखविंदर, क्या हाल है ਤੁਹਾਡੇ? फाइन सर, फाइन। लखविंदर एडवोकेट फ्रॉम मानसा जी। बहुत अच्छा लगा। सो पहला ਤਾਂ ਬਹੁਤ ਥੋੜਾ ਜਿਹੜਾ ਆਪਣਾ ਕਦਮ ਹੈ, ਬੜਾ ਐਪਰੀਸ਼ੀਏਸ਼ਨ ਹੈਗਾ, ਮੈਂ ਤੁਹਾਨੂੰ ਵਧਾਈ ਦਿੰਦਾ ਇਸ ਵਾਸਤੇ। ਪਰ ਪਤਾ ਸਰ, ਇੱਕ ਨਾ ਕੁਐਰੀ ਸੀਗੀ ਮੇਰੀ, ਥੋੜੀ ਜਿਹੀ ਸਜੈਸ਼ਨ ਵੀ ਲਾ ਲਓ, ਕੁਐਰੀਜ਼ ਵੀ ਲਾ ਲਓ, ਕਿਉਂਕਿ ਤੁਸੀਂ ਸਾਰੇ ਬੁੱਧੀਜੀਵੀ ਹੋ, ਮੈਂ ਤੁਹਾਡੇ ਨਾਲ ਉਮਰ ਚ ਵੀ ਤੇ ਗਿਆਨ ਚ ਵੀ ਛੋਟਾ ਹੈਗਾ। ਪਰ ਜੋ ਡਿਸਕਸ਼ਨ ਚੱਲ ਰਿਹਾ ਹੈਗਾ ਲਾਇਬ੍ਰੇਰੀਜ਼ ਦਾ, who was join the library? ਹਾਂਜੀ, ਲਾਇਬ੍ਰੇਰੀ ਨੂੰ ਕੌਣ ਜੁਆਇਨ ਕਰੂਗਾ? ਉਹਦੇ ਵਾਸਤੇ ਆਪਾਂ ਕੀ ਕਰ ਸਕਦੇ ਹਾਂਗੇ? ਠੀਕ ਹੈ, ਲਾਇਬ੍ਰੇਰੀ ਖੋਲ ਰਹੇ ਆ, ਵੈਰੀ ਗੁੱਡ। ਪਰ ਇੱਕ ਲਾਇਬ੍ਰੇਰੀ ਨੂੰ ਕਾਮਯਾਬ ਕਰਨ ਵਾਸਤੇ ਉਹਦੇ ਵਿੱਚ ਜਿਨ੍ਹਾਂ ਨੇ ਉੱਥੇ ਜਾਣਾਗਾ, ਉਹਦੀ 3 ਕੈਟਾਗਰੀਜ਼ ਨੇ, ਪ੍ਰਾਇਮਰੀ, ਸੈਕੰਡਰੀ ਤੇ ਕਾਲਜ ਲੇਟ ਨੇ ਜਿਹੜੇ। ਠੀਕ ਹੈ। ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਸਰ? ਥੋੜੀ ਨੈਟਵਰਕ ਦੀ ਪ੍ਰੋਬਲਮ ਜ਼ਰੂਰ ਹੈ। ਹਾਂਜੀ, ਪ੍ਰਾਇਮਰੀ ਮੀਨਸ ਵੀ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ, ਤੇ ਸੈਕੰਡਰੀ ਲੈਵਲ ਦੇ ਤੇ ਜਿਹੜੇ ਕਾਲਜ, ਜਿਨ੍ਹਾਂ ਨੇ ਕਾਲਜ ਛੱਡਣਾ ਜਾਂ ਉਹ ਲਾਦੀ ਸਟੱਡੀ ਦੇ ਲਾਸਟ ਸਾਲ ਆਪਦੇ ਲਾਸਟ ਟਾਈਮ ਚੱਲ ਰਹੇ ਨੇ, ਉਹਨਾਂ ਦੇ ਵਿੱਚ ਇਹ ਹੈ ਜਿਹੜੇ ਪ੍ਰਾਇਮਰੀ ਬੱਚੇ ਨੇ, ਜੇ ਇੱਕ ਬੇਸ ਬਣਾਂਗੇ ਲਾਇਬ੍ਰੇਰੀ ਦੇ ਜਾਣ ਵਾਸਤੇ, ਇਹਨੂੰ ਇੰਸਪਾਇਰ ਕਿਵੇਂ ਕਰਾਂਗੇ? ਆਪਾਂ ਲਾਇਬ੍ਰੇਰੀ ਖੋਲਾਂਗੇ, ਲਾਇਬ੍ਰੇਰੀ ਖੋਲੀ, ਡੋਰ ਟੂ ਡੋਰ, ਸੌਰੀ, ਪਿੰਡ ਟੂ ਪਿੰਡ, ਵਿਲੇਜ ਟੂ ਵਿਲੇਜ ਲਾਇਬ੍ਰੇਰੀ ਖੁੱਲ ਜਾਊਗੀ ਜਦੋਂ ਆਪਾਂ ਇਸ ਵਾਸਤੇ ਔਨ ਸਟਾਫ ਜਿਹੜੇ ਆਪਣੀ ਡਿਊਟੀ ਪ੍ਰਤੀ ਆਪਾਂ ਖੋਲ ਦਾਂਗੇ। ਪਰ ਲਾਇਬ੍ਰੇਰੀ ਕਾਮਯਾਬ ਕਿਵੇਂ ਹੋਊਗੀ? ਅੱਛਾ, ਮੈਂ ਇੱਕ ਲਿਟਰੇਚਰ ਨੂੰ ਕਿਵੇਂ ਪੜਾਓ? ਇਹਦਾ ਜਵਾਬ ਦਿੰਦਾ। ਇਹ ਮੋਟੀਵੇਸ਼ਨ ਨਾਲ ਹੋਏਗੀ। ਜਦੋਂ ਕੋਈ ਕਿਤਾਬ ਖਰੀਦ ਕੇ ਘਰੇ ਲੈ ਆਉਂਦਾ ਤਾਂ ਉਹ ਇੱਕ ਨਾ ਇੱਕ ਦਿਨ ਪੜ੍ਹੀ ਜਾਂਦੀ ਹੈ।
ਜਦੋਂ ਆਪਾਂ ਪੜਨ ਦਾ ਅੱਡਾ ਬਣਾਤਾ ਤਾਂ ਕੋਈ ਨਾ ਕੋਈ ਆ ਕੇ ਬੈਠੇਗਾ, ਅੱਗੇ ਦੀ ਅੱਗੇ ਪੜਨਗੇ, ਕੋਈ ਬਜ਼ੁਰਗ ਵੀ ਪੜਨਗੇ, ਇਕੱਲੇ ਕਾਲਜ ਗੋਇੰਗ ਨਹੀਂ, ਇਕੱਲੇ ਸਕੂਲ ਚਿਲਡਰਨ। ਬਿਲਕੁਲ ਸਰ, ਮੈਂ ਉਹੀ ਗੱਲ ਕਰਨ ਲੱਗਿਆ ਸੀ, ਮੈਂ ਉਹ ਨੈਕਸਟ ਗੱਲ ਹੀ ਕਰਨ ਲੱਗਿਆ ਸੀ। ਜਿਸ ਤਰ੍ਹਾਂ ਛੋਟੇ ਬੱਚੇ ਨੇ, ਛੋਟਾ ਬੱਚਾ ਲਿਟਰੇਚਰ ਨਹੀਂ ਪੜ੍ਹਦਾ, ਉਹਦੇ ਵਾਸਤੇ ਜਿਸ ਤਰ੍ਹਾਂ ਕੋਈ entertainment ਦੀ ਬੁੱਕਸ ਉੱਥੇ ਹੋਣੀ ਮੈਂਡੇਟਰੀ ਹੈਗੀ। ਤਾਂ ਸਕੂਲ ਦੇ ਟੀਚਰਸ ਜਿਹੜੇ ਪ੍ਰਾਇਮਰੀ ਟੀਚਰਸ ਨੇ, ਉਹ ਦੱਸਣ ਵੀ ਬੇਟਾ ਤੁਸੀਂ ਜੇ ਐਸਾ ਕੁਝ ਪੜ੍ਹਨਾ, ਤੁਸੀਂ ਆਹ ਬੁੱਕਸ ਨੇ entertainment ਵਾਸਤੇ, ਚਾਹੇ ਕਾਮਿਕਸ ਹੀ ਹੋਵੇ, ਉਹਦੇ ਨਾਲ ਫਰਕ ਨਹੀਂ ਪੈਂਦਾ। ਆਪਾਂ ਤਾਂ ਉਹਨੂੰ ਲਾਇਬ੍ਰੇਰੀ ਜੁਆਇਨ ਕਰਵਾਉਣੀ ਆ। ਹਾਂਜੀ ਬਿਲਕੁਲ, ਜੇ ਉਹ ਲਾਇਬ੍ਰੇਰੀ ਦਾ ਐਡਿਕਟ ਹੋਊਗਾ ਤਾਂ ਹੀ ਉਹ ਜਾ ਕੇ ਲਿਟਰੇਚਰ ਪੜੂਗਾ, ਤਾਂ ਹੀ ਉਹ ਜਾ ਕੇ ਕੋਈ ਇਹੋ ਜਿਹਾ ਇਤਿਹਾਸ ਪੜੂਗਾ, ਤਾਂ ਹੀ ਉਹ ਰੈਫਰੈਂਡਮ ਕਰਨ ਵਾਸਤੇ ਕਰੂਗਾ। ਇਸ ਕਰਕੇ ਇਹ ਹੋਣਾ ਮੈਂਡੇਟਰੀ ਹੈ। ਸੈਕੰਡ, ਜਿਹੜੇ ਸੈਕੰਡਰੀ ਬੱਚੇ ਨੇ, +2 ਲਾ ਲਓ, 10th ਲੈਵਲ ਦੇ ਲਾ ਲਓ, ਉਹਨਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਵੀ ਤੁਹਾਨੂੰ ਤੁਸੀਂ ਲਿਟਰੇਚਰ ਪੜ੍ਹ ਰਹੇ ਹੋ, ਤੁਸੀਂ ਇਕਨੋਮਿਕਸ ਪੜ੍ਹ ਰਹੇ ਹੋ, ਉਹਦੀ ਜੇ ਤੁਸੀਂ ਕਮੈਂਟਰੀ ਪੜ੍ਹਨੀ ਹੈ, ਮੀਨਜ਼ ਗੁਰੂ ਗੋਬਿੰਦ ਸਿੰਘ ਦੀ ਇੱਕ ਲੇਖ ਹੈ, ਇੱਕ ਐਸੇ ਉਹਦਾ, ਉਹ 2 ਪੇਜ ਦਾ ਹੋਊਗਾ, 3 ਪੇਜ ਦਾ ਹੋਊਗਾ। ਜੇ ਉਹਦੀ ਬਰੀਫਲੀ ਕਮੈਂਟਰੀ ਪੜ੍ਹਨੀ ਆ ਤਾਂ ਉਹਦੀ ਬੁੱਕ ਸਾਨੂੰ ਇਸ ਲਾਇਬ੍ਰੇਰੀ ਚ ਪ੍ਰੋਵਾਈਡ ਆ, ਉੱਥੇ ਜਾ ਕੇ ਪੜ੍ਹੋ। ਉਹਦੇ ਵਾਸਤੇ ਟੀਚਰ ਨੂੰ ਨੌਲੇਜ ਹੋਣੀ ਜ਼ਰੂਰੀ ਹੈ, ਆਪਾਂ ਇਸ ਬੱਚੇ ਨੂੰ ਉੱਥੇ ਲਾਇਬ੍ਰੇਰੀ ਦੇ ਵਿੱਚ ਭੇਜਣਾ ਹੈਗਾ। ਬਿਲਕੁਲ। ਥਰਡ ਰਹੇਗਾ, ਜਿਹੜੇ ਕਾਲਜ ਦੇ ਵਿੱਚ ਜਿਹੜੇ ਬੈਚਲਰ ਡਿਗਰੀਜ਼ ਕਰਦੇ ਨੇ, ਉਹਨਾਂ ਨੂੰ ਇੰਸਪਾਇਰ ਕਰਨਾ ਜ਼ਰੂਰੀ ਹੈ। ਅੱਜ ਦਾ ਯੂਥ, ਜੇ ਰੈਫਰੈਂਡਮ ਲੈ ਕੇ ਉਹਦਾ ਯੂਥ ਨਾਲ ਜੋੜਨਾ ਮਸਟ ਹੈਗਾ। ਅੱਜ ਜਿਹੜਾ ਮੋਬਾਈਲ ਯੁੱਗ ਹੋ ਗਿਆ, ਉਸਨੇ ਲਾਇਬ੍ਰੇਰੀ ਬਿਲਕੁਲ ਖਤਮ ਕਰਤੀ। ਤਾਂ ਉੱਥੇ ਵੀ ਟੀਚਰਸ ਨੇ, ਜਿਹੜੇ ਪ੍ਰੋਫੈਸਰ ਨੇ ਕਾਲਜ ਦੇ ਵਿੱਚ, ਉਹ ਬੱਚਿਆਂ ਨੂੰ ਦੱਸਣ ਜਾ ਕੇ, ਕਿਉਂਕਿ ਇੱਕ ਬੁੱਕ ਆ, ਸਪੋਜ਼ ਕਰੋ ਪੋਲੀਟੀਕਲ ਸਾਇੰਸ ਸੈਕੰਡ ਈਅਰ ਦਾ ਸਟੂਡੈਂਟ ਹੈਗਾ, ਉਹਦੇ ਵਿੱਚ ਕਨਸਟੀਟਿਊਸ਼ਨ ਬਾਰੇ ਪੜ੍ਹਨਾ ਹੈਗਾ, ਫੈਡਰਲਿਜ਼ਮ ਬਾਰੇ ਪੜ੍ਹਨਾ ਹੈਗਾ, ਸਟੇਟ ਦੀ ਪਾਵਰਸ ਪੜ੍ਹਨੀਆਂ, ਸੈਂਟਰ ਦੀ ਪਾਵਰਸ ਪੜ੍ਹਨੀਆਂ ਨੇ, ਸੈਂਟਰ ਸਟੇਟ ਨੂੰ ਕਿਵੇਂ ਖੋ ਸਕਦਾ, ਸਟੇਟ ਨੂੰ ਕੀ ਪ੍ਰੋਵਾਈਡ ਕਰਵਾ ਸਕਦਾ। ਇਹ ਜਸਟ ਇੱਕ ਉਹਦੇ ਵਿੱਚ ਇੱਕ ਚੈਪਟਰ ਹੋਊਗਾ। ਜੇ ਉਹਦੀ ਕਮੈਂਟਰੀ ਪੜ੍ਹਨੀ ਆ ਤਾਂ ਉਹਦੀ ਕਮੈਂਟਰੀ ਲਾਇਬ੍ਰੇਰੀ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਤੇ ਉਸ ਨੂੰ ਦੱਸਣ ਵਾਸਤੇ ਇਸ ਗੱਲ ਦੀ ਨੌਲੇਜ ਟੀਚਰ ਨੂੰ ਹੋਣੀ ਜ਼ਰੂਰੀ ਹੈ, ਪ੍ਰੋਫੈਸਰ ਨੂੰ ਹੋਣੀ ਜ਼ਰੂਰੀ ਹੈ ਵੀ ਬੇਟਾ ਤੁਸੀਂ ਇਹਦੀ ਕਮੈਂਟਰੀ ਪੜ੍ਹੋ ਜਾ ਕੇ। ਕੱਲ ਨੂੰ ਜਦੋਂ ਇਹ ਹੋਣਾਗਾ, ਤੁਹਾਡਾ ਪੇਪਰ ਹੋਣਾ ਜ਼ਰੂਰੀ ਨਹੀਂ ਤੁਸੀਂ ਆਹ ਬੁੱਕਸ 'ਚ ਲਿਖਣੀ ਹੈਗੀ, ਤੁਸੀਂ ਫ੍ਰੀ ਜੋ ਮਰਜ਼ੀ ਲਿਖ ਸਕਦੇ, ਪਰ ਤੁਹਾਨੂੰ ਉਹਦੀ ਨੌਲੇਜ ਹੋਣੀ ਜ਼ਰੂਰੀ ਹੈ। ਇਸੇ ਤਰ੍ਹਾਂ ਹੋਏਗਾ। ਜਿਵੇਂ ਹੁਣ ਸਰ ਮੈਂ ਮਾਈ ਪ੍ਰੋਫੈਸ਼ਨ ਐਜ਼ ਐਡਵੋਕੇਟ, ਸੋ ਜਿਸ ਤਰ੍ਹਾਂ ਸਾਡੇ ਵਿੱਚ ਇੰਡੀਅਨ ਪੈਨਲ ਕੋਡ IPC ਅਸੀਂ ਜਿਹੜੇ 511 ਸੈਕਸ਼ਨ ਆ, ਉਹ 511 ਦੀ ਇੱਕ ਬੁੱਕ ਹੈਗੀ, ਪਰ ਉਸ ਤੋਂ ਬਾਅਦ 511 ਸੈਕਸ਼ਨ ਦੀਆਂ ਜੋ ਕਮੈਂਟਰੀ ਬੁੱਕਸ ਨੇ, ਉਹਦੇ ਨਾਲ ਇੱਕ ਪੂਰਾ ਰੂਮ ਭਰ ਸਕਦਾ ਜੀ, 1 by 1 ਸੈਕਸ਼ਨਸ ਤੇ। ਸੋ ਮੇਰੀ ਇਹੀ ਰਿਕੁਐਸਟ ਹੈ, ਜੋ ਆਪਾਂ ਕਰ ਰਹੇ ਹਾਂ, ਇਸ ਬਹੁਤ ਵੱਡਾ ਉਪਰਾਲਾ, ਤੇ ਇਹਦੇ ਨਾਲ ਇੱਕ ਜਿਹੜਾ ਰੈਫਰੈਂਡਮ ਆਉਣਾ ਗਾ, ਇਸ ਦੇ ਨਾਲ ਇੱਕ ਜਿਹੜੀ ਚੇਂਜ ਆਉਣੀ ਆ, ਉਹ ਆ ਕੇ ਰਹੂਗੀ। ਪਰ ਇਸ ਗੱਲ ਦੀ ਇੱਕ ਤਾਂ ਸਟੂਡੈਂਟਸ ਨੂੰ ਇੰਸਪਾਇਰ ਕਰਨਾ ਲਾਇਬ੍ਰੇਰੀ ਜੁਆਇਨ ਕਰਾਉਣ ਵਾਸਤੇ। ਮੇਰਾ ਕੁਐਸਚਨ ਉੱਥੇ ਸੀਗਾ, ਹੂ ਜੁਆਇਨ ਦਾ ਲਾਇਬ੍ਰੇਰੀ ਕੌਣ ਜੁਆਇਨ ਕਰੂਗਾ? ਜਿਹਨੂੰ ਦੀ ਨੌਲੇਜ ਹੋਊਗੀ, ਜਿਹੜਾ ਇੰਟਰਸਟ ਹੋਊਗਾ, ਜਾਂ ਉਹਦਾ ਇੰਟਰਸਟ ਪੈਦਾ ਕੌਣ ਕਰੂਗਾ? ਆਪਾਂ ਇੱਥੇ ਬੈਠੇ ਤਾਂ ਕਰ ਨਹੀਂ ਸਕਦੇ, ਆਪਾਂ ਇੱਕ ਨੂੰ ਕਹਿ ਦਾਂਗੇ, 2 ਨੂੰ ਕਹਿ ਦਾਂਗੇ, ਪਰ ਜੋ 50 ਬੱਚਿਆਂ ਦੀ ਕਲਾਸ ਆ ਗਈ, ਉਸ ਕਲਾਸ ਨੂੰ ਜਿਹੜਾ ਪ੍ਰੋਫੈਸਰ ਅਟੈਂਡ ਕਰ ਰਿਹਾ ਹੈਗਾ, ਪੜ੍ਹਾ ਰਿਹਾ ਹੈਗਾ, ਉਹ ਅਟੈਂਡ ਕਰੂ, ਉਹ ਉਹਨਾਂ ਦੱਸੋ ਇੰਸਪਾਇਰ ਕਰੂਗਾ ਸਰ। ਟੀਚਰਾਂ ਨੂੰ ਮੋਟੀਵੇਟ ਪਹਿਲਾਂ ਸਰ ਕਿਹਾ ਸੌਰੀ ਵੀ ਮੈਂ ਮੇਰੇ ਆਪਦੇ ਦਿਸ ਇਜ਼ ਮਾਈ ਪਰਸਨਲ ਵਿਊਜ਼, ਕਿਉਂਕਿ ਮੈਂ ਜਿੰਨਾ ਸੁਣਿਆ 1.5 ਘੰਟੇ ਦਾ ਆਪਣਾ ਹੋਇਆ, ਉਹਦੇ ਵਿੱਚ ਇੱਕ ਤੇ ਆਇਆ ਨਹੀਂ ਵੀ ਆਪਾਂ ਸਟੂਡੈਂਟਸ ਨੂੰ ਕਿਵੇਂ ਲਾਇਬ੍ਰੇਰੀ ਲੈ ਕੇ ਜਾਣਾ ਹੈ। ਨਹੀਂ, ਇਹ ਪਿਛਲੀਆਂ ਮੀਟਿੰਗਾਂ ਚ ਆ ਗਿਆ ਸੀ ਸਰ। ਤਾਂ ਮੈਂ ਬਾਈ ਕਿਸੇ ਨੂੰ ਕਹਾਂ ਪਲੀਜ਼ ਮੈਨੂੰ 2 ਮਿੰਟ ਦਵਾ ਦਿਓ ਇੱਕ ਵਾਰੀ, ਵੀ ਮੈਂ ਵੀ ਇਹ ਗੱਲ ਕਰ ਲਾਂ। ਤਾਂ ਇਹ ਸਾਡੀਆਂ ਪਿਛਲੀਆਂ ਮੀਟਿੰਗਾਂ ਚ ਆ ਗਿਆ ਸੀ ਲਖਵਿੰਦਰ। ਉਹ ਸਰ ਫਿਰ I not joined the last meetings, so today I am going to ਜੁਆਇਨ ਕਰਿਓ। ਮੈਨੂੰ ਖੁਸ਼ੀ ਹੈ ਵੀ ਤੁਸੀਂ ਜੁਆਇਨ ਕੀਤਾ, ਤੇ ਆਪਾਂ ਇਹ ਨਵਾਂ ਪੰਜਾਬ ਬਣਾਉਣ ਲਈ ਅਸਲ ਚ ਬੁਨਿਆਦ ਇਹ ਹੈ, ਫਾਊਂਡੇਸ਼ਨ ਇਹ ਹੈ। ਬਿਲਕੁਲ ਸਰ, ਵੈਰੀ ਬੈਸਟ ਐਫਰਟ ਹੈ ਸਰ। ਮਿਹਰਬਾਨੀ ਕੇਸਰਵੀਰ, ਥੈਂਕ ਯੂ ਤੁਹਾਡਾ। ਓਕੇ ਜੀ ਸਰ। ਕੇਸਰਵੀਰ, ਮਾਨਸਾ ਦੀ ਤਿਆਰੀ ਰੱਖਿਓ, ਅਸੀਂ ਮਾਨਸਾ ਚੱਕਰ ਮਾਰਨਾ। ਕਦੋਂ ਜੀ? ਕਦੋਂ? ਜਦੋਂ ਤੁਸੀਂ ਬੁਲਾਓਗੇ ਉਦੋਂ। ਤੁਸੀਂ ਲਾਇਬ੍ਰੇਰੀ ਕੋਈ ਦੇਖੋ। ਆਜੋ ਸਰ, ਜਦੋਂ ਲਾਇਬ੍ਰੇਰੀਆਂ ਥੋੜਾ ਜਿਹਾ ਉਹਨਾਂ ਨੂੰ ਨੈਗੋਸ਼ੀਏਟ ਜਦੋਂ ਮਰਜ਼ੀ ਆਓ। ਹਾਂਜੀ। ਠੀਕ ਹੈ ਜੀ, ਠੀਕ ਹੈ। ਅੱਗੇ ਠੀਕ ਹੈ ਸਰ, ਕੋਈ ਗੱਲ ਨਹੀਂ, ਬੁਲਾ ਲੈਣਾ। ਮਿਹਰਬਾਨੀ। ਭੁਪਿੰਦਰ ਸ਼ਰਮਾ ਜੀ। ਹਾਂਜੀ ਵੀਰ ਜੀ।
ਹਾਂ ਆਪਣਾ ਮੁਹਾਲੀ ਦੇ ਜਿਹੜੇ ਜ਼ਿਲ੍ਹੇ ਪੈਂਦੇ ਨੇ ਉਹਨਾਂ 'ਚ ਦੇਖ ਕੇ ਆਓ। ਕਦੋਂ ਆਪਾਂ ਮੈਂ ਚੱਕਰ ਮਾਰ ਸਕਦੇ ਹਾਂ ਫਿਜ਼ੀਕਲੀ? ਚੱਕਰ ਤਾਂ ਵੀਰ ਜੀ ਜਦੋਂ ਮਰਜ਼ੀ ਲਾ ਲਈਏ, ਆਪਾਂ ਜਗ੍ਹਾ ਜਿਹੜੀ ਵੈਨਿਊਜ਼ ਹੈਗੀਆਂ ਨੇ ਉਹ ਡਿਸਾਈਡ ਕਰ ਲਈਏ ਕਿੱਥੇ ਕਿੱਥੇ ਕੀ ਲਾਇਬ੍ਰੇਰੀਜ਼ ਦਾ ਡਿਸਾਈਡ ਕਰ ਲਓ ਤੁਹਾਨੂੰ। ਮੈਂ ਮੇਰੀ ਕੋਸ਼ਿਸ਼ ਹੈ ਜੀ ਕਮਿੰਗ ਵੀਕ ਦੇ ਵਿੱਚ ਮੈਂ ਡੀਸੀ ਸਾਹਿਬ ਨੂੰ ਮਿਲ ਕੇ, ਐਸਡੀਐਮ ਖਰੜ ਦੇ ਨਾਲ ਮੇਰੀ ਗੱਲ ਹੋ ਚੁੱਕੀ ਹੈ। ਹਾਂਜੀ, ਖਰੜ ਦੇ ਵਿੱਚ ਜਿਹੜੀ ਮੈਂ ਸਪੇਸ ਤੁਹਾਨੂੰ ਦੱਸੀ ਸੀ ਉਹ ਐਸਡੀਐਮ ਖਰੜ ਦੇ ਹੱਥ ਦੇ ਵਿੱਚ ਹੈ ਜਾਂ ਈਓ ਖਰੜ ਦੇ ਵਿੱਚ ਹੋਗਾ। ਤੇ ਉਸ ਤੋਂ ਇਲਾਵਾ ਮੈਂ ਕੋਸ਼ਿਸ਼ ਕੀਤੀ ਹੈ ਕਿ ਇੱਕ ਜਗ੍ਹਾ ਹੋਰ ਹੈਗੀ ਹੈ ਐਜੂਕੇਸ਼ਨਲ ਦੇ ਤੌਰ ਤੇ ਹੋ ਸਕਦੀ ਸੀ ਤੇ ਉੱਥੇ ਲਾਇਬ੍ਰੇਰੀ ਦੀ ਗੱਲ ਕੀਤੀ ਹੈ। ਬਾਕੀ ਮੈਂ ਮੋਹਾਲੀ, ਲਾਲੜੂ, ਡੇਰਾਬੱਸੀ ਹੋਰ ਜਿੱਥੇ ਵੀ ਬਹੁਤ ਅੱਛਾ। ਐਸਡੀਐਮ ਡੇਰਾਬੱਸੀ ਨਾਲ ਮੇਰੀ ਗੱਲ ਹੋਈ ਹੈ। ਡੀਸੀ ਨੂੰ ਕਹਿਣ ਦੀ ਲੋੜ ਹੈ ਜਾਂ ਕ੍ਰਿਸ਼ਨ ਕੁਮਾਰ ਨੂੰ ਕਹਿਣ ਦੀ ਲੋੜ ਹੈ? ਆਪਾਂ ਕਹਿ ਲੈਂਦੇ ਹਾਂ। ਕ੍ਰਿਸ਼ਨ ਕੁਮਾਰ ਜੀ ਨੂੰ ਲੋੜ ਨਹੀਂ ਜੀ, ਡੀਸੀ ਸਾਹਿਬ ਨੂੰ ਹੀ ਕਹਿਣਾ ਹੈਗਾ। ਕਹਿ ਲੈਂਦੇ ਫਿਰ ਆਪਾਂ ਮੈਨੂੰ ਦੱਸ ਉਹਨਾਂ ਨੂੰ ਮਿਲ ਲੈਂਦੇ ਆ ਜੀ, ਐਡਵਾਈਸ ਕਰ ਦੇਣਗੇ ਐਸਡੀਐਮ ਡੇਰਾਬੱਸੀ। ਮੈਂ ਕਹਿ ਦਿੰਦਾ, ਤੁਸੀਂ ਜਾ ਕੇ ਮਿਲ ਲਿਓ, ਬਹੁਤ ਅੱਛੀ ਰਿਸਪੌਂਸ ਮਿਲੇਗੀ। ਤੁਸੀਂ ਕਹਿ ਦਿਓ ਜੀ। ਠੀਕ ਹੈ। ਮੈਂ ਐਸਡੀਐਮ ਖਰੜ ਤੇ ਐਸਡੀਐਮ ਜਿਹੜਾ ਡੇਰਾਬੱਸੀ ਹੈਗਾ ਉਹ ਮੇਰੇ ਨੋਨ ਨੇ, ਉਹਨਾਂ ਨਾਲ ਮੇਰੀ ਹੋ ਚੁੱਕੀ ਹੈ ਗੱਲ। ਪਲੀਜ਼ ਤੁਸੀਂ ਤਿਆਰੀ ਕਰੋ, ਆਪਾਂ ਨੂੰ ਵੀ ਸ਼ੁੱਡ ਬੀ ਔਨ ਦ ਮੂਵ ਫਿਜ਼ੀਕਲੀ ਕਰ ਲੈਂਦੇ ਹਾਂ ਜੀ ਆਪਾਂ ਜਿੰਨੀ ਜਲਦੀ ਹੋ ਸਕੇ। ਮੋਹਾਲੀ ਤੇ ਖਰੜ ਮੈਨੂੰ ਜ਼ਿਆਦਾ ਚਾਂਸਿਸ ਆ ਵੀ ਜਲਦੀ ਹੋ ਜਾਊਗਾ, ਫਿਰ ਉਸ ਤੋਂ ਬਾਅਦ ਆਪਾਂ ਜੀ ਕਪੂਰ ਤੇ ਡੇਰਾਬੱਸੀ। ਬਹੁਤ ਅੱਛਾ। ਫਿਰ ਆਪਾਂ ਰੋਪੜ ਦੇ ਵਿੱਚ ਹੋ ਜਾਏਗਾ ਆਪਣਾ ਈਜ਼ੀਲੀ, ਰੋਪੜ, ਚਮਕੌਰ ਸਾਹਿਬ, ਅਨੰਦਪੁਰ ਸਾਹਿਬ, ਨੰਗਲ ਇੱਥੇ ਹੋ ਜਾਣਗੇ ਜੀ, ਜਲਦੀ ਹੋ ਜਾਏਗਾ ਕੰਮ। ਪ੍ਰੋਫੈਸਰ ਵੀਪੀ ਮਿਸ਼ਰਾ ਜੀ, ਮੇਰੀ ਸਨਿਮਰ ਤੁਹਾਨੂੰ ਬੇਨਤੀ ਹੈ ਵੀ ਆਗਿਆਪਾਲ ਜੀ ਦੇ ਨਾਲ ਮਿਲ ਕੇ ਦੇਖ ਲਿਓ ਕਿਤੇ ਲਾਇਬ੍ਰੇਰੀ ਲੁਧਿਆਣੇ 'ਚ ਕਿਤੇ ਹੋ ਸਕਦਾ ਹੈ। ਠੀਕ ਹੈ। ਇੱਕ ਮੈਂ ਬੇਨਤੀ ਕਰੂੰਗਾ, ਨਿਸ਼ਾਂਤ ਵੀਰ ਜੀ ਦੇ ਨਾਲ ਗੱਲ ਵੀ ਕਰਦਾ ਮੈਂ ਤੁਹਾਡੇ ਨਾਲ, ਤੁਹਾਨੂੰ ਵੀ ਫੋਨ ਤੇ ਗੱਲ ਕਰਦਾ। ਮੈਂ ਗੱਲ ਕੀਤੀ ਸੀ ਰੋਡ ਮੈਪ ਦੀ, ਅੱਜ ਹੁਣ ਭਰਾ ਨੇ ਕੇਸਰ ਸਿੰਘ ਹੋਰਾਂ ਦੇ ਨਾਲ ਜਿਹੜੇ ਵਕੀਲ। ਹਾਂਜੀ ਕੱਟ ਗਿਆ, ਕਨੈਕਸ਼ਨ ਕੱਟ ਗਿਆ ਸਰ। ਭੁਪਿੰਦਰ ਕਨੈਕਸ਼ਨ ਕੱਟ ਗਿਆ। ਹਾਂਜੀ ਹਾਂਜੀ, ਉਹਦਾ ਕਨੈਕਸ਼ਨ ਕੱਟ ਗਿਆ। ਸਰ ਆਪਾਂ ਇੱਕ ਡੈਡਲਾਈਨ ਸੈੱਟ ਕਰ ਲਈਏ ਮੀਟਿੰਗਸ ਦੀ, ਜਿਹੜੀ ਫਿਜ਼ੀਕਲ ਮੀਟਿੰਗ ਕਰਨੀ ਕਿਸ ਦਿਨ ਤੋਂ ਸ਼ੁਰੂ ਕਰਨੀ ਹੈ? ਫਿਜ਼ੀਕਲ ਮੀਟਿੰਗ ਆਪਾਂ ਨੂੰ ਕਰ ਲਾਂਗੇ, ਮੰਗਲਵਾਰ ਤੋਂ ਸ਼ੁਰੂ ਕਰਨੀਆਂ ਚਾਹੀਦੀਆਂ। ਇਸ ਮੰਗਲਵਾਰ ਤੋਂ ਪਰਸੋਂ ਸਟਾਰਟ ਕਿੱਥੋਂ ਕਰਨੀ ਹੈ? ਉਹ ਆਗਿਆਪਾਲ ਜੀ ਦੱਸ ਦੇਣਗੇ, ਉਹਨਾਂ ਨੇ ਇੱਕ ਦਿਨ ਮੰਗਿਆ, ਸ਼ਾਇਦ ਲੁਧਿਆਣੇ ਤੋਂ ਹੀ ਕਰੀਏ। ਤੁਸੀਂ ਅੰਮ੍ਰਿਤਸਰ ਦਾ ਦੇਖੋ, ਮੈਡਮ ਬੱਬਰ ਹੈਗੇ ਆਪਣੇ ਕੋਲ, ਦੇਖੋ ਅੰਮ੍ਰਿਤਸਰ ਤੇ ਕੋਈ ਲਾਇਬ੍ਰੇਰੀ ਰਿਵਾਈਵ ਕਰ ਸਕਦੇ ਆ। ਸਰ ਜੇ ਆਪਾਂ ਵਾਟ ਆਈ ਵਾਸ ਥਿੰਕਿੰਗ ਕਿ ਆਪਾਂ ਕੰਸਟਰਕਸ਼ਨ 'ਚ ਪੈ ਗਏ ਆ ਤੇ ਕੰਸਟਰਕਸ਼ਨ ਕਰਦੇ ਕਰਦੇ ਬਹੁਤ ਟਾਈਮ ਲੱਗ ਜਾਣਾ। ਕੋਈ ਕੰਸਟਰਕਸ਼ਨ ਕੋਈ ਨਹੀਂ ਕਰਨੀ, ਸ਼ੁਰੂ ਤੋਂ ਆਪਾਂ ਨੇ ਕਿਹਾ ਹੋਇਆ ਵੀ ਇੱਕ ਇੱਟ ਨਹੀਂ ਲਾਣੀ, ਤੇ ਪੁਰਾਣੀਆਂ ਬਿਲਡਿੰਗਾਂ ਬਹੁਤ ਪਈਆਂ ਨੇ। ਐਗਜ਼ੈਕਟਲੀ ਸਰ, ਤੇ ਆਪਾਂ ਪੁਰਾਣੀ ਬਿਲਡਿੰਗ ਨੂੰ ਰੀਵੈਂਪ ਕਰਕੇ ਕੰਮ ਖਤਮ ਕਰੀਏ, ਇੱਕ ਲਾਇਬ੍ਰੇਰੀ ਸ਼ੁਰੂ ਕਰਕੇ। ਬਿਲਕੁਲ ਬਿਲਕੁਲ, ਕੰਸਟਰਕਸ਼ਨ ਨਹੀਂ, ਉਹ ਆਗਿਆਪਾਲ ਜੀ ਨਹੀਂ ਕਰ ਰਹੇ ਕੰਸਟਰਕਸ਼ਨ, ਉਹ ਤਾਂ ਬਾਈ ਚਾਂਸ ਹੋ ਰਹੀ ਹੈ ਕਿਤੇ। ਓਕੇ ਬਿਕੋਜ਼ ਆਪਾਂ ਜੇ ਸੋਚਾਂਗੇ ਅਸੀਂ ਪਰਫੈਕਟ ਮਾਡਲ ਤਿਆਰ ਕਰਕੇ ਲਾਂਚ ਕਰਨਾ, ਉਹ ਤਾਂ ਪੋਸੀਬਲ ਨਹੀਂ ਹੈਗਾ। ਨਹੀਂ ਉਹ ਲੇਟ ਹੋ ਜਾਏਗਾ। ਉਹ ਲੇਟ in the next model we can learn from the existing model and keep on renovating our plan. ਬਿਲਕੁਲ ਹਲੇ ਆਪਾਂ 5 ਅਲਮਾਰੀਆਂ ਰੱਖ ਕੇ, 4 ਅਲਮਾਰੀਆਂ ਰੱਖ ਕੇ, 20 ਅਲਮਾਰੀਆਂ ਰੱਖ ਕੇ ਲਾਇਬ੍ਰੇਰੀਆਂ ਸ਼ੁਰੂ ਕਰ ਸਕਦੇ ਹਾਂ। ਬਹੁਤ ਥਾਂ ਤੇ ਜਗ੍ਹਾ ਅਵੇਲੇਬਲ ਨੇ। ਇੱਕ ਰਿਵਿਊ ਆ ਜਾਏਗਾ ਸਾਡੇ ਕੋਲ ਕਿ ਲੋਕੀ ਚਾਹੁੰਦੇ ਕੀ ਨੇ, ਇੱਕ ਗ੍ਰਾਸਰੂਟ ਆਈਡੀਆ ਹੋ ਆਉਂਦਾ ਕਿ ਹਰ ਇੱਕ ਬੰਦਾ ਕੀ ਚਾਹੁੰਦਾ ਹੈ। ਬਿਲਕੁਲ ਭੁਪਿੰਦਰ ਡਿਸਕਨੈਕਟ ਹੋ ਗਏ ਸੀ ਤੁਸੀਂ। ਭੁਪਿੰਦਰ ਜੀ ਸਰ ਅਨਮਿਊਟ ਕਰਿਓ, ਭੁਪਿੰਦਰ ਸਰ ਅਨਮਿਊਟ ਕਰਿਓ ਜੀ। ਹਾਂਜੀ ਅਨਮਿਊਟ ਹਾਂ। ਮੇਰਾ ਬੇਸਿਕਲੀ ਇਹ ਸੀ ਕਿ ਰੋਡ ਮੈਪ ਆਪਣਾ ਪ੍ਰੋਪਰਲੀ ਤਿਆਰ ਹੋ ਜਾਂਦਾ ਜੀ, ਆਪਾਂ ਆਪਣੇ ਮਿਸ਼ਨ ਨੂੰ ਵੀ ਜਲਦੀ ਕਾਮਯਾਬ ਕਰ ਲਾਂ। ਇੱਕ ਆਪਾਂ ਲਾਸਟ ਟੂ ਲਾਸਟ ਵੀਕ ਸ਼ਾਇਦ ਗੱਲ ਕੀਤੀ ਸੀ ਕਿ ਆਪਣਾ ਵਿਜ਼ਨ, ਮਿਸ਼ਨ, ਏਮ ਜਿਹੜਾ ਹੈਗਾ ਉਹ ਆਲਮੋਸਟ ਤਿਆਰ ਹੋ ਗਿਆ ਸੀ ਇੰਗਲਿਸ਼ ਦੇ ਵਿੱਚ। ਉਹ ਟਰਾਂਸਲੇਟ ਹੋ ਗਿਆ ਹੋਵੇ ਤਾਂ ਆਪਾਂ ਇੱਕ ਸ਼ੇਅਰ ਕਰ ਦਈਏ ਜੀ, ਅੱਗੇ ਤੋਂ ਅੱਗੇ ਲੋਕਾਂ ਨੂੰ ਦੇਣ ਦੇ ਵਿੱਚ ਸੁਵਿਧਾ ਹੋਵੇ। ਦਿਸ ਵੀਕ ਹੋ ਜਾਏਗਾ, ਕਿਉਂਕਿ ਆਪਣੇ ਕੋਲੇ ਕੰਮ ਜ਼ਿਆਦਾ ਪਾਇਲ ਅਪ ਹੋ ਗਏ ਸੀ, ਇਸ ਕਰਕੇ ਉਹ ਚੱਲ ਰਿਹਾ ਭੁਪਿੰਦਰ ਵੀਰ ਜੀ ਕੰਮ। ਠੀਕ ਹੈ ਜੀ। ਰੋਡ ਮੈਪ ਤੇ ਤੁਸੀਂ ਸਾਨੂੰ ਥੋੜਾ ਜਿਹਾ ਰਫ ਕਰਕੇ ਦੱਸਿਓ ਵੀ ਕਿਵੇਂ ਆਪਾਂ ਚੱਲਣਾ ਚਾਹੁੰਦੇ ਹਾਂ। ਤੁਹਾਡਾ ਬਹੁਤ ਅੱਛਾ ਇਹ ਸੁਝਾਅ ਹੈ। ਮੈਂ ਰੋਡ ਮੈਪ
ਰੋਡ ਮੈਪ ਮੇਰੀ ਪਹਿਲਾਂ ਵੀ ਗੱਲ ਇਹੀ ਹੋਈ ਸੀ ਜੀ ਵੀ ਆਪਾਂ ਰੋਡ ਮੈਪ ਜਿਹੜਾ ਤਿਆਰ ਕਰਨਾ ਹੈਗਾ ਉਹਨੂੰ ਆਪਾਂ ਮਤਲਬ ਇੱਕ ਪ੍ਰੋਪਰ ਚੈਨਲਾਈਜ਼ ਕਰ ਲਈਏ ਕੰਮ ਨੂੰ। ਡਿਸਟ੍ਰਿਕਟ ਦੇ ਵਿੱਚ ਆਪਾਂ ਕਹਾਂਗੇ ਵਿਜ਼ਿਟ ਕਰਨੀ ਹੈ ਜਾਂ ਨੇੜੇ ਰਹਿੰਦੇ ਆ, ਬੈਠ ਸਕਦੇ ਹਾਂ ਆਪਸ ਵਿੱਚ। ਹਾਂਜੀ ਹਾਂ ਬਿਲਕੁਲ, ਤੁਸੀਂ ਜਦੋਂ ਚੰਡੀਗੜ੍ਹ ਆਓ ਆਪਾਂ ਤਾਂ ਮਿਲ ਕੇ ਉਹਨੂੰ ਡਿਸਕਸ ਕਰਕੇ ਰੋਡ ਮੈਪ ਨੂੰ ਕੰਪਲੀਟ ਚਾਹ ਹੋੜਗਾ। ਬਿਲਕੁਲ। आपने कौन सी दवाई बोली थी? ਮੈਂ ਚੰਡੀਗੜ੍ਹ ਹੀ ਰੋਜ਼ ਚੰਡੀਗੜ੍ਹ ਹੀ ਹੁੰਦਾ। ਫਿਰ ਘਰੇ ਹੋ ਕੇ ਜਾਓ, ਮੇਰੇ ਕੋਲ ਆ ਮੈਂ ਜਾਓ। ਟਾਈਮ ਤੁਹਾਡੇ ਨਾਲ ਦੇਖ ਲੈਣਾ ਤੁਹਾਡੇ, ਮੈਂ ਹੋ ਜਾਣਾ ਸ਼ਾਂਤਵੀਰ ਜੀ ਨਾਲ ਵੀ ਕਰਦਾ ਤੇ ਆਪਾਂ ਕਰਦੇ ਆ ਸਾਰੇ ਇਹਨੂੰ ਰੋਡ ਮੈਪ ਨੂੰ ਕੰਪਲੀਟ। ਆਪਾਂ ਨੂੰ ਲਾਸਟ ਵੀਕ ਮੈਂ ਵੀ ਥੋੜਾ ਜਿਹਾ ਬਿਜ਼ੀ ਰਿਹਾ। ਭੁਪਿੰਦਰ ਜੀ ਫਿਜ਼ੀਕਲੀ ਆਪਾਂ ਨੂੰ ਹਰ ਮੈਂਬਰ ਨੂੰ, ਆਪਣੇ ਜਿਹੜੇ 1100 ਮੈਂਬਰ ਨੇ ਉਹਨਾਂ ਨੂੰ ਮਿਲਣਾ, ਉਹਨਾਂ ਨਾਲ ਹੈਂਡਸ਼ੇਕ ਕਰ, ਫੇਸ ਟੂ ਫੇਸ ਗੱਲ ਕਰਨੀ ਪਊਗੀ, ਫਿਰ ਜਾ ਕੇ ਮੋਮੈਂਟਮ ਪਕੜੇਗੀ ਆਪਣੀ। Exactly, sir. ਅੱਛਾ ਕਮਲਜੀਤ ਜੀ, ਦੋ ਮੈਪ ਨੇ ਪਹਿਲਾਂ ਜਿਹੜੇ। ਹਾਂਜੀ ਸਰ। ਭੁਪਿੰਦਰ ਜੀ ਤੁਸੀਂ ਕੁਝ ਕਹਿ ਰਹੇ ਸੀ ਕਮਲਜੀਤ, ਹੋਲਡ ਕਰੋ। ਹਾਂਜੀ ਸਰ। ਹੈਲੋ। ਰੋਡ ਮੈਪ 'ਚ ਦੋ ਤਰ੍ਹਾਂ ਦੀ ਗੱਲ ਜ਼ਰੂਰਤ ਆ। ਪਹਿਲਾ ਜਿਹੜਾ ਇਨ ਪਰਸਨ ਅਸੀਂ ਆਪਣੇ ਬੰਦਿਆਂ ਨੂੰ ਮਿਲਣਾ ਹੈਗਾ, ਜਿਹੜੇ ਸਾਡੇ ਮੈਂਬਰ ਨੇ 1100 ਦੇ ਕਰੀਬ, ਤੇ ਉਹਨਾਂ ਨੂੰ 6500 ਦੇ ਕੰਪਲੀਟ ਲੈ ਜਾਣਾ। ਦੂਸਰਾ ਜਿਹੜਾ ਫਿਜ਼ੀਕਲ ਸਟਰਕਚਰ ਅਸੀਂ ਖੋਲਣਾ ਹੈਗਾ, ਜਾਂ ਹੁਣ ਗੱਲ ਹੋਈ ਸੀ ਕਿ ਅਸੀਂ ਉੱਥੇ ਲੋਕ ਜਿਹੜੇ ਆਉਣਗੇ ਉਹ ਕਿਵੇਂ ਆਉਣਗੇ ਤੇ ਕਿਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਵਿਜ਼ਿਟ ਕਰਨਗੇ, ਕਿਸ ਤਰ੍ਹਾਂ ਦਾ ਸਾਡਾ ਸਟਰਕਚਰ ਆ, ਉਹ ਦੋਨੋਂ ਚੀਜ਼ਾਂ ਦਾ ਰੋਡ ਮੈਪ ਹੈ ਕਿ ਕਦੋਂ ਤੇ ਕਿੰਨਾ ਕਿਹੜੇ ਸਮਾਂ ਦੇ ਵਿੱਚ ਇਸ ਲੈਵਲ ਤੱਕ ਅਸੀਂ ਪਹੁੰਚਣਾ ਹੈਗਾ, ਡਿਸਟ੍ਰਿਕਟ ਲੈਵਲ ਤੱਕ ਅਚੀਵ ਕਰਨਾ। ਸਪੋਜ਼ ਕਰੋ ਪਹਿਲੀਆਂ ਫਸਟ 22 ਲਾਇਬ੍ਰੇਰੀਜ਼ ਖੋਲੀਏ, ਉਹ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ 110 ਲਾਇਬ੍ਰੇਰੀ, 117 ਲਾਇਬ੍ਰੇਰੀ ਦੇ ਵਿੱਚ ਜਾਈਏ, ਹੈ ਨਾ। ਫਿਰ 146 ਲਾਇਬ੍ਰੇਰੀ ਸਾਰੇ ਬਲਾਕ ਦੇ ਵਿੱਚ ਅਸੀਂ ਕਿਸ ਤਰ੍ਹਾਂ ਜਾਣਾ ਹੈਗਾ। ਪਹਿਲੀਆਂ 22 ਲਾਇਬ੍ਰੇਰੀ ਅਸੀਂ ਕਿਸ ਤਰ੍ਹਾਂ ਦੇ ਨਾਲ ਖੋਲਣੀਆਂ ਨੇ, ਕਿੰਨੇ ਸਮੇਂ ਦੇ ਵਿੱਚ ਖੋਲਣੀਆਂ ਨੇ, ਦਿਸ ਇਜ਼ ਵਾਟ ਆਈ ਐਮ ਟਾਕਿੰਗ ਅਬਾਊਟ। ਉਹ ਤੋਂ ਬਾਅਦ 117 ਤੱਕ ਜਾਵਾਂਗੇ ਬਲਾਕ ਲੈਵਲ ਤੇ, ਫਿਰ 146 47 ਆਪਣੇ ਬਲਾਕ ਨੇ ਟੋਟਲ ਬਣਦੇ, 147 ਬਲਾਕਸ ਦੇ ਵਿੱਚ ਕਿਵੇਂ ਜਾਣਾ। ਰਾਈਟ ਸਰ। ਤੁਸੀਂ ਭੁਪਿੰਦਰ ਜੀ ਜਦੋਂ ਵੀ ਚੰਡੀਗੜ੍ਹ ਆਓ ਜਰੂਰ ਮੇਰੇ ਕੋਲ ਆ ਕੇ ਜਾਇਓ ਪਲੀਜ਼। ਮੈਂ ਕੱਲ ਫੋਨ ਕਰੂੰਗਾ ਜੀ, ਕੱਲ ਸਮਾਂ ਕੱਢਦੇ ਆ। ਮੈਂ ਵੀ ਜਾਣਾ ਸੀ ਉਦਾਂ ਦੀ ਥੋੜੀ ਜਿਹੀ ਕੀਤੀ, ਕੱਲ ਮੈਂ ਸਮਾਂ ਕੱਢੂੰਗਾ ਜਰੂਰ, ਮੈਂ ਤੁਹਾਨੂੰ ਫੋਨ ਕਰੂੰਗਾ ਪਹਿਲਾਂ। ਓਕੇ ਕਮਲਜੀਤ, ਧੰਨਵਾਦ ਜੀ। ਹਾਂਜੀ ਸਰ। ਕਮਲਜੀਤ ਅਸੀਂ ਤੁਹਾਡੇ ਕੋਲ ਸੰਗਰੂਰ ਚ ਆਉਣਾ ਚਾਹੁੰਦੇ ਹਾਂ, ਦੱਸੋ ਕਦੋਂ ਆਈਏ? ਜੇ ਲਾਇਬ੍ਰੇਰੀ ਲੌਂਗੋਵਾਲ ਲਾਇਬ੍ਰੇਰੀ ਤਾਂ ਲਗਭਗ ਚੱਲਦੀ ਹੈ, ਉਹਨੂੰ ਹੋਰ ਵਧੀਆ ਕਰ ਲਾਂਗੇ। ਲਾਇਬ੍ਰੇਰੀ ਇਨੈਗੋਰੇਟ ਕਰੀਏ, ਰਿਵਾਈਵ ਕਰੀਏ। ਆਪਾਂ ਆਪਣੇ ਜਿਹੜੇ ਬੈਨਰ ਨੇ ਇਸ ਫਾਊਂਡੇਸ਼ਨ ਦੇ, ਉਹ ਆਪਾਂ ਇਸ 1-2 ਦਿਨਾਂ ਚ ਬਣਾ ਲਾਂਗੇ ਬਸ। ਠੀਕ ਹੈ ਸਰ, ਤੁਸੀਂ ਆ ਜਾਓ ਲੌਂਗੋਵਾਲ, ਕਦੋਂ ਮਰਜ਼ੀ ਦਾ ਬਣਾ ਲਿਓ ਪ੍ਰੋਗਰਾਮ, ਇੱਕ ਦਿਨ ਪਹਿਲਾਂ। ਅੱਛਾ, ਤੁਸੀਂ ਥੋੜਾ ਜਿਹਾ ਤਿਆਰ ਕਰਕੇ ਸਾਨੂੰ ਦੱਸਿਓ ਕਦੋਂ ਆ ਸਕਦੇ। ਹਾਂਜੀ ਲਗਭਗ ਤਿਆਰ ਹੈ, ਲਾਇਬ੍ਰੇਰੀ ਤਾਂ ਤਿਆਰ ਹੀ ਹੈ ਜੀ, ਉਹਨੂੰ ਥੋੜਾ ਜਿਹਾ ਮੋਡੀਫਾਈ ਹੋਰ ਕਰ ਲਾਂਗੇ। ਓਕੇ ਥੈਂਕ ਯੂ ਕਮਲਜੀਤ। ਠੀਕ ਹੈ ਸਰ। ਕ੍ਰਿਸ਼ਨ ਗੋਪਾਲ ਜੀ ਜੁੜੇ ਹੋਏ ਨੇ ਸਾਡੇ ਨਾਲ। ਕ੍ਰਿਸ਼ਨ ਗੋਪਾਲ ਜੀ ਕੁਝ ਕਹਿਣਾ ਹੈ? ਕ੍ਰਿਸ਼ਨ ਗੋਪਾਲ ਜੀ सर अनम्यूट करें कृष्ण जी। सर नमस्कार जी। नमस्कार, कित्थों जुड़े हो? थोड़ा जिहा इंट्रोड्यूस करवाओ। सर मैं भुपिंदर एडवोकेट भुपिंदर सिंह पप्पू जी, उन्हां नाल जुड़े संगरूर तो। ਹਾਂਜੀ ਹਾਂਜੀ सर मैं बहुत सोहने व्यू सुने ने जी, बहुत वधिया है। ਤੁਸੀਂ ਸੰਗਰੂਰ ਤੋਂ ਜੁੜੇ ਹੋਏ ਹੋ? ਹਾਂਜੀ ਹਾਂਜੀ ਸਰ। ਅੱਛਾ, ਸਾਨੂੰ ਦੱਸੋ ਅਸੀਂ ਸੰਗਰੂਰ ਕਦੋਂ ਆਈਏ? ਤੁਹਾਡੇ ਕੋਲ ਕਿੰਨੀਆਂ ਕੁ ਲਾਇਬ੍ਰੇਰੀਆਂ ਨੇ ਇਨ ਹੈਂਡ? ਸਰ ਫਿਲਹਾਲ ਸਾਡੀ ਇੱਕ ਡਿਸਟ੍ਰਿਕਟ ਲਾਇਬ੍ਰੇਰੀ ਹੈ ਜਿਹਨੂੰ ਰਿਫਾਈਨ ਕਰਨ ਦੀ ਜ਼ਰੂਰਤ ਹੈ ਥੋੜੀ ਜੀ। ਅੱਛਾ। ਔਰ ਅਗਰ ਸਰ ਤੁਸੀਂ ਜਲਦੀ ਤੋਂ ਜਲਦੀ, ਜਿੰਨਾ ਵੀ ਜਲਦੀ ਤੁਸੀਂ ਹੋ ਸਕੇ ਤਾਂ ਸਾਡੇ ਸੰਗਰੂਰ ਪਹੁੰਚ ਕੇ ਸਾਡੇ ਨਾਲ ਤੁਸੀਂ ਮਿਲ ਕੇ ਅਸੀਂ ਉਹਨਾਂ ਦੀ ਲਾਇਬ੍ਰੇਰੀ ਦਾ ਮੁਆਇਨਾ ਕਰ ਸਕਦੇ ਹੋ ਤੁਸੀਂ ਸਰ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਪਰ ਅਸੀਂ ਆਪਣੀਆਂ ਵੀ ਆਪਣੇ ਤੌਰ ਤੇ। ਸਰ ਇੱਕ ਮੇਰੀ ਸਿਚੁਏਸ਼ਨ ਹੋਰ ਹੈ ਸਰ, ਜਿਸ ਤਰ੍ਹਾਂ ਮੈਂ ਸੁਣਿਆ ਸੀ ਸਰ ਕਿ ਛੋਟੀ ਛੋਟੀ ਲਾਇਬ੍ਰੇਰੀਜ਼, ਅਗਰ ਜਿਸ ਤਰ੍ਹਾਂ ਆਪਣੇ ਪਾਰਕ ਵਗੈਰਾ, ਸਾਡੇ ਨਜ਼ਦੀਕ ਇੱਕ ਪਾਰਕ ਬਹੁਤ ਸੋਹਣਾ ਬਣਿਆ ਜੀ। ਅਗਰ ਅਸੀਂ ਪਾਰਕ ਦੇ ਵਿੱਚ ਮਤਲਬ ਨਜ਼ਦੀਕ ਕੋਈ ਛੋਟੀ ਲਾਇਬ੍ਰੇਰੀ, ਜਿਵੇਂ ਮਤਲਬ ਇੱਕ ਅਲਮਾਰੀ ਜਾਂ 2 ਅਲਮਾਰੀ ਵਗੈਰਾ ਤਿਆਰ ਕਰਕੇ ਉਹਨਾਂ 'ਚ ਲਾਇਬ੍ਰੇਰੀ ਵਗੈਰਾ ਦਾ ਸਿਸਟਮ ਤਿਆਰ ਕਰਿਆ ਜਾਏ, ਔਰ ਆਪਣੇ ਬੱਚਿਆਂ ਨੂੰ ਜਾਂ ਆਪਣੇ ਬਜ਼ੁਰਗ ਨੇ ਜੋ ਉੱਥੇ ਆਉਂਦੇ ਨੇ ਉਹਨਾਂ ਨੂੰ ਇਸ ਗੱਲ ਦੇ ਵਿੱਚ ਅਸੀਂ ਉਹ ਕਰਿਆ ਜਾਏ, ਐਪਰੀਸ਼ੀਏਟ ਕਰਿਆ ਜਾਏ, ਮਤਲਬ ਉਹਨਾਂ ਨੂੰ
ਇਹ ਬਹੁਤ ਅੱਛਾ ਸੁਝਾਅ ਹੈ, ਪਰ ਤੁਸੀਂ ਦੇਖ ਲਿਓ ਵੀ ਕੋਈ ਕੰਟਰੋਵਰਸੀ ਨਾ ਅਰਾਈਜ਼ ਹੋਵੇ ਕਿਤੇ ਵੀ, ਕੋਈ ਸੇਫਟੀ ਸਿਕਿਉਰਿਟੀ ਕੁੜੀਆਂ ਦੀ, ਬੱਚਿਆਂ ਦੀ, ਮੁੰਡਿਆਂ ਦੀ ਰਹੇ। ਇਹ ਸਾਰੇ ਐਂਗਲ ਦੇਖ ਲਿਓ। ਓਕੇ ਓਕੇ ਸਰ, ਬਿਲਕੁਲ ਸਹੀ ਗੱਲ ਹੈ ਸਰ। ਸਾਡੇ ਨਜ਼ਦੀਕ ਹੀ ਆਪਣੇ ਆਪਣੇ ਰਾਜ ਸਿੰਘ ਸਤਸੰਗ ਭਵਨ ਹੈ ਸਰ। ਅੱਛਾ ਸਰ, ਉੱਥੇ ਹੈਗੀ ਜਗ੍ਹਾ। ਭੁਪਿੰਦਰ ਜੀ ਕਹਿ ਰਹੇ ਸੀ, ਭੁਪਿੰਦਰ ਸਿੰਘ ਪੱਪੂ ਜੀ ਐਡਵੋਕੇਟ, ਉਹਨਾਂ ਨੇ ਵੀ ਕਿਹਾ ਸੀ, ਕਹਿੰਦੇ ਆਪਾਂ ਉੱਥੇ ਵਿਜ਼ਿਟ ਕਰਾਂਗੇ। ਤੇ ਉੱਥੇ ਅਗਰ ਤੁਸੀਂ ਸਾਰੇ ਵਿਜ਼ਿਟ ਕਰੋ ਸੰਗਰੂਰ ਤਾਂ ਮਿਲ ਕੇ ਬਹੁਤ ਕੁਝ ਸਹੀ ਹੋ ਸਕਦਾ ਜੀ। ਅਸੀਂ ਜ਼ਰੂਰ ਆਵਾਂਗੇ, ਜ਼ਰੂਰ ਆਵਾਂਗੇ। ਤੁਸੀਂ ਸਾਨੂੰ ਬੁਲਾਓ ਤੇ ਅਸੀਂ ਆਉਂਦੇ ਹਾਂ। ਬਿਲਕੁਲ ਸਰ, ਥੈਂਕ ਯੂ ਸਰ। ਤੇ ਇਸ ਦੇ ਨਾਲ ਹੀ ਮੈਨੂੰ ਲੱਗਦਾ ਵੀ ਸਾਡੀ ਮੀਟਿੰਗ ਸੰਪੂਰਨ ਹੋਣ ਜਾ ਰਹੀ ਹੈ। ਤੇ ਹੋਰ ਕਿਸੇ ਨੇ ਕੁਝ ਕਹਿਣਾ ਹੈ, ਕੋਈ ਸ਼ਬਦ? ਨਹੀਂ ਸਰ, ਥੈਂਕ ਯੂ। ਨਿਸ਼ਾਨ ਜੀ? Yes, sir. मैं कोई गल कहूँगा, one word, we have to have a roadmap. ठीक, बिल्कुल। And ख्याल ना था, we should not get into construction of any kind. We should rather revive. नहीं, बिल्कुल revive. Construction ਤਾਂ ਬਿਲਕੁਲ ਹੀ ਕਿਤੇ ਕੰਸਟਰਕਸ਼ਨ ਨਹੀਂ ਕਰਨੀ। ਸੋ ਅਸੀਂ ਇਹ ਸਾਰੇ ਡਿਸਕਸ਼ਨ ਦੇ ਨਾਲ ਅਸੀਂ ਮੀਟਿੰਗ ਦੀ ਸੰਪੂਰਨਤਾ ਵੱਲ ਪਹੁੰਚੇ ਹਾਂ। ਤੇ ਰੋਡ ਮੈਪ ਵੀ ਅਸੀਂ ਮੋٹے ਤੌਰ ਤੇ ਤਾਂ ਡਿਫਾਈਨ ਕਰ ਹੀ ਲਿਆ ਵੀ 110 ਲਾਇਬ੍ਰੇਰੀਆਂ ਨਵੰਬਰ ਦੇ ਮਹੀਨੇ ਦੇ ਵਿੱਚ ਬਣਾਉਣੀਆਂ ਨੇ, ਤੇ 860 ਮੈਂਬਰ ਅਸੀਂ ਬਣਾਉਣੇ ਨੇ। ਉਹ ਸਾਡੇ ਕੋਲ ਆਲਰੇਡੀ ਬਣੇ ਹੋਏ ਹੈਗੇ। ਜਿਹੜੇ ਡਿਸਟ੍ਰਿਕਟਾਂ 'ਚ ਥੋੜੇ ਮੋਟੇ ਘੱਟ ਨੇ, ਉਹ ਪਲੀਜ਼ ਸੀਨੀਅਰ ਕੋਆਰਡੀਨੇਟਰਸ ਨੇ ਅੱਜ ਅਟੈਂਡ ਕੀਤੀ ਹੈ ਮੀਟਿੰਗ, ਉਹ ਪਲੀਜ਼ ਦੇਖ ਲੈਣਗੇ। ਛੋਟੀ ਜਿਹੀ ਗੱਲ ਕਰ ਸਕਦਾ? ਹਾਂਜੀ ਬਿਲਕੁਲ। ਦੀਵਾਲੀ ਵਿੱਚ ਅਸੀਂ ਆਪਾਂ ਇਨੀਸ਼ੀਏਟਿਵ ਕੱਟਿਆ, ਨੋ ਕ੍ਰੈਕਰਸ, ਗ੍ਰੀਨ ਪਲਾਂਟੇਸ਼ਨ। ਜੇ ਆਪਾਂ ਕੋਈ ਇਹੋ ਜਿਹੀ ਚੀਜ਼ ਕਰ ਲਈਏ ਜਿਹਦੇ ਨਾਲ ਆਪਾਂ ਹਰ ਬੰਦਾ ਇਸ ਚੀਜ਼ ਨੂੰ ਪ੍ਰੋਪਗੇਟ ਕਰੇ। ਮੈਂ ਤੁਹਾਡੇ WhatsApp ਤੇ ਇੱਕ ਚੀਜ਼ ਭੇਜੀ, ਇੱਕ ਮਿੰਟ ਦੇਖਣਾ ਜ਼ਰਾ ਪਲੀਜ਼। ਮੈਂ ਉਹ ਵੀ ਦੇਖ ਲੈਣਾ। ਤੇ ਸਾਨੂੰ ਦੀਵਾਲੀ ਵੇਲੇ ਜੌਲ ਸਾਹਿਬ ਨੇ ਸੁਜੈਸ਼ਨ ਦਿੱਤੀ ਸੀ ਵੀ ਗਿਫਟ ਵੀ ਕਿਤਾਬਾਂ ਦੇ ਤੌਰ ਤੇ ਅਸੀਂ ਦੇਈਏ, ਸਾਡੇ ਮੈਂਬਰ ਆਪਸ ਵਿੱਚ ਦੇਣ ਕਰ ਲਈਏ ਕਿਸੇ ਅਕੈਡਮੀ ਨਾਲ, ਤਾਂ ਕਿ ਸਾਨੂੰ ਕਿਤਾਬਾਂ ਮਿਲ ਜਾਣ। ਅਸੀਂ ਇੱਕ ਕਿਤਾਬ ਵਧੀਆ ਜੀ ਲੈ ਕੇ ਸਾਰੇ ਟਾਈਟਲਸ ਨੂੰ 1100 ਕਿਤਾਬਾਂ ਬਣਾ ਕੇ ਅਸੀਂ ਵੰਡ ਦਈਏ, ਐਟਲੀਸਟ ਐਜ਼ ਅ ਟੋਕਨ ਆਫ ਐਜੂਕੇਸ਼ਨ। ਹਾਂ ਬਹੁਤ ਅੱਛਾ ਰਹੇਗਾ। ਬਹੁਤ ਅੱਛਾ ਰਹੇਗਾ, ਬਹੁਤ ਅੱਛਾ। ਸਾਰੇ ਆਪਣੇ ਮੈਂਬਰਸ ਨੂੰ ਇੱਕ ਕਿਤਾਬ ਦੇਈਏ ਫਾਊਂਡੇਸ਼ਨ ਵੱਲੋਂ। ਆਪਾਂ ਡਿਸਟ੍ਰਿਕਟ ਉਹ ਕਿਤਾਬ ਨੂੰ ਆਇਡੈਂਟੀਫਾਈ ਕਰੀਏ। ਹਾਂਜੀ ਬਿਲਕੁਲ ਸਰ, ਬਿਲਕੁਲ। ਸੋ ਆਫ ਪੰਜਾਬ ਦੇ ਉੱਤੇ ਕੁਝ ਕਰ ਦਈਏ ਤੇ that can be identified. ਬਿਲਕੁਲ ਰਾਈਟ ਸਰ। ਡਾਕਟਰ ਵਿਜੇ ਮਲਹੋਤਰਾ ਜੀ ਜੁੜੇ ਹੋਏ ਨੇ? ਨਹੀਂ ਸਰ, ਉਹ ਡਿਸਕਨੈਕਟ। ਅੱਛਾ ਚਲੋ ਹੁਣ ਆਗਿਆ ਲਈਏ ਫਿਰ। ਸਭ ਦਾ ਸਾਰਿਆਂ ਦਾ ਧੰਨਵਾਦ। ਥੈਂਕ ਯੂ ਸਰ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਡਾਕਟਰ VP ਮਿਸ਼ਰਾ ਜੀ। ਹਾਂਜੀ, ਡਿਸਕਨੈਕਟ ਹੋ ਗਿਆ ਸਰ। ਓਕੇ, ਫਤਿਹ ਸਾਰਿਆਂ ਨੂੰ। ਥੈਂਕ ਯੂ ਸਰ। ਸਰ ਨਮਸਕਾਰ। ਨਮਸਕਾਰ।